ਤੁਹਾਡੇ ਤੋਂ ਕੋਈ ਪੈਸਿਆਂ ਦੀ ਵੀ ਮੰਗ ਕੀਤੀ ਸੀ ਇਹਨਾਂ ਨੇ? हाँ करोड़ रुपया मंगदा जी, करोड़ रुपया दे कहता बैग भर लिया DSP रमनदीप अंदर। ਉਹ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਇਹ 'ਚ ਕਿੰਨੇ ਪੈਸੇ ਪਏ? ਉਹ ਕਹਿੰਦਾ 7-8 ਹਜ਼ਾਰ ਡਾਲਰ ਹੈਗਾ। ਮੈਂ ਕਿਹਾ ਲਿਆ ਕੇ ਦੇ ਦੇ ਇਹਨੂੰ। ਅੱਛਾ, ਉਹ ਉਸੇ ਰਾਤ ਫਿਰ ਉਹ ਡਾਲਰ ਲਿਆ ਕੇ ਦੇ ਥਾਣੇ ਦੇ ਅੰਦਰ। ਇਹੋ ਜਿਹਾ ਕੁਝ ਬਹੁਤ ਹੋਇਆ। ਬਾਈ ਨੂੰ ਵੀ ਆਖਿਆ ਬੱਬੂ ਮਾਨ ਨੂੰ ਵੀ ਕਿ ਇਹਨੂੰ ਕਹਿ ਤੂੰ ਮਨਾ ਇਹਨੂੰ। ਮੈਂ ਕਿਹਾ ਨਹੀਂ ਬਾਈ ਹੁਣ ਨਹੀਂ, ਪਿੱਛੇ ਨਹੀਂ ਹਟਣਾ। ਮਾਨ ਨਾਲ ਇਸ ਬਾਰੇ ਗੱਲ ਹੋਈ, ਉਹਨਾਂ ਨੇ ਕਿਹਾ ਤੁਹਾਨੂੰ? ਹਾਂ, ਬਾਈ ਦਾ ਉਹਦਾ ਰਮਨਦੀਪ ਦਾ ਰਿਸ਼ਤੇਦਾਰ ਆ। ਮੈਨੂੰ ਤਾਂ ਚਲੋ ਜਿਹੜਾ ਕੁੱਟਣਾ ਸੀ ਕੁੱਟਿਆ, ਜਿਹੜੇ ਮੇਰੇ ਨਾਲ ਮੁੰਡੇ ਉੱਥੇ ਫੈਨ ਸੀਗੇ ਮੇਰੇ, ਸਾਰੇ ਮੁੰਡੇ ਆਏ ਹੋਏ 15-20 ਜਣੇ, ਉਹ ਵੀ ਬੜੇ ਹੋਏ ਸੀ ਅੰਦਰ। ਮੈਨੂੰ ਦਿਖਾ ਕੁੱਟਦੇ ਸੀ। ਉਹਨੂੰ ਕਹਿੰਦੇ ਸੀ ਕਿਹੜਾ ਗਾਣਾ ਇਹਦਾ ਵਧੀਆ ਲੱਗਦਾ। ਪਹਿਲਾਂ ਤਾਂ ਉਹਨਾਂ ਤੋਂ ਗਾਣਾ ਸੁਣਦੇ ਸੀ, ਫਿਰ ਉਹਨਾਂ ਨੂੰ ਕੁੱਟਦੇ ਸੀ ਜਵਾਕ। ਨੂੰ ਕੁੱਟਦਿਆਂ ਦੀਆਂ ਵੀ ਵੀਡੀਓਜ਼ ਬਣਾਈਆਂ? ਹਾਂ, ਪੂਰਾ ਨੰਗਾ ਕਰਕੇ ਮੈਨੂੰ ਵੀਡੀਓ ਬਣਾਈਆਂ ਉਹਨਾਂ ਨੇ। ਇਹ 3rd ਡਿਗਰੀ ਟਾਰਚਰ ਇਹਨਾਂ ਦੇ ਨਾਲ ਬਰੂਟੈਲਿਟੀ ਜੇਕਰ ਕੀਤੀ ਜਾਂਦੀ ਹੈ ਤਾਂ ਇਸ ਤੋਂ ਉੱਪਰ ਮੈਂ ਸਮਝਦਾ ਵੀ ਇਟਸ ਅ ਬਲੰਡਰ ਮਿਸਟੇਕ ਔਨ ਦੀ ਪਾਰਟ ਆਫ ਦੀ ਗਸਟਡ ਆਫਿਸਰ, ਜਿਨ੍ਹਾਂ ਵਿੱਚ DSP ਖੁਦ ਵਿੱਚ ਉਹਦਾ ਜਿਹੜਾ ਹੈੱਡ ਕਰ ਰਿਹਾ। DSP ਨੇ ਵੀ ਬੋਲਿਆ ਤੁਹਾਡੀ ਮਦਰ ਬਾਰੇ ਜਾਂ ਤੁਹਾਡੇ? ਬਹੁਤ ਬਕਵਾਸ ਕਰੀ ਉਹ ਬੰਦੇ ਨੇ। ਬੰਨਿਆ ਤੁਹਾਨੂੰ? ਪਤਾ ਨਹੀਂ ਕੱਪੜਾ ਇਹੀ ਚੁੰਨੀ ਸੀ, ਰੱਬ ਜਾਣਦਾ ਕੀ ਸੀ। ਉਹ ਹਾਂ ਬਾਹਾਂ ਬੰਨ ਲੀਆਂ, ਪਿੱਛੇ ਕੜੇ ਲਾਤੇ, ਮੁੰਦੀਆਂ ਮੰਦੀਆਂ ਲਾਤੀਆਂ ਸਾਰੀਆਂ, ਕੰਨਾਂ ਚੋਂ ਨੱਤੀਆਂ ਵੀ ਲਾਤੀਆਂ। ਮਗਰ ਬੰਨ ਲਏ ਹੱਥ ਜਿਵੇਂ ਮਗਰ? ਹਾਂਜੀ ਮਗਰ ਬੰਨ੍ਹਤੇ, ਲੱਤਾਂ ਵੀ ਬੰਨ੍ਹਤੀਆਂ ਸੀ, ਪੈਰ ਵੀ ਬੰਨ੍ਹਤੇ ਸੀ। 5 ਤੋਂ 10 ਮਿੰਟ ਦੇ ਵਿੱਚ ਨੈਬ ਕੋਰਟ ਫੋਨ ਕਰ ਰਹੇ ਨੇ ਵੀ ਇਹਨਾਂ ਨੂੰ ਵਾਪਸ ਲਿਆਓ, ਇਹਨਾਂ ਦਾ ਮੈਡੀਕਲ ਕਰਵਾਉਣਾ ਹੈ। 5 ਤੋਂ 10 ਮਿੰਟ ਦੇ ਵਿੱਚ ਜਿੰਨੇ ਪੁਲਿਸ ਮੁਲਾਜ਼ਮ ਇਹਨਾਂ ਨੂੰ ਛੱਡਣ ਜਾ ਰਹੇ ਸੀ, ਉਹਨਾਂ ਨੇ ਸਾਰਿਆਂ ਨੇ ਫੋਨ ਸਵਿਚ ਆਫ। ਅੱਛਾ, ਸਿਰਫ ਮਸਲਾ ਕੀ ਸੀ ਵੀ ਆਨੇ ਬਹਾਨੇ ਕਿਸੇ ਤਰੀਕੇ ਇਹਨਾਂ ਨੂੰ ਆਪਾਂ ਰੋਪੜ ਜੇਲ੍ਹ ਦੇ ਵਿੱਚ ਕਰ। ਮੈਨੂੰ ਆਇਆ ਸੀਗਾ ਚੱਲ ਯਾਰ 5-7 ਮਿੰਟ 2-4 ਥੱਪੜ ਮਾਰਨਗੇ ਹਟ ਜਾਣਗੇ, ਪਰ ਉਹ ਜਿਉਂ ਟਾਈਮ ਲੰਘੀ ਗਿਆ ਉਵੇਂ ਉਸੇ ਰਾਤ ਕੁੱਟਮਾਰ ਹੋਈ ਪੈ? ਸੇਮ ਨਾਈਟ ਜਦੋਂ ਪੂਰੀ ਰਾਤ ਇਹਦੇ ਕੋਲ ਸਰ ਤੁਰ ਕੇ ਕੁਰਸੀ ਤੇ ਬੈਠਾ ਨਹੀਂ ਸੀ ਜਾ ਰਿਹਾ। ਅੱਛਾ, ਜੋ ਇਹਨਾਂ ਦਾ ਹਾਲ ਸੀ। ਫਿਰ ਅਸੀਂ ਕੀ ਕੀਤਾ, ਮੈਂ ਬ੍ਰਦਰ ਨੂੰ ਕਿਹਾ, ਮੈਂ ਕਿਹਾ ਯਾਰ ਇਹ ਤਾਂ ਲੱਗਦਾ ਵੀ ਇਹ ਤਾਂ ਸ਼ਿਕਾਰ ਹੋ ਗਿਆ 3rd ਡਿਗਰੀ, ਮੇਰੇ ਕੋਲ ਤਾਂ ਤੁਰਿਆ ਵੀ ਨਹੀਂ ਜਾ ਰਿਹਾ। DSP ਕਹਿੰਦਾ ਨੂੰ ਢਾਲੋ, ਆ ਗਿਆ ਅੰਦਰ। ਉਹ ਕਹਿੰਦਾ ਜੀ ਮੈਂ ਨਹੀਂ ਕੁੱਟਣਾ। ਐਕਚੁਅਲੀ ਉਹਦੀ ਇਹ ਵਰਡਿੰਗ ਸੀਗੀ, ਕਹਿੰਦਾ ਜੀ ਮੈਂ ਨਹੀਂ ਕੁੱਟਣਾ, ਇਹਨੇ ਮਰਦਾਂ ਵਾਲਾ ਕੰਮ ਕੀਤਾ, ਕੋਈ ਜਨਾਨੀਆਂ ਵਾਲਾ ਕੰਮ ਨਹੀਂ ਕੀਤਾ ਇਹਨੇ। ਜਾਣੀ ਕਹਿਣ ਦਾ ਮਤਲਬ ਕੋਈ ਕੁੜੀਆਂ ਨੂੰ ਡਿਸ ਨਹੀਂ ਕਰ ਰਿਹਾ, ਜਾਣੀ ਕਹਿਣ ਦਾ ਮਤਲਬ ਇਹਨੇ ਮਰਦਾਂ ਵਾਲਾ ਕੰਮ ਕੀਤਾ। MLR ਦੇ ਵਿੱਚ 7 ਇੰਜਰੀਜ਼ ਜਿਹੜੀਆਂ ਨੇ ਉਹ ਬਲੰਟ ਤੇ ਕਲੀਅਰ ਕੱਟ 7 ਇੰਜਰੀਜ਼ ਆ ਗਈਆਂ। ਕੁੱਟਮਾਰ ਹੋਈ ਹੈ ਇਹ ਹੱਥਾਂ ਨਾਲ ਜਾਂ ਕੁਝ ਹੋਰ? ਡੰਡੇ ਸੀਗੇ ਜੀ, ਔਰ ਪੁਲਿਸ ਵਾਲੇ ਜਿਹੜੇ ਹੁੰਦੇ ਆ, ਜਿਹਦਾ ਜੀ ਕਰਦਾ ਜੀ ਆ ਕੇ ਢਾ ਲੈਂਦਾ, ਕੋਈ ਡੰਡਾ ਮਾਰਦਾ ਜੀ, ਕੋਈ ਥੱਪੜ ਮਾਰ ਦਿੰਦਾ ਸੀ। SHO ਰਜੇਸ਼ ਹਸੀਰ ਜਿਹੜੇ ਉਸ ਟਾਈਮ SHO ਸੁਹਾਣੇ ਸੀ, ਉਹਨਾਂ ਦਾ PSO ਗਨਮੈਨ ਕਹਿ ਲਓ ਜਸਦੀਪ ਜੱਸੀ, ਜਿਹਦੇ ਤੇ ਕਲੀਅਰ ਕੱਟ ਐਲੀਗੇਸ਼ਨ ਨੇ ਕਿ ਔਨ ਬਿਹਾਫ ਆਫ SHO 7000 ਆਸਟ੍ਰੇਲੀਅਨ ਡਾਲਰ ਇਹਨੇ ਉਹਨਾਂ ਤੋਂ ਲਏ ਨੇ। ਇਹ ਸਿੱਟ ਦੀ ਰਿਪੋਰਟ ਹੈ। ਜਦੋਂ ਤੁਸੀਂ 7000 ਆਸਟ੍ਰੇਲੀਅਨ ਡਾਲਰ ਬਰੂਟੈਲਿਟੀ ਮੰਨ ਲਈ ਤਾਂ ਫਿਰ ਪ੍ਰੀਵੈਂਸ਼ਨ ਆਫ ਕਰਪਸ਼ਨ ਇੱਥੇ ਕਿੱਥੇ ਕੀਤਾ? ਸੁੰਨ ਹੋ ਗਿਆ ਸਰੀਰ ਸਾਰਾ ਹੀ, ਪੈਰਾਂ ਦੇ ਥੱਲੇ ਕੁੱਟੇ, ਟੂਹੀਆਂ ਕੁੱਟੀਆਂ, ਬਾਹਾਂ ਥੱਪੜ ਇੰਨੇ ਕੁ ਮਾਰੇ ਜੀ, ਉਹ ਸਾਰਾ ਕੁਝ ਬਰੂਜ਼ ਹੋਇਆ ਸੀ। ਅਸੀਂ ਇੱਕ ਇਹ ਵੀ ਜਾਂਚ ਕਰਾਉਣੀ ਹੈ ਵੀ ਕੀ ਇਹਦੇ 'ਚ ਕੋਈ ਵੱਡਾ ਪੋਲੀਟੀਕਲ ਬੰਦਾ ਇਨਵੋਲਵ ਹੈ ਜਾਂ ਪੁਲਿਸ ਨੇ ਕਿਉਂ ਡਿਲੇ ਕੀਤੀ, ਇਹ ਵੀ ਇੱਕ ਜਾਂਚ ਦਾ ਵਿਸ਼ਾ ਰਹੂਗਾ। ਮੈਂ ਜਿਹੜੀ ਚੀਜ਼ ਦੇ ਮਗਰ ਪੈ ਜਾਵਾਂ ਮੈਂ ਛੱਡਦਾ ਨਹੀਂ ਉਹਨੂੰ, ਫਿਰ ਚਾਹੇ ਕਿ ਉਹ ਸਿੱਧੀ ਉਂਗਲੀ ਨਾਲ ਨਿਕਲੇ ਚਾਹੇ ਟੇਢੀ ਨਾਲ ਨਿਕਲੇ, ਫਿਰ ਉਹ ਮੈਂ ਕੱਢ ਕੇ ਛੱਡਦਾ। ਐਂ ਨਹੀਂ, ਮੈਂ ਕਦੇ ਪਿੱਛੇ ਨਹੀਂ ਹਟਦਾ। ਪਰ ਹਾਈ ਕੋਰਟ ਦੇ ਵਿੱਚ ਅਸੀਂ ਹਜੇ ਆਰਗੂਮੈਂਟ ਸ਼ੁਰੂ ਕਰਨ ਲੱਗੇ ਹਾਂ ਤਾਂ ਹਾਈ ਕੋਰਟ ਦੇ ਜੱਜ ਸਾਹਿਬ ਨੇ ਸਟਾਰਟਿੰਗ 'ਚ ਹੀ ਕਹਿਤਾ ਕਿ ਘੁੰਮਣ ਸਾਹਿਬ ਮੈਂ ਪੜ੍ਹਿਆ ਹੋਇਆ ਹੈ। ਓਕੇ। ਔਰ ਪੈਂਦੇ ਸੱਟੇ ਉਹਨਾਂ ਨੇ ਸਟੇਟ ਨੂੰ ਕਿਹਾ ਜੀ ਹਾਂਜੀ, ਇਹ ਕਹਿੰਦੇ ਜੀ ਕਿ ਸਾਨੂੰ ਟਾਈਮ ਦਿਓ ਜੀ, ਹਾਇਰ ਆਫੀਸਰਸ ਦੇ ਕੋਲ ਪੈਂਡਿੰਗ ਹੈ। ਸੋ ਹਾਈ ਕੋਰਟ ਦੇ ਜੱਜ ਸਾਹਿਬ ਜਿਹੜੇ ਸਾਡੇ ਮਾਨਯੋਗ ਜੱਜ ਨੇ, ਉਹਨਾਂ ਨੇ ਵੈਰੀ ਕਲੀਅਰ ਕਰਤਾ ਵੀ ਕੋਈ ਜਸਟੀਫਿਕੇਸ਼ਨ ਨਹੀਂ ਮੈਂ ਸੁਣੀ। ਅੱਜ ਸਟੇਟਸ ਰਿਪੋਰਟ ਦਾ ਮਤਲਬ ਸੀ 7 ਮਹੀਨੇ ਬੀਤ ਗਏ, ਤੁਸੀਂ ਕਰ ਕੀ ਰਹੇ ਹੋ? ਜੰਗਲ ਰਾਜ ਬਣਾਤਾ। ਉਹ ਕਹਿੰਦੇ ਕੋਈ ਜਸਟੀਫਿਕੇਸ਼ਨ ਨਹੀਂ ਵੀ ਹਾਇਰ ਸ਼ਬਦ ਵਰਤੇ ਮਾਨਯੋਗ ਕੋਰਟ ਨੇ, ਜੰਗਲ ਰਾਜ ਉਹਨਾਂ ਨੇ ਆਪਣੇ ਮੂੰਹ ਆਪਣੇ ਸ਼ਬਦ ਜਿਹੜਾ ਸੀਗਾ ਮਾਨਯੋਗ ਜੱਜ ਸਾਹਿਬ ਨੇ ਰੱਖਿਆ। ਪੁਲਿਸ ਲਫ਼ਜ਼ ਤੋਂ ਹੀ ਐਂ ਹੋਊਗਾ ਕਿ ਯਾਰ ਨਫ਼ਰਤ ਨਹੀਂ ਕਹਿ ਸਕਦੇ, ਕਿ ਉੱਦਾਂ ਹੀ ਲਾ ਦਿੰਦਾ ਕਿ ਯਾਰ ਘਟੀਆ ਜਿਹੇ ਬੰਦੇ ਨੇ ਯਾਰ। 6
6 ਸਤੰਬਰ ਦਾ ਦਿਨ ਹੈ ਜਦੋਂ ਅਸੀਂ ਇਹ ਰਿਕਾਰਡ ਕਰ ਰਹੇ ਹਾਂ। ਉਹ ਦਿਨ ਜਦੋਂ ਮਨੁੱਖੀ ਅਧਿਕਾਰਾਂ ਵਾਸਤੇ ਲੜਨ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਹਾਦਤ ਤੇ ਯਾਦ ਕੀਤਾ ਜਾਂਦਾ ਹੈ। ਮਨੁੱਖੀ ਅਧਿਕਾਰ ਦੀ ਲੜਾਈ ਪੰਜਾਬ ਦੇ ਵਿੱਚ ਉਸ ਸ਼ਖਸ ਨੇ ਸ਼ੁਰੂ ਕੀਤੀ ਕਿ ਪੁਲਿਸ ਬਰੂਟੈਲਿਟੀ ਦੇ ਅਗੇਂਸਟ ਸਾਨੂੰ ਲੜਨਾ ਚਾਹੀਦਾ। 25,000 ਤੋਂ ਵੱਧ ਨੌਜਵਾਨਾਂ ਦੀ ਗੱਲ ਹੋਈ ਸੀ। ਅੱਜ ਇਹ ਚਰਚਾ ਇਸ ਕਰਕੇ ਕਰ ਰਹੇ ਹਾਂ ਕਿ ਪੰਜਾਬ ਪੁਲਿਸ ਦੀ ਉਹ ਬਰੂਟੈਲਿਟੀ ਅੱਜ ਵੀ ਜਾਰੀ ਹੈ। ਇੱਕ ਰਿਪੋਰਟ ਦੇ ਅਨੁਸਾਰ ਪੰਜਾਬ ਦੇ ਵਿੱਚ ਜੋ ਕਮਿਸ਼ਨ ਬਣਿਆ ਹਿਊਮਨ ਰਾਈਟ ਕਮਿਸ਼ਨ, ਉਹਦੇ 'ਚ 50% ਤੋਂ ਵੱਧ ਮਾਮਲੇ ਜਿਹੜੇ ਆਏ ਹੈ ਉਹ ਪੰਜਾਬ ਪੁਲਿਸ ਦੇ ਖਿਲਾਫ ਆਏ ਹੈ। ਇਹ ਲੜਾਈ ਇਸ ਕਰਕੇ ਵੀ ਜ਼ਰੂਰੀ ਹੈ ਕਿ ਬਖਸ਼ਦੇ ਕਿਸੇ ਨੂੰ ਨਹੀਂ, ਭਾਵੇਂ ਕੋਈ ਆਮ ਵਿਅਕਤੀ ਹੈ, ਭਾਵੇਂ ਕੋਈ ਪਬਲਿਕ ਫਿਗਰ ਹੈ। ਐਲੀ ਮਾਂਗਟ ਦਾ ਮਾਮਲਾ ਤੁਹਾਡੇ ਯਾਦ ਹੋਣਾ, 2 ਸਾਲ ਪਹਿਲਾਂ ਐਲੀ ਮਾਂਗਟ ਇਹਨਾਂ ਦਿਨਾਂ ਦੇ ਵਿੱਚ ਹੀ ਚਰਚਾ 'ਚ ਆਏ ਸੀਗੇ। ਸਾਰਾ ਇਨਸੀਡੈਂਟ ਹੁੰਦਾ, ਪਰ ਉਸ ਇਨਸੀਡੈਂਟ ਤੋਂ ਬਾਅਦ ਜੋ ਐਲੀ ਮਾਂਗਟ ਦੇ ਨਾਲ ਹੋਇਆ, ਐਲੀ ਨੇ ਆ ਕੇ ਦੱਸਿਆ ਕਿ ਕਿੰਜ ਮੇਰੇ ਨਾਲ ਧੱਕਾ ਹੋਇਆ ਔਰ ਮੇਰੀ ਕੁੱਟਮਾਰ ਕੀਤੀ ਗਈ ਹੈ। ਸ਼ਾਇਦ ਕੁਛ ਦੇਰ ਵਾਸਤੇ ਤੁਹਾਡੇ ਲਈ ਮਜ਼ਾਕ ਦਾ ਪਾਤਰ ਇਹ ਚੀਜ਼ ਜ਼ਰੂਰ ਬਣੀ ਹੋਵੇ, ਪਰ ਯਾਦ ਰੱਖਿਓ ਜੇ ਅੱਜ ਕੋਈ ਹੋਰ ਹੈ ਤਾਂ ਕੱਲ੍ਹ ਨੂੰ ਤੁਸੀਂ ਵੀ ਹੋ ਸਕਦੇ ਹੋ। ਇਹ ਡਾਂਗਾ ਪੁਲਿਸ ਦੀਆਂ ਤੁਹਾਡੇ ਵੀ ਵਰ ਸਕਦੀਆਂ ਨੇ, ਕਸਟਡੀ ਇਲੀਗਲ ਦੇ ਵਿੱਚ ਵੀ ਜਾਂ ਪੁਲਿਸ ਕਸਟਡੀ ਵਿੱਚ। ਸਾਡੇ ਨਾਲ ਇਸ ਵੇਲੇ ਐਲੀ ਮਾਂਗਟ ਮੌਜੂਦ ਨੇ। ਘੁੰਮਣ ਬ੍ਰਦਰਸ ਜੋ ਐਲੀ ਮਾਂਗਟ ਹੋਣਾ ਦਾ ਇਹ ਪੂਰਾ ਮਾਮਲਾ ਲੜ ਰਹੇ ਹੈ ਉਹ ਨੇ, ਔਰ ਕਾਫੀ ਜ਼ਿਆਦਾ ਕੇਸ ਦੇ ਵਿੱਚ ਜੋ ਡਿਵੈਲਪਮੈਂਟਸ ਹੈ ਉਹ ਤੁਹਾਨੂੰ ਹੁਣ ਦੱਸਾਂਗੇ ਕਿ ਕਿਸ ਤਰ੍ਹਾਂ SIT ਬਣਦੀ ਹੈ, SIT ਦੀਆਂ ਫਾਈਂਡਿੰਗਸ ਆਉਂਦੀਆਂ, ਬੜੀ ਮੁਸ਼ਕਿਲ ਨਾਲ ਉਹ ਫਾਈਂਡਿੰਗਸ ਘੁੰਮਣ ਬ੍ਰਦਰਸ ਉਹ ਰਿਸੀਵ ਕਰਦੇ ਹੈ, ਹਾਈ ਕੋਰਟ ਤੱਕ ਮਾਮਲਾ ਜਾਂਦਾ ਹੈ, ਇੱਕ ਵੱਡੇ ਅਫਸਰ ਦਾ ਨਾਮ ਆਉਂਦਾ ਹੈ, ਬਹੁਤ ਸਾਰੇ ਹੋਰ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹਨਾਂ ਦਾ ਨਾਮ ਆਉਂਦਾ ਹੈ, ਔਰ ਹੁਣ ਕੋਰਟ ਨੇ 20,000 ਰੁਪਇਆ ਜੁਰਮਾਨਾ ਤੱਕ ਪਾਇਆ। ਕਿਉਂ ਪਾਇਆ ਤੁਹਾਨੂੰ ਦੱਸਾਂਗੇ, ਪਰ ਪਹਿਲਾਂ ਐਲੀ ਨਾਲ ਗੱਲ ਕਰਦੇ ਹਾਂ। ਬਾਈ ਜੀ ਬਹੁਤ ਸਵਾਗਤ ਹੈ ਤੁਹਾਡਾ ਔਨ ਏਅਰ ਤੇ। ਸਤਿ ਸ਼੍ਰੀ ਅਕਾਲ ਜੀ। ਜ਼ਾਹਿਰ ਜੀ ਗੱਲ ਹੈ ਜਦੋਂ ਇਹੋ ਜਿਹਾ ਕੁਛ ਹੁੰਦਾ ਤਾਂ ਬੰਦਾ ਜਜ਼ਬਾਤੀ ਹੁੰਦਾ। ਮੈਂ ਨਹੀਂ ਚਾਹੁੰਦਾ ਕਿ ਉਹ ਪੁਰਾਣੇ ਦਿਨ ਤੁਹਾਨੂੰ ਵਾਰ-ਵਾਰ ਯਾਦ ਕਰਾਏ ਜਾਣ, ਪਰ ਥੋੜ੍ਹਾ ਜਿਹਾ ਚਾਹੁੰਦਾ ਦਰਸ਼ਕਾਂ ਨੂੰ ਵਿਸਤਾਰ ਨਾਲ ਦੱਸੋ। ਤੁਸੀਂ ਉੱਥੋਂ ਆਉਂਦੇ ਹੋ, ਸਾਰਾ ਉਹ ਇਨਸੀਡੈਂਟ ਹੁੰਦਾ ਹੈ, ਕੁੱਟਮਾਰ ਹੁੰਦੀ ਕਿਵੇਂ? ਪਹਿਲਾਂ ਵੀ ਦੱਸਿਆ, ਲੈ ਜਾਂਦੇ ਆ ਉੱਥੋਂ। ਜਦੋਂ ਅਸੀਂ 88 ਸੈਕਟਰ ਦੇ ਵਿੱਚ ਪਹੁੰਚਦੇ ਹਾਂ, ਉੱਥੋਂ ਪੁਲਿਸ ਆਫਿਸਰ ਕਹਿੰਦੇ ਆ ਕਿ ਭਾਈ ਇਹ ਤੋਂ ਗੱਡੀ 'ਚ ਉਤਰ ਕੇ ਸਾਡੇ ਵਾਲੀ 'ਚ ਬਹਿ ਜਾ। ਸੋ ਸਾਰਾ ਔਨ ਰੈਕਡ 'ਤੇ ਆ, TV ਨਿਊਜ਼ 'ਤੇ ਆ, ਸਾਰੇ ਕਿਤੇ ਹੈਗਾ। ਅਸੀਂ ਉੱਥੋਂ ਨਿਕਲ ਕੇ ਉਹਨਾਂ ਦੀ ਕਾਰ 'ਚ ਬਹਿ ਜਾਂਦੇ ਹਾਂ। ਜਿਵੇਂ ਇੱਕ ਘਬਰਾਇਆ ਬੰਦਾ ਕਹਿੰਦਾ ਹੁੰਦਾ ਭਜਾ ਲਓ ਗੱਡੀ। ਮੈਂ ਕਿਹਾ ਜੀ ਅਸੀਂ ਕੀ ਇਹੋ ਜਿਹਾ ਕੁਛ ਗਲਤ ਨਹੀਂ ਕੀਤਾ, ਕਿ ਨਾ ਹੀ ਕਰਨ ਆਏ ਹਾਂ, ਕਿ ਅਸੀਂ ਇੱਕ ਟਾਈਮ ਰੱਖਿਆ ਸੀਗਾ ਕਿ ਭਾਈ ਆਹ ਟਾਈਮ 'ਤੇ ਅਸੀਂ ਉੱਥੇ ਆਵਾਂਗੇ, ਤੁਸੀਂ ਵੀ ਆ ਜਾਇਓ। ਅਤੇ ਉੱਥੋਂ ਹੀ ਗੱਡੀ ਦੇ ਵਿੱਚ ਹੀ ਜਿਹੜੀ ਮੇਰੇ ਮੁੱਕੇ ਮਾਕੇ ਮਾਰੇ 3-4 ਉਹਨਾਂ ਨੇ। ਜਦੋਂ ਵੱਜੇ ਮੈਂ ਉਦੋਂ ਹੀ ਸਮਝ ਗਿਆ, ਮੈਂ ਕਿਹਾ ਯਾਰ ਕੰਮ ਗਲਤ ਹੋ ਗਿਆ। ਚਲੋ ਫਿਰ ਮੁਲਾਜ਼ਮ ਸੀਗੇ ਉਹ ਯਾਦ ਹੈ ਤੁਹਾਡੇ? ਇੱਕ ਤਾਂ DSP ਸੀ ਰਮਨਦੀਪ, 2 ਕੁ ਮੁੰਡੇ ਹੋਰ ਸੀਗੇ। ਹੁਣ DSP ਰਮਨਦੀਪ ਨੇ ਵੀ ਉਦੋਂ ਗੱਡੀ ਦੇ ਵਿੱਚ ਕੁੱਟ ਮਾਰੇ ਹੀ ਉਹਨੇ ਸਾਨੂੰ ਪਹਿਲਾਂ, ਅਤੇ 2 ਮੁੰਡੇ ਹੋਰ ਸੀ, 3 ਮੈਨੂੰ ਹੁਣ ਉਹਨਾਂ ਦਾ ਪਤਾ ਨਹੀਂ, ਚੇਤੇ ਨਹੀਂ ਕਿ, ਕਿਉਂਕਿ ਉੱਥੇ ਪੁਲਿਸ ਹੀ ਬਹੁਤ ਸੀਗੀ, ਪਤਾ ਹੀ ਨਹੀਂ ਸੀ ਲੱਗਦਾ ਕੌਣ। ਫਿਰ ਇਹ DSP ਨੂੰ ਸਿਆਣ ਲਿਆ ਉੱਥੇ ਤੁਸੀਂ? ਹਾਂ, ਉਹ ਨਹੀਂ ਉਦੋਂ ਨਹੀਂ ਸੀ ਮੈਨੂੰ ਪਤਾ ਕਿ ਇਹ ਰਮਨਦੀਪ ਆ। ਜਾਣੀ ਬਾਅਦ ਚੋਂ ਥਾਣੇ 'ਚ ਜਦ ਪਤਾ ਲੱਗਿਆ ਕਿ ਹਾਂ ਭਾਈ ਇਹ DSP ਰਮਨਦੀਪ ਆ, ਕਿ ਉਹੀ ਬੰਦਾ ਸੀ ਜਿਹਨੇ ਮੂਹਰੇ ਬੈਠਾ ਸੀ ਉਹ, ਤੇ ਮੈਂ ਮਗਰ ਬੈਠਾ ਸੀ। ਅਤੇ ਅਸੀਂ ਚਲੋ ਥਾਣੇ ਚਲੇ ਗਏ। ਥਾਣੇ ਗਏ, ਮੈਨੂੰ ਬਿਠਾਈ ਰੱਖਿਆ ਗੱਡੀ 'ਚ ਕਾਫੀ ਟਾਈਮ, ਅਤੇ 10-15 ਮਿੰਟ ਮੈਂ ਕਾਰ 'ਚ ਹੀ ਬੈਠਾ ਰਿਹਾ। ਮੁੜ ਕੇ ਅੰਦਰ ਲੈ ਗਏ, ਉਹ SHO ਸਾਹਿਬ ਦਾ ਕਮਰਾ ਜਿਹੜਾ ਉੱਥੇ। ਫਿਰ ਪਹਿਲਾਂ ਤਾਂ ਅਸੀਂ ਅੰਦਰ ਬੈਠ ਰਹੇ, ਅੰਦਰ ਵੜਿਆ, ਕਹਿੰਦਾ ਇਹਦੇ ਹੱਥ ਬੰਨੋ, ਅਤੇ ਫਿਰ ਉਹ ਇੰਨਾ ਕਹਿ ਕੇ ਚਲ ਗਿਆ ਆਪ। ਅਤੇ ਫਿਰ ਉਹ ਜਿਹੜੇ ਮੁੰਡੇ ਕੀ ਕਹਿੰਦੇ ਹੁੰਦੇ ਆ, SHO ਸਾਹਿਬ ਦੇ ਸ਼ਾਇਦ ਉਹ ਸੀਗੇ ਆਪਣਾ ਗਨਮੈਨ ਕਹਿੰਦੇ ਜਿਵੇਂ, ਉਹ ਮੈਨੂੰ ਪੁੱਛਣ ਲੱਗ ਗਏ ਕਿ ਬਾਈ ਕੀ ਚੱਕਰ ਹੋ ਗਿਆ, ਕਿਵੇਂ ਆ, ਕੀ ਆ। ਮੈਂ ਕਿਹਾ ਫਿਰ ਦੱਸ ਹੀ ਦਿੱਤਾ, ਮੈਂ ਕਿਹਾ ਤੁਹਾਨੂੰ ਪਤਾ ਹੀ ਆ ਸਾਰੀ ਸਟੋਰੀ। ਚਲੋ ਉਹ ਇੱਕ ਮੁੰਡਾ ਉਹਨਾਂ 'ਚੋਂ ਕਹਿੰਦਾ ਜੀ DSP ਕਹਿੰਦਾ ਇਹਨੂੰ ਢਾਹ ਲਓ, ਆ ਗਿਆ ਅੰਦਰ। ਉਹ ਕਹਿੰਦਾ ਜੀ ਮੈਂ ਨਹੀਂ ਕੁੱਟਣਾ, ਕਿ ਮੈਂ ਨਹੀਂ ਕੁੱਟਣਾ। DSP ਕਹਿੰਦਾ ਕਿ ਢਾਹ ਲਓ? ਉਹ ਮੁੰਡੇ ਹੋਰ ਸੀਗੇ ਜੀ ਉੱਥੇ, ਉਹਨਾਂ 'ਚੋਂ ਇੱਕ ਮੁੰਡੇ ਨੇ ਕਿਹਾ। ਉਹ ਕਹਿੰਦਾ ਜੀ ਐਕਚੁਅਲੀ ਉਹਦੀ ਇਹ ਵਰਡਿੰਗ ਸੀਗੀ, ਕਹਿੰਦਾ ਜੀ ਮੈਂ ਨਹੀਂ ਕੁੱਟਣਾ, ਇਹਨੇ ਮਰਦਾਂ ਵਾਲਾ ਕੰਮ ਕੀਤਾ, ਕੋਈ ਜਨਾਨੀਆਂ ਵਾਲਾ ਕੰਮ ਨਹੀਂ ਕੀਤਾ ਇਹਨੇ। ਜਾਣੀ ਕਹਿਣ ਦਾ ਮਤਲਬ ਕੋਈ ਕੁੜੀਆਂ ਨੂੰ ਡਿਸ ਨਹੀਂ ਕਰ ਰਿਹਾ, ਜਾਣੀ ਕਹਿਣ ਦਾ ਮਤਲਬ ਇਹਨੇ ਮਰਦਾਂ ਵਾਲਾ ਕੰਮ ਕੀਤਾ। ਇਹ ਟਾਈਮ ਬੰਨ੍ਹ ਕੇ ਆਇਆ ਉੱਥੋਂ, ਅਤੇ ਨਾ ਕੋਈ ਇਹਨੇ ਗਲਤੀ ਕਰੀ ਹੈ ਜੀ ਮੈਂ ਨਹੀਂ ਕੁੱਟਣਾ। ਉਹ ਇੰਨਾ ਕਹਿ ਕੇ ਉਹ ਮੁੰਡਾ ਬਾਹਰੇ ਵਗ ਗਿਆ, ਉਹ ਮੁੜ ਕੇ ਨਹੀਂ ਆਇਆ ਅੰਦਰ। ਫਿਰ ਇਹਦੇ ਗਨਮੈਨ ਸੀਗੇ ਜਿਹੜੇ ਆਪਣਾ ਰਮਨਦੀਪ ਦੇ, ਸਤਿੰਦਰ ਅਤੇ ਸਾਹਿਲ, ਨਾਂ ਤਾਂ ਹੁਣ ਮੈਨੂੰ ਚੇਤੇ ਹੋ ਗਏ, ਬਾਅਦ ਚੋਂ ਪਤਾ ਲੱਗਿਆ, ਪਹਿਲਾਂ ਨਹੀਂ। ਬੰਨਿਆ ਇਹਨੇ ਆਪ ਹੀ ਬਹੁਤ ਕੁੱਟਿਆ ਮੈਨੂੰ। DSP ਨਾਲ ਬੰਨਿਆ ਤੁਹਾਨੂੰ?
ਪਤਾ ਨਹੀਂ ਕੱਪੜਾ ਇਹੀ ਚੁੰਨੀ ਸੀ, ਰੱਬ ਜਾਣਦਾ ਕੀ ਸੀ, ਬੰਨ ਲਿਆ ਉੱਥੇ। ਉਹ ਹਾਂ ਬਾਹਾਂ ਬੰਨ ਲੀਆਂ, ਪਿੱਛੇ ਕੜੇ ਲਾਹ ਤੇ, ਮੁੰਦੀਆਂ ਮੰਦੀਆਂ ਲਾਹਤੀਆਂ ਸਾਰੀਆਂ, ਕੰਨਾਂ ਚੋਂ ਨੱਤੀਆਂ ਵੀ ਲਾਹਤੀਆਂ, ਮਗਰ ਬੰਨ ਲਏ ਹੱਥ ਜਿਵੇਂ ਮਗਰ। ਹਾਂਜੀ ਮਗਰ ਬੰਨ ਤੇ, ਲੱਤਾਂ ਵੀ ਬੰਨਤੀਆਂ ਸੀ, ਪੈਰ ਵੀ ਬੰਨਤੇ ਸੀ। ਜਣੀ ਬੈਠਾ ਸੀ ਮੈਂ, ਮੈਨੂੰ ਆਏ ਸੀਗਾ ਚੱਲ ਯਾਰ 5-7 ਮਿੰਟ 2-4 ਥੱਪੜ ਮਾਰਨਗੇ ਹਟ ਜਾਣਗੇ, ਪਰ ਉਹ ਜਿਉਂ ਟਾਈਮ ਲੰਘੀ ਗਿਆ ਉਵੇਂ ਉਸੇ ਰਾਤ ਕੁੱਟਮਾਰ ਹੋਈ ਪਹਿਲੇ, ਉਹ ਸੇਮ ਨਾਈਟ, ਜਦੋਂ ਪੂਰੀ ਰਾਤ ਨਹੀਂ ਕਹਿ ਸਕਦੇ, 2 ਵਜੇ ਤੱਕ, 1-2 ਵਜੇ ਤੱਕ ਰਾਤ ਦੇ ਜਣੀ ਕੁੱਟ ਲੈਂਦੇ ਸੀ, ਫੇਰ ਚੱਲ ਜਾਂਦੇ ਸੀ, ਫਿਰ ਜਾਨੂੰ ਕੋਈ ਹੋਰ ਪੁਲਿਸ ਵਾਲਾ ਆ ਜਾਂਦਾ ਸੀ, ਔਰ ਰਾਜੀਵ ਕੁਮਾਰ ਸੀ ਜਿਵੇਂ, ਉਹ ਕਈ ਪੁਲਿਸ ਵਾਲੇ ਆਏ ਉੱਥੇ, ਘੱਟੋ ਘੱਟ ਨਹੀਂ 10-15 ਪੁਲਿਸ ਵਾਲੇ ਬੈਠੇ ਸੀ। ਹੁਣ ਜਿਨ੍ਹਾਂ ਨੇ ਨਹੀਂ ਕੁੱਟਿਆ ਮੈਂ ਐਵੇਂ ਕਹੀ ਜਾਵਾਂ, ਉਹਨਾਂ ਨੇ ਵੀ ਕੁੱਟਿਆ, ਉਹਨਾਂ ਨੇ ਵੀ, ਉਹ ਮੈਂ ਇਹੋ ਜਿਹਾ ਵੀ ਸੀ ਜਿਹਨੇ ਕਿਹਾ ਵੀ ਨਹੀਂ ਮੈਂ ਨਹੀਂ ਇਹ ਕੰਮ ਕਰਨਾ। ਉਹ ਤੁਹਾਨੂੰ ਦੱਸਿਆ ਉਹ ਮੁੰਡਾ ਸੀਗਾ, ਉਹ ਕੋਈ ਆਫੀਸ਼ੀਅਲ ਵੀ ਨਹੀਂ ਸੀਗਾ ਜਿਵੇਂ ਕਹਿ ਸਕਦੇ ਹਾਂ ਆਪਾਂ ਕਿ ਵੱਡੀ ਪੋਸਟ ਦਾ ਬੰਦਾ ਸੀ, ਉਹ ਇੱਕ ਮਾਮੂਲੀ ਜਿਹਾ ਬੰਦਾ ਸੀ ਕੋਈ ਉੱਥੇ ਥਾਣੇ 'ਚ, SHO ਦਾ ਰੀਡਰ ਖਨੀ ਗਨਮੈਨ ਸੀ, ਰੱਬ ਜਾਣਦਾ ਕੀ ਸੀਗਾ ਉਹ ਇੱਕ ਸਿੰਪਲ ਜਿਹਾ ਮੁੰਡਾ ਸੀਗਾ। ਉਹ ਕਹਿੰਦਾ ਜੀ ਮੈਂ ਨਹੀਂ ਕੁੱਟਣਾ। ਔਰ ਇਹ ਜਿਹੜੀ ਕੁੱਟਮਾਰ ਹੋਈ ਹੈ ਇਹ ਹੱਥਾਂ ਨਾਲ ਜਾਂ ਕੋਈ ਹੋਰ ਡੰਡੇ ਸੀਗੇ ਜੀ, ਔਰ ਪੁਲਿਸ ਵਾਲੇ ਜਿਹੜੇ ਹੁੰਦੇ ਆ ਜਿਹਦਾ ਜੀ ਕਰਦਾ ਜੀ ਆ ਕੇ ਢਾਹ ਲੈਂਦਾ, ਕੋਈ ਡੰਡਾ ਮਾਰਦਾ ਜੀ, ਕੋਈ ਥੱਪੜ ਮਾਰ ਦਿੰਦਾ ਸੀ, ਕੋਈ ਕੁਛ ਕਰਦਾ। ਉੱਥੇ 2 ਆਫੀਸਰ ਇਹੋ ਜਿਹੇ ਵੀ ਸੀ ਜਿਨ੍ਹਾਂ ਨੇ ਨਹੀਂ ਕੁਛ ਕਿਹਾ ਯਾਰ ਮੈਨੂੰ, ਮੈਂ ਐਵੇਂ ਨਹੀਂ ਕਹਿ ਸਕਦਾ, ਝੂਠ ਤਾਂ ਮੈਂ ਬੋਲਿਆ ਨਹੀਂ। ਜਿੱਦਣ ਤੋਂ ਮੈਂ ਇਹ ਚੀਜ਼ ਦਾ ਖੁਲਾਸਾ ਕੀਤਾ ਮੈਂ ਜਮਾ 1% ਵੀ ਝੂਠ ਨਹੀਂ ਬੋਲਿਆ। ਇਹੀ ਮੈਂ ਸਵਪਨ ਸਾਹਿਬ SSP ਕੋਲੇ ਜਾ, ਸਾਡੀ ਉਹ ਸੀਗੀ ਸੈੱਟ ਦੀ ਰਿਪੋਰਟ ਸੀ, ਮੈਂ ਕਿਹਾ ਜੀ ਜੋ ਮੈਂ ਕਹੂੰਗਾ ਜੀ ਮੈਂ ਸੱਚ ਬੋਲੂੰਗਾ, ਮੈਂ ਝੂਠ ਨਹੀਂ ਬੋਲੂੰਗਾ, ਕਿ ਮੈਂ ਨਾ ਝੂਠ ਬੋਲ ਕੇ ਕੁਛ ਪਾਉਣਾ ਚਾਹੁੰਦਾ, ਤੇ ਮੈਨੂੰ ਜੋ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਸੱਚ ਦੱਸ ਦੂੰ, ਮੈਨੂੰ ਇਨਸਾਫ ਦੇ ਦਿਓ। ਉਸ ਵੇਲੇ ਜ਼ਹਿਨ 'ਚ ਕੀ ਸੀਗਾ? ਕੁੱਟਮਾਰ ਕਰ ਰਹੇ ਸੀ ਤੁਸੀਂ, ਕੋਈ ਐਡੇ ਕ੍ਰਿਮੀਨਲ ਨਹੀਂ ਸੀਗੇ, ਕੁਛ ਕੀਤਾ ਨਹੀਂ ਸੀ ਇਹੋ ਜਿਹਾ? ਉਹੀ ਗੱਲ ਮੈਂ ਸੋਚ ਰਿਹਾ ਸੀ, ਮੈਂ ਕਿਹਾ ਯਾਰ ਕਿ ਸਾਲਾ ਕੁਛ ਕਰਿਆ ਵੀ ਨਹੀਂ ਹੈਗਾ। ਮੈਨੂੰ ਤਾਂ ਚਲੋ ਜਿਹੜਾ ਕੁੱਟਣਾ ਸੀ ਕੁੱਟਿਆ, ਜਿਹੜੇ ਮੇਰੇ ਨਾਲ ਮੁੰਡੇ ਉੱਥੇ ਫੈਨ ਸੀਗੇ ਮੇਰੇ, ਸਾਰੇ ਮੁੰਡੇ ਆਏ ਹੋਏ 15-20 ਜਣੇ, ਉਹ ਵੀ ਬੜੇ ਹੋਏ ਸੀ ਅੰਦਰ, ਮੈਨੂੰ ਦਿਖਾ ਕੁੱਟਦੇ ਸੀ। ਉਹਨੂੰ ਕਹਿੰਦੇ ਸੀ ਕਿਹੜਾ ਗਾਣਾ ਇਹਦਾ ਵਧੀਆ ਲੱਗਦਾ, ਪਹਿਲਾਂ ਤਾਂ ਉਹਨਾਂ ਤੋਂ ਗਾਣਾ ਸੁਣਦੇ ਸੀ, ਫਿਰ ਉਹਨਾਂ ਨੂੰ ਕੁੱਟਦੇ ਸੀ ਜਵਾਕਾਂ ਨੂੰ। ਉਹ ਕੋਈ 19 ਸਾਲਾਂ ਦਾ ਸੀ, ਕੋਈ 20 ਦਾ ਸੀ, ਸੀਨੀਅਰ ਮੁੰਡੇ ਵੀ ਸੀਗੇ ਵਿੱਚ 28-27-29 ਮੇਰੀ ਹਮ ਉਮਰ ਦੇ ਵੀ ਸੀਗੇ। ਉਹਨਾਂ ਨੂੰ ਵੀ ਸਾਰੀ ਰਾਤ ਉੱਥੇ ਹਵਾਲਾਤ 'ਚ ਮੇਰੇ ਨਾਲ ਰੱਖਿਆ, ਜਾਣੀ ਕਾਫੀ ਉੱਥੇ ਸਾਰਿਆਂ ਦੇ ਜਾਣੀ ਕੁੱਟ ਪਈ ਆ। ਕਈ ਉਹਨਾਂ 'ਚੋਂ ਮੁੰਡੇ ਆਏ ਵੀ ਬਿਆਨ ਦੇਣ ਕਿ ਹਾਂਜੀ ਅਸੀਂ ਬਿਆਨ ਦੇ ਦਿੰਦੇ, ਸਾਨੂੰ ਵੀ ਕੁੱਟਿਆ, ਪਰ ਜਦ ਮੇਰੀ ਨਹੀਂ, ਹਲੇ ਉਹ 2 ਸਾਲ ਲੰਘ ਗਏ, ਹੁਣ ਜਾ ਕੇ ਮਾੜਾ ਮੋਟਾ ਹੋਇਆ ਜਿਹੜਾ, ਉਹਨਾਂ ਦੀ ਤਾਂ ਚੱਲ ਕਿਹਨੇ ਸੁਣਨੀ ਸੀਗੀ। ਜਜ਼ਬਾਤੀ ਹੋਏ ਉਸ ਰਾਤ ਜਾਂ ਮਹਿਸੂਸ ਹੋਈ ਇਹ ਗੱਲ? ਉਦੋਂ ਤਾਂ ਨਹੀਂ ਹੋਇਆ ਐਵੇਂ ਤੁਹਾਨੂੰ ਕਹਾਂ, ਕਿਉਂਕਿ ਉਦੋਂ ਮਾਹੌਲ ਉੱਦਾਂ ਦਾ ਸੀਗਾ ਕਿ ਪਤਾ ਹੀ ਨਹੀਂ ਸੀ ਲੱਗਦਾ ਕਿ ਹੋ ਕੀ ਰਿਹਾ, ਕਿ ਚੱਲ ਕੀ ਰਿਹਾ। ਕੋਈ ਕੁਛ ਕਹਿ ਦਿੰਦਾ ਸੀ, ਕੋਈ ਕੁਛ ਕਹਿ ਦਿੰਦਾ ਸੀ, ਕੋਈ ਢਾਹ ਲੈਂਦਾ ਸੀਗਾ ਕਿ ਕੋਈ ਜਿੱਦਣ ਅਸਲ 'ਚ ਮੈਂ ਜੇਲ੍ਹ 'ਚ ਗਿਆ, ਕਿਉਂਕਿ ਮੇਰੇ ਬਰੂਜ਼ ਹੋ ਗਏ ਸੀ ਸਾਰੇ, ਸੁੰਨ ਹੋ ਗਿਆ ਸਰੀਰ ਸਾਰਾ ਹੀ, ਪੈਰਾਂ ਦੇ ਥੱਲੇ ਕੁੱਟੇ, ਟੂਹੀਆਂ ਕੁੱਟੀਆਂ, ਬਾਹਾਂ ਥੱਪੜ ਇੰਨੇ ਕੁ ਮਾਰੇ ਜੀ, ਉਹ ਸਾਰਾ ਕੁਛ ਬਰੂਜ਼ ਹੋਇਆ ਸੀ। ਪਰ ਜਿਉਂ ਟਾਈਮ ਟੱਪਦਾ ਗਿਆ, ਜਿਵੇਂ 5-7 ਦਿਨ ਲੰਘੇ, 10 ਦਿਨ ਲੰਘੇ, ਸਾਲੀਆਂ ਉਹ ਗੱਲਾਂ ਜੀਆਂ ਸੁੱਤੇ ਪਿਆਂ ਨੂੰ ਰਾਤ ਨੂੰ ਚੇਤੇ ਆਉਣ ਲੱਗ ਜਾਣੀਆਂ ਕਿ ਯਾਰ ਆਹ ਕੀ ਹੋ ਰਿਹਾ। ਹੁਣ ਐ ਮੈਂ ਤੁਹਾਨੂੰ ਝੂਠ ਬੋਲੀ ਜਾਵਾਂ ਕਿ ਯਾਰ ਪਹਿਲੇ ਦਿਨ ਹੀ ਮੈਂ ਤਾਂ ਨਮੋਸ਼ ਹੋ ਗਿਆ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ। ਉਹ ਅਸਲ 'ਚ ਉਹ ਟਾਈਮਿੰਗ ਪੀਰੀਅਡ ਸੀ ਜਿਹੜਾ ਜੇਲ੍ਹ ਵਾਲਾ ਸੀਗਾ, ਉਦੋਂ ਸਾਲਾ ਬੜਾ ਚੇਤੇ ਆਇਆ ਕਿ ਯਾਰ ਅਸੀਂ ਕਿਹੋ ਜਿਹੀ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ, ਸਾਡੀ ਇੱਜ਼ਤ ਕਿੰਨੀ ਹੈ ਪਿੰਡ ਦੇ ਵਿੱਚ, ਸਾਨੂੰ ਲੋਕ ਕਿਹੜੇ ਹਿਸਾਬ ਨਾਲ ਮਿਲਦੇ ਆ। ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਲਿਖਣ ਦਾ ਸ਼ੌਂਕ ਹੈ, ਸਾਡੇ ਕਵੀ ਦਰਬਾਰ ਲੱਗਦਾ ਸੀ, ਮੇਰੇ ਤਾਇਆ ਜੀ ਜਾਣੀ ਬਹੁਤ ਵੱਡੀ ਭੂਮਿਕਾ ਉਹਨਾਂ ਦੀ ਆ ਚੀਜ਼ਾਂ ਦੇ ਵਿੱਚ। ਸਾਡੇ ਪਿੰਡ ਵਾਲਿਆਂ ਨੂੰ ਤਾਂ ਪਤਾ, ਹੁਣ ਬਾਹਰ ਨਹੀਂ ਪਤਾ ਕਿਸੇ ਨੂੰ। ਸਾਡੇ ਲਹਿਰ ਚੱਲੀ ਸੀਗੀ, ਮੇਰੀ ਦਾਦੀ ਜੀ ਉਦੋਂ ਵੀ ਜੇਲ੍ਹ ਜਾ ਕੇ ਆਏ ਆ, ਆਜ਼ਾਦੀ ਦੀ ਲਹਿਰ ਦੇ ਵਿੱਚ, ਮੈਂ ਅੱਗੇ ਵੀ ਦੱਸਿਆ ਹੈ ਕਈ ਵਾਰੀ। ਉਦੋਂ ਜਦੋਂ ਮੈਨੂੰ ਇਹ ਗੱਲਾਂ ਚੇਤੇ ਆਈਆਂ, ਉਦੋਂ ਮੈਨੂੰ ਬੜਾ ਫੀਲ ਹੋ ਰਿਹਾ ਸੀਗਾ ਕਿ ਯਾਰ ਚਲੋ ਜਿਹੜਾ ਕੁੱਟਣਾ ਸੀ ਕੁੱਟਿਆ, ਇਟਸ ਓਕੇ, ਚੱਲ ਹਟ ਜਾਣਗੀਆਂ ਸੱਟਾਂ 10 ਦਿਨ 20 ਦਿਨ ਮਹੀਨਾ, ਪਰ ਜਿਹੜੀਆਂ ਉਹ ਨਾਲ ਦੀ ਨਾਲ ਕਹਿੰਦੇ ਜ਼ੁਬਾਨ 'ਚੋਂ ਨਿਕਲਿਆ ਅੱਖਰ ਵਾਪਸ ਨਹੀਂ ਜਾਂਦਾ, ਕਿ ਸੱਟ ਮਾਰੀ ਬੰਦਾ ਭੁੱਲ ਜਾਂਦਾ, ਬੋਲ ਨਹੀਂ ਭੁੱਲਦੇ। ਉਹ ਮੈਨੂੰ ਗੱਲਾਂ ਚੇਤੇ ਆਉਣੀਆਂ ਕਿ ਯਾਰ ਮੈਨੂੰ ਕਿਵੇਂ ਗਾਲਾਂ ਕੱਢੀਆਂ ਇਹਨਾਂ ਨੇ, ਮੇਰੀਆਂ ਮਾਵਾਂ ਨੂੰ ਭੈਣਾਂ ਨੂੰ ਗਲਤ ਬੋਲਿਆ, DSP ਕਿੱਦਾਂ ਦੀ ਵਰਡਿੰਗ ਯੂਜ਼ ਕਰਦਾ। DSP ਨੇ ਵੀ ਬੋਲਿਆ ਤੁਹਾਡੀ ਮਦਰ ਬਾਰੇ ਜਾਂ ਤੁਹਾਡੇ? ਬਹੁਤ ਬਕਵਾਸ ਕਰੀ ਉਹ ਬੰਦੇ ਨੇ, ਜਿਹੜੀ ਮੈਂ ਅਸਲ 'ਚ ਜਿਹੜਾ ਅੱਜ ਅਸੀਂ ਇੱਥੇ ਬੈਠੇ ਹਾਂ ਹੁਣ ਤੱਕ ਮੈਂ ਲੜ ਰਿਹਾ, ਉਹੀ ਚੀਜ਼ਾਂ ਨੇ। ਕੁੱਟਮਾਰ ਵੀ ਮੈਂ ਭੁੱਲ ਗਿਆ ਸੀ ਕਿ ਚੱਲ ਯਾਰ ਕੁੱਟਿਆ ਕਰਿਆ, ਖਾਧੀ ਗੜੀ ਯਾਰ, ਕੁੱਟਿਆ ਕੁਛ ਨਹੀਂ ਹੁੰਦਾ। ਬਟ ਇਹ ਮੈਨੂੰ ਕਹਿੰਦੇ ਹੁੰਦੇ ਸੀਗੇ ਯਾਰ ਤੂੰ ਇੰਨਾ ਅਪਸੈਟ ਕਿਉਂ ਰਹਿਣਾ। ਮੈਂ ਕਿਹਾ ਯਾਰ ਚਿੰਟੂ ਕਿਸੇ ਤੋਂ ਮਾੜੀ ਮੋਟੀ ਗਾਲ ਨਹੀਂ ਸੁਣਦੇ, ਜਿਵੇਂ ਉਹ ਇਹ ਨਹੀਂ ਕਹਾਉਂਦੇ ਆਪਾਂ, ਇਹ ਨਹੀਂ ਯਾਰ ਆਪਾਂ ਨੂੰ ਗਾਲਾਂ ਕੱਢੀਆਂ, ਕੀ ਇਹਨੇ ਕਿਹਾ ਆਪਣੇ ਮਾਂ ਪਿਓਆਂ ਨੂੰ, ਮੇਰੀਆਂ ਭੈਣਾਂ ਨੂੰ ਗਲਤ ਬੋਲਿਆ। ਉੱਥੇ ਇੱਕ ਕੁੜੀ ਆਈ ਹੋਈ ਸੀ ਫੈਨ, ਉਹਨੂੰ ਇਹ ਇੰਨਾ ਕੁ ਗਲਤ ਬੋਲਿਆ, DSP ਇੰਨੀ ਕੁ ਗੰਦੀ ਲੈਂਗੁਏਜ ਯੂਜ਼ ਕਰੀ ਇਹਨੇ। ਯਾਰ ਮੈਂ ਹੈਰਾਨ ਰਹਿ ਗਿਆ ਕਿ ਯਾਰ ਤੂੰ ਕਿਹੜੀ ਪੋਸਟ 'ਤੇ ਆ, ਸੀਨੀਅਰ ਆਫਿਸਰ ਆ ਯਾਰ ਤੂੰ, ਕਿ ਇੱਕ ਤੂੰ ਨੋਰਮਲ ਬੰਦੇ ਤੋਂ ਇਹ ਚੀਜ਼ ਐਕਸਪੈਕਟ ਕਰ ਸਕਦੇ ਹਾਂ ਆਪਾਂ। ਕਿ ਇਹ ਕਈ ਵਾਰੀ ਇਹ ਹੁੰਦਾ ਤੁਸੀਂ ਪਬਲਿਕ ਫਿਗਰ ਹੋ, ਬੰਦਾ
ਨੱਪ ਲੈਂਦਾ ਹੈ ਗੱਲ ਨੂੰ ਕਿ ਯਾਰ ਗੱਲ ਬਾਹਰ ਨਾ ਜਾਵੇ, ਇੱਕ ਤੁਹਾਡੀ ਆਪਣੀ ਇੱਕ ਲਾਈਫ ਹੈ, ਤੁਹਾਡਾ ਇੱਕ ਇੰਡਸਟਰੀ ਦੇ ਵਿੱਚ ਨਾਂ ਹੈ, ਤਾਂ ਬੰਦਾ ਸੋਚਦਾ ਵੀ ਯਾਰ ਚੁੱਪ ਹੋ ਜਾਈਏ। ਤੁਹਾਨੂੰ ਕਿਹੜੀ ਗੱਲ ਸੀ ਜਿਹਦੇ ਕਰਕੇ ਤੁਸੀਂ ਸੋਚਿਆ ਕਿ ਨਹੀਂ ਮੈਂ ਇਹ ਗੱਲ ਆ ਕੇ ਦੱਸਣੀ ਹੈ ਤੇ ਮੈਂ ਇਨਸਾਫ ਲੈਣਾ? ਵੀਰੇ ਮੈਂ ਇਹ ਕੋਈ ਮੈਂ ਮਿੱਥ ਨਹੀਂ ਸੀ ਲਿਆ ਕਿ ਮੈਂ ਇੱਦਾਂ ਹੀ ਕਰਨਾ। ਇਹ ਜਿਉਂ-ਜਿਉਂ ਟਾਈਮ ਲੰਘਦਾ ਗਿਆ, ਜਿਉਂ-ਜਿਉਂ ਵਕਤ ਬੀਤਦਾ ਗਿਆ, ਸਾਲੀਆਂ ਜ਼ਹਿਨ 'ਚ ਉਹ ਗੱਲਾਂ ਆਈ ਜਾਣੀਆਂ ਬਾਰ-ਬਾਰ ਕਿ ਨਹੀਂ ਯਾਰ ਇਹਦਾ ਕੋਈ ਹੱਲ ਤਾਂ ਕਰਨਾ ਹੀ ਕਰਨਾ। ਫਿਰ ਜਦੋਂ ਮੈਂ ਇਹ ਸਟੈਪ ਚੱਕਿਆ, ਮੈਨੂੰ ਕੋਰਟਾਂ ਦੇ ਵਿੱਚ ਲੋਕ ਮਿਲਦੇ ਹੁੰਦੇ ਆ, ਭਾਜੀ ਹੁਣੀ ਗਵਾਹ ਨੇ, ਉਹ ਕਹਿੰਦੇ ਹੁੰਦੇ ਸੀ ਯਾਰ ਮੈਨੂੰ ਬਹੁਤ ਕੁੱਟਿਆ ਕਿ ਸਾਡੀ ਹਿੰਮਤ ਨਹੀਂ ਪਈ ਕਿ ਤੈਂ ਸਵਾਦ ਲਿਆ ਤਾ ਯਾਰ ਆਹ ਕੰਮ ਕਰਕੇ। ਇੱਕ ਜਾਣੇ ਨੇ ਨਹੀਂ, ਇੱਕ ਘੱਟੋ ਘੱਟ ਨਹੀਂ ਮੈਨੂੰ ਹਜ਼ਾਰਾਂ 'ਚ ਲੋਕਾਂ ਨੇ ਕਿਹਾ ਹੋਣਾ ਕਿ ਯਾਰ ਜਿਹੜਾ ਤੈਂ ਸਟੈਪ ਚੱਕਿਆ ਕਿ ਇਹ ਬਹੁਤ ਵਧੀਆ ਸਟੈਪ ਚੱਕਿਆ। ਉਹ ਲੋਕਾਂ ਦੀ ਐਨਕਰੇਜਮੈਂਟ ਲਾ ਲਓ, ਕੁਛ ਲਾ ਲਓ, ਐਮਪਾਵਰਮੈਂਟ ਇੰਨੀ ਕੁ ਹੋਊਗੀ ਕਿ ਯਾਰ ਮੈਂ ਕਿਤੇ ਪਹਿਲਾਂ ਮੈਂ ਸੋਚਦਾ ਸੀ ਗਲਤ ਕੰਮ ਤਾਂ ਨਹੀਂ ਕਰ ਰਿਹਾ ਕੋਈ। ਫਿਰ ਜਦੋਂ ਇਹੋ ਜਿਹੇ ਮੈਨੂੰ ਰਿਵਿਊਜ਼ ਮਿਲਣ ਲੱਗ ਗਏ, ਇੱਕ ਅੰਦਰ ਪਾਵਰ ਜੀ ਆ ਗਈ ਕਿ ਯਾਰ ਮੈਂ ਗਲਤ ਨਹੀਂ ਕਰ ਰਿਹਾ ਯਾਰ ਕੁਛ, ਮੈਂ ਬਹੁਤ ਵਧੀਆ ਕੰਮ ਕਰਦਾ, ਮੈਨੂੰ ਕੰਟੀਨਿਊ ਰੱਖਣਾ ਚਾਹੀਦਾ। ਫਿਰ ਅਸੀਂ ਡੀਜੀਪੀ ਆਫਿਸ ਗਏ, ਉੱਥੇ ਸਾਨੂੰ ਪਤਾ ਨਹੀਂ ਕਿੰਨੇ ਕੁ ਪੁਲਿਸ ਵਾਲਿਆਂ ਨੇ ਮੇਰੇ ਨਾਲ ਫੋਟੋ ਖਿਚਾਈ। ਉਹ ਕਹਿੰਦੇ ਯਾਰ ਹਰੇਕ ਪੁਲਿਸ ਵਾਲਾ ਮਾੜਾ ਨਹੀਂ ਹੁੰਦਾ, ਕਈ ਹੁੰਦੇ ਨੇ ਪਰ ਹਰੇਕ ਪੁਲਿਸ ਵਾਲਾ ਮਾੜਾ ਨਹੀਂ ਹੁੰਦਾ ਯਾਰ, ਅਸੀਂ ਤੇਰੇ ਫੈਨ ਆ ਕਿ ਸਾਡੇ ਨਾਲ ਫੋਟੋ ਖਿਚਾ। ਪਰ ਮੈਂ ਤੁਹਾਨੂੰ ਕਹਾਂ ਉਦਣ ਤੋਂ ਬਾਅਦ ਮੈਨੂੰ ਪੁਲਿਸ ਲਫ਼ਜ਼ ਤੋਂ ਹੀ ਐਂ ਹੋ ਗਿਆ ਕਿ ਯਾਰ ਨਫ਼ਰਤ ਹੋ ਗਈ। ਨਫ਼ਰਤ ਨਹੀਂ ਕਹਿ ਸਕਦੇ ਕਿ ਉੱਦਾਂ ਹੀ ਲਾ ਦਿੰਦਾ ਕਿ ਯਾਰ ਘਟੀਆ ਜਿਹੇ ਬੰਦੇ ਨੇ ਯਾਰ, ਜਿਨ੍ਹਾਂ ਨੂੰ ਬੋਲਣ ਦੀ ਅਕਲ ਨਹੀਂ ਹੈਗੀ। ਤੁਸੀਂ ਕਿੱਦਾਂ ਬੋਲਣਾ ਕਿਸੇ ਨੂੰ ਯਾਰ? ਇੱਥੇ ਲੋਕ ਅੱਖਾਂ ਕੱਢਣ ਪਿੱਛੇ ਲੜ ਪੈਂਦੇ ਨੇ, ਯਾਰ ਤੁਸੀਂ ਮੈਨੂੰ ਗਾਲਾਂ ਕੱਢ ਰਹੇ ਹੋ ਮਾਵਾਂ ਭੈਣਾਂ ਦੀਆਂ, ਕਿ ਮੈਨੂੰ ਹੋਰ ਹੀ ਲੱਗਣ ਲੱਗ ਗਏ ਯਾਰ ਪੁਲਿਸ ਵਾਲੇ ਕਿ ਯਾਰ ਇਹ ਉੱਦਾਂ ਦੇ ਯਾਰ ਹੋਰ ਹੀ ਨੇ ਬੰਦੇ। ਹੁਣ ਕਈ ਮੈਨੂੰ ਰਾਹ 'ਚ ਮਿਲਦੇ ਆ, ਅਸੀਂ ਸਾਰੇ ਇੰਡੀਆ ਤੁਰਦੇ ਫਿਰਦੇ ਹਾਂ, ਬਹੁਤ ਪੁਲਿਸ ਵਾਲੇ ਮਿਲਦੇ ਆ, ਨਾਕੇ ਲੱਗੇ ਹੁੰਦੇ ਯਾਰ, ਹੱਸ ਕੇ ਮਿਲਦੇ ਨੇ। ਫਿਰ ਅਸੀਂ ਗੱਲ ਕਰਦੇ ਹਾਂ ਯਾਰ ਇਹ ਵੀ ਉਹੀ ਬੰਦੇ ਨੇ, ਇਹਨਾਂ ਦੇ ਵੀ ਯਾਰ ਉਹੀ ਵਰਦੀ ਪਾਈ ਹੋਈ ਆ, ਇਹ ਯਾਰ ਬੰਦੇ ਆਪਾਂ ਨੂੰ ਕਿਵੇਂ ਮਿਲੇ, ਉਹ ਕਿੱਦਾਂ ਦਾ ਸੀਗਾ? ਜਾਣੀ ਕਦੇ ਪੁਲਿਸ ਨਾਲ ਬਾਹ ਨਹੀਂ ਪਿਆ ਇੱਦਾਂ। ਸਾਡੇ ਹੁਣ ਸ਼ਹਿਰ 'ਚ ਪੁਲਿਸ ਵਾਲੇ ਨੇ, ਅਸੀਂ ਮਿਲਦੇ ਕਰਦੇ ਹਾਂ, ਨਾਕੇ ਲੱਗੇ ਹੁੰਦੇ ਨੇ, ਦੋਸਤ ਵੀ ਹੋਣਗੇ ਕਈ ਬਹੁਤ ਨੇ ਯਾਰ। ਇੱਦਾਂ ਐਕਸਪੈਕਟ ਨਹੀਂ ਸੀ ਕਰਿਆ ਕਿ ਯਾਰ ਇੱਦਾਂ ਦੀ ਪੁਲਿਸ ਵੀ ਹੁੰਦੀ ਆ ਕਿ ਕੁੱਟਿਆ ਯਾਰ ਠੀਕ ਆ, ਇਟਸ ਓਕੇ, ਕਿ ਐਟਲੀਸਟ ਇੱਕ ਬੋਲਣ ਦਾ ਤਰੀਕਾ ਤਾਂ ਹੁੰਦਾ ਨਾ ਯਾਰ। ਕੀ ਘੁੰਮਣ ਸਾਹਿਬ ਤੁਹਾਡੇ ਵੱਲ ਆਉਣਾ ਚਾਹੁੰਦਾ, ਮੈਨੂੰ ਇਹ ਦੱਸੋ ਕਿ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਤੋਂ ਮੈਂ ਸ਼ੁਰੂਆਤ ਕੀਤੀ ਸੀ, ਇਹ ਕਿੰਨੀ ਵੱਡੀ ਉਲੰਘਣਾ ਹੈ ਕਿ ਕਿਸੇ ਨੂੰ, ਜਿਵੇਂ ਇਹਨਾਂ ਨੇ ਕਿਹਾ ਕਿ ਬੰਨਣਾ, ਮੈਂ ਉਹ ਇੱਕ ਪੁਆਇੰਟ ਟੂ ਪੁਆਇੰਟ ਮੈਨੂੰ ਐਕਸਪਲੇਨ ਕਰਿਆ ਜੇ। ਜਿਵੇਂ ਕਿ ਇਹਨਾਂ ਨੇ ਕਿਹਾ ਬੰਨਣਾ, ਕੀ ਇਹ ਬੰਨਣ ਦਾ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈਗਾ ਕਿ ਇਸ ਤਰ੍ਹਾਂ ਕਿਸੇ ਨੂੰ ਲਿਆ ਕੇ ਬੰਨ ਕੇ ਫਿਰ ਕੁੱਟਮਾਰ ਹੋਵੇ ਉਹਦੀ? ਮੈਂ ਮੱਕੜ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਡੀ.ਕੇ. ਬਾਸੂ ਦੀਆਂ ਜਿਹੜੀਆਂ ਗਾਈਡਲਾਈਨਸ ਨੇ, ਸਾਡੀਆਂ ਆਨਰੇਬਲ ਸੁਪਰੀਮ ਕੋਰਟਸ ਨੇ, ਉਹਨਾਂ ਨੇ ਫਿੱਟ ਕਰਤੀਆਂ ਕਿ ਜੇਕਰ ਤੁਸੀਂ ਕਿਸੇ ਵੀ ਬੰਦੇ ਨੂੰ, ਜਿਵੇਂ ਆਪਾਂ ਬਾਈ ਵਾਂਗਟ ਬੈਠੇ ਨੇ ਇਹਨਾਂ ਦੀ ਗੱਲ ਕਰ ਲਈਏ, ਦੇਖੋ ਇਹ ਨਾ ਤਾਂ ਕੋਈ ਕ੍ਰਿਮੀਨਲ ਸ਼ੀਟਰ ਸੀਗੇ, ਨਾ ਕੋਈ ਹਾਰਡ ਕੋਰ ਕ੍ਰਿਮੀਨਲ ਸੀ। ਇਹਨਾਂ ਦੇ ਨਾਲ, ਔਰ ਇੱਕ ਚੀਜ਼ ਮੈਂ ਇੱਥੇ ਦੱਸਣੀ ਚਾਹੁੰਦਾ ਕਿ 10 ਤੋਂ 11 ਸਤੰਬਰ ਦੀ ਜਿਹੜੀ ਇੰਟਰਵੈਂਸ਼ਨ ਨਾਈਟ ਹੈ, ਉਹਦੇ 'ਚ ਤਾਂ ਇਹਨਾਂ ਦੇ ਕੋਲ ਪੁਲਿਸ ਰਿਮਾਂਡ ਵੀ ਨਹੀਂ ਸੀ। ਅੱਛਾ। ਵਿਦਾਊਟ ਟੇਕਿੰਗ ਪੁਲਿਸ ਰਿਮਾਂਡ ਫਰੋਮ ਐਨੀ ਕੰਪੀਟੈਂਟ ਕੋਰਟ ਆਫ ਲਾਅ, ਜੇਕਰ ਤੁਸੀਂ ਇਹ 3rd ਡਿਗਰੀ ਟਾਰਚਰ ਇਹਨਾਂ ਦੇ ਨਾਲ, ਬਰੂਟੈਲਿਟੀ ਜੇਕਰ ਕੀਤੀ ਜਾਂਦੀ ਹੈ, ਤਾਂ ਇਸ ਤੋਂ ਉੱਪਰ ਮੈਂ ਸਮਝਦਾ ਵੀ ਇਟਸ ਅ ਬਲੰਡਰ ਮਿਸਟੇਕ ਔਨ ਦੀ ਪਾਰਟ ਆਫ ਦੀ ਗਸਟਡ ਆਫੀਸਰਸ, ਜਿਨ੍ਹਾਂ ਵਿੱਚ ਡੀਐਸਪੀ ਖੁਦ ਵਿੱਚ ਉਹਦਾ ਜਿਹੜਾ ਹੈੱਡ ਕਰ ਰਿਹਾ ਸੀ। ਤਾਂ ਇਸ ਤੋਂ ਬਾਅਦ ਹੁੰਦਾ ਕੀ ਹੈ ਲੀਗਲੀ? ਇੱਕ ਇੱਕ ਕਰਕੇ ਤੁਸੀਂ ਸਾਰਾ ਸਾਨੂੰ ਪੁਆਇੰਟ ਸਮਝਾਓ, ਦਰਸ਼ਕ ਸੁਣ ਰਹੇ ਹੈ। ਬਹੁਤ ਸਾਰੇ ਦਰਸ਼ਕਾਂ ਨੂੰ ਰੀਕਾਲ ਕਰਾਉਣਾ ਵੀ ਲਾਜ਼ਮੀ ਹੁੰਦਾ ਕਿ ਕਿਵੇਂ ਕਿਵੇਂ ਕੇਸ ਅੱਗੇ ਵਧਿਆ ਹੈ। ਉਸ ਤੋਂ ਬਾਅਦ ਤੁਸੀਂ ਜਦੋਂ ਕੇਸ ਲੜਦੇ ਹੋ, SIT ਤੋਂ ਮੈਂ ਸ਼ੁਰੂਆਤ ਕਰਦਾ, SIT ਬਣਦੀ, ਉਹਦੀਆਂ ਫਾਈਂਡਿੰਗਸ ਕੀ ਆਉਂਦੀਆਂ? ਮੈਂ ਦੱਸਦਾ ਜੀ ਤੁਹਾਨੂੰ। ਹੁੰਦਾ ਕੀ ਇਹ 11 ਸਤੰਬਰ ਨੂੰ ਪੁਲਿਸ ਰਿਮਾਂਡ, 14 ਤਰੀਕ ਨੂੰ ਮੈਂ ਤੇ ਬ੍ਰਦਰ ਫਿਰ ਜਦੋਂ ਇਸ ਕੇਸ 'ਚ ਅਪੀਅਰ ਹੁੰਦੇ ਆ, ਤਾਂ 14 ਤਰੀਕ ਨੂੰ ਅਸੀਂ ਜਿਹੜੇ ਸਾਡੇ ਮਾਣਯੋਗ ਜੱਜ ਸਾਹਿਬ ਸੀਗੇ, ਉੱਥੇ ਜਾ ਕੇ ਅਸੀਂ ਇੱਕ ਐਪਲੀਕੇਸ਼ਨ ਲਾਉਂਦੇ ਆ ਕਿ ਇਹਨਾਂ ਦਾ ਥਾਰੋਲੀ ਮੈਡੀਕਲ ਚੈੱਕਅਪ ਕੀਤਾ ਜਾਵੇ। ਮੱਕੜ ਸਾਹਿਬ ਹੈਰਾਨੀਜਨਕ ਕੰਮ ਕੀ ਕਿ ਜੱਜ ਸਾਹਿਬ ਕਹਿ ਰਹੇ ਨੇ ਕਿ ਇਹਨਾਂ ਨੂੰ ਲੌਕਅਪ 'ਚ ਨਾ ਛੱਡ ਕੇ ਆਇਓ, ਕਿਉਂਕਿ ਉਸ ਦਿਨ ਉਹਨਾਂ ਨੇ ਜੁਡੀਸ਼ੀਅਲ ਕਰਤਾ ਸੀ। ਤਾਂ ਇੱਕ ਮੇਰੇ ਖਿਆਲ 'ਚ 5 ਤੋਂ 10 ਮਿੰਟ ਦੇ ਵਿੱਚ ਨੈਬ ਕੋਰਟ ਫੋਨ ਕਰ ਰਹੇ ਨੇ ਵੀ ਇਹਨਾਂ ਨੂੰ ਵਾਪਸ ਲਿਆਓ, ਇਹਨਾਂ ਦਾ ਮੈਡੀਕਲ ਕਰਵਾਉਣਾ ਹੈ। 5 ਤੋਂ 10 ਮਿੰਟ ਦੇ ਵਿੱਚ ਜਿੰਨੇ ਪੁਲਿਸ ਮੁਲਾਜ਼ਮ ਇਹਨਾਂ ਨੂੰ ਛੱਡਣ ਜਾ ਰਹੇ ਸੀ, ਉਹਨਾਂ ਨੇ ਸਾਰਿਆਂ ਨੇ ਫੋਨ ਸਵਿਚ ਆਫ ਕਰਤੇ। ਅੱਛਾ। ਸਿਰਫ ਮਸਲਾ ਕੀ ਸੀ ਵੀ ਆਨੇ ਬਹਾਨੇ ਕਿਸੇ ਤਰੀਕੇ ਇਹਨਾਂ ਨੂੰ ਆਪਾਂ ਰੋਪੜ ਜੇਲ੍ਹ ਦੇ ਵਿੱਚ ਕਰ ਰਹੇ। ਉਸ ਤੋਂ ਬਾਅਦ ਸਾਡੀ ਐਪਲੀਕੇਸ਼ਨ ਮਾਨਜੋ ਕੋਰਟ ਨੇ ਅਲਾਉ ਕੀਤੀ, ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਗਏ, ਔਰ ਉਹਦੇ 'ਚ ਲਗਭਗ 16 ਸੀਰੀਅਸ ਇੰਜਰੀਜ਼ ਹੁੰਦੀਆਂ ਨੇ। ਤੁਹਾਨੂੰ ਕਦੋਂ ਅਹਿਸਾਸ ਹੁੰਦਾ ਹੈ? ਮੈਂ ਤੁਹਾਡੇ ਵੱਲ ਆ ਰਿਹਾ, ਤੁਹਾਨੂੰ ਅਹਿਸਾਸ ਕਦੋਂ ਹੋਇਆ ਜਾਂ ਇਹਨਾਂ ਨੇ ਦੱਸਿਆ ਕਦੋਂ ਕਿ ਇਸ ਤਰ੍ਹਾਂ ਬਰੂਟੈਲਿਟੀ ਹੋਈ ਹੈ? ਮੈਂ ਦੱਸਦਾ ਮੱਕੜ ਸਾਹਿਬ, ਜਦੋਂ ਅਸੀਂ 13 ਤਰੀਕ ਨੂੰ ਇਹਨਾਂ ਕੋਲ ਥਾਣੇ ਪਹੁੰਚਦੇ ਹਾਂ, 13 ਤਰੀਕ ਨੂੰ ਜਦੋਂ ਐਲੀ ਉੱਠ ਕੇ ਸਾਡੇ ਵੱਲ ਆਉਂਦਾ ਹੈ,
SHO ਬੈਠਾ ਸੀ। ਮੈਨੂੰ ਲੱਗਦਾ ਵੀ SHO ਬਾਅਦ ਤਾਂ ਸ਼ਾਇਦ ਪਛਤਾਉਂਦਾ ਹੀ ਹੋਣਾ ਵੀ ਵਕੀਲਾਂ ਨੂੰ ਕਿਉਂ ਮਿਲਾਤਾ। ਇਹਦੇ ਕੋਲ ਸਰ ਤੁਰ ਕੇ ਕੁਰਸੀ ਤੇ ਬੈਠਾ ਨਹੀਂ ਸੀ ਜਾ ਰਿਹਾ। ਅੱਛਾ, ਜੋ ਇਹਨਾਂ ਦਾ ਹਾਲ ਸੀ। ਫਿਰ ਅਸੀਂ ਕੀ ਕੀਤਾ, ਮੈਂ ਬ੍ਰਦਰ ਨੂੰ ਕਿਹਾ, ਮੈਂ ਕਿਹਾ ਯਾਰ ਇਹ ਤਾਂ ਲੱਗਦਾ ਵੀ ਇਹ ਤਾਂ ਸ਼ਿਕਾਰ ਹੋ ਗਿਆ 3rd ਡਿਗਰੀ ਦਾ, ਮੇਰੇ ਕੋਲ ਤਾਂ ਤੁਰਿਆ ਵੀ ਨਹੀਂ ਜਾ ਰਿਹਾ। ਤਾਂ ਅਸੀਂ ਨਾਲ ਦੀ ਨਾਲ ਹੀ 14 ਤਰੀਕ ਨੂੰ ਐਪਲੀਕੇਸ਼ਨ ਇਹਨਾਂ ਦੀ ਜਿਹੜੀ ਮੈਡੀਕਲ ਦੀ ਆਪਾਂ ਬੋਰਡ ਕਨਸਟੀਟਿਊਟ ਕਰਾਉਣ ਲਈ ਫਾਈਲ ਕਰਤੀ। ਉਸ ਤੋਂ ਬਾਅਦ ਕੀ ਹੁੰਦਾ ਜੀ, ਕੋਰਟ ਨੇ ਐਕਸੈਪਟ ਕੀਤੀ ਸਰ। ਪ੍ਰੋਡਕਸ਼ਨ ਅਗਲੇ ਦਿਨ ਪ੍ਰੋਡਕਸ਼ਨ ਵਾਰੰਟ ਲੈ ਕੇ ਇਹਨਾਂ ਨੂੰ ਹਸਪੀਟਲ ਲੈ ਕੇ ਆਉਂਦੇ ਨੇ। ਉੱਥੇ MLR ਦੇ ਵਿੱਚ 7 ਇੰਜਰੀਜ਼ ਜਿਹੜੀਆਂ ਨੇ ਉਹ ਬਲੰਟ ਤੇ ਕਲੀਅਰ ਕੱਟ 7 ਇੰਜਰੀਜ਼ ਆ ਗਈਆਂ। ਉਸ ਤੋਂ ਬਾਅਦ ਸਰ 18-19 ਤਰੀਕ ਨੂੰ ਅਸੀਂ ਜੇਲ੍ਹ ਤੋਂ ਰਿਹਾ ਕਰਾਉਂਦੇ ਹਾਂ। ਫਿਰ ਸਰ 20 ਤਰੀਕ ਨੂੰ ਅਸੀਂ DGP ਪੰਜਾਬ ਨੂੰ ਮਿਲੇ ਕਿ ਸਿੱਟ ਕਨਸਟੀਟਿਊਟ ਕਰੋ, ਇਹਦੀ ਕੰਪਲੇਂਟ ਲਓ ਔਰ ਇਹਦੇ ਤੇ ਪ੍ਰੋਪਰਲੀ ਕਾਰਵਾਈ ਕੀਤੀ ਜਾਵੇ ਐਰਿੰਗ ਪੁਲਿਸ ਆਫੀਸਰਸ ਦੇ ਖਿਲਾਫ। ਸਰ ਸਿੱਟ ਕਨਸਟੀਟਿਊਟ ਹੁੰਦੀ ਹੈ ਜੀ। ਅਮਿਤ ਪ੍ਰਸਾਦ IG, SSP ਸੋਪਨ ਸ਼ਰਮਾ, ਇੱਕ IPS ਰਵੀ ਕੁਮਾਰ ਨੂੰ ਟੀਮ 'ਚ ਰੱਖਿਆ ਗਿਆ। ਅਨਅਫੀਸ਼ੀਅਲ ਉਹਨਾਂ ਨੇ ਸਾਨੂੰ ਵੀ ਕਹਿਤਾ ਕਿ ਸਰ ਤੁਹਾਨੂੰ ਵੀ ਅਸੀਂ ਵਿੱਚ ਤੁਹਾਨੂੰ ਪੂਰਾ ਸੈਟੀਸਫਾਈ ਕਰਾਂਗੇ। ਅਨਅਫੀਸ਼ੀਅਲ ਸਰ ਸਿੱਟ ਦੇ ਵਿੱਚ ਮਹੀਨਾ 1.5 ਮਹੀਨਾ ਮੈਂ ਪੂਰਾ ਅਸੀਂ ਬਲੀਵ ਕੀਤਾ। ਮੈਂ ਕਿਹਾ ਯਾਰ ਪੁਲਿਸ ਆਪਾਂ ਕੋਰਟ 'ਚ ਨਹੀਂ ਜਾਣਾ, ਹਾਈ ਕੋਰਟ, ਆਪਾਂ ਪਹਿਲਾਂ ਪੂਰਾ ਇਹਨਾਂ ਨੂੰ ਕੋਆਪਰੇਟ ਕਰੋ ਜੀ। ਸਰ ਮਹੀਨਾ 1.5 ਮਹੀਨਾ ਮੱਕੜ ਸਾਹਿਬ ਅਸੀਂ ਕੋਆਪਰੇਟ ਕਰਦੇ ਹਾਂ। ਉਸ ਤੋਂ ਬਾਅਦ ਕੀ ਹੁੰਦਾ ਹੈ ਵੀ ਐਲੀ ਕਿਤੇ ਨਾ ਕਿਤੇ ਆ ਕੇ ਡਿਸਪੁਆਇੰਟ ਵੀ ਹੁੰਦਾ ਸੀ। ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਮੱਕੜ ਸਾਹਿਬ ਹੋਰ ਦੱਸੂੰਗਾ, ਖਾਲੜਾ ਸਾਹਿਬ ਦੀ ਤੁਸੀਂ ਗੱਲ ਕੀਤੀ, ਇੱਕ ਵਕੀਲ ਜਿਹੜਾ ਹੈ ਇਸ ਦੇਸ਼ ਦਾ, ਜਦੋਂ ਸਰ ਅਸੀਂ LLB ਕਰਕੇ ਆਉਂਦੇ ਹਾਂ ਸਾਨੂੰ ਹਰ ਇੱਕ ਬੰਦੇ ਨੂੰ ਹੁੰਦਾ ਹੈ ਵੀ ਯਾਰ ਜਸਟਿਸ ਕਰਾਵਾਂਗੇ, ਚੰਗਾ ਕੰਮ ਕਰਾਂਗੇ, ਸੱਚ ਨਾਲ ਖੜਾਂਗੇ, ਸਾਨੂੰ ਸਿਖਾਇਆ ਜਾਂਦਾ ਹੈ। ਸਰ ਇੱਕ ਵਕੀਲ ਦਾ ਪਹਿਲਾਂ ਤਾਂ ਇਸ ਕੇਸਾਂ ਦੇ ਵਿੱਚ ਖੜਨਾ, ਸਰ ਫੈਮਿਲੀ ਵੀ ਕਿਤੇ ਨਾ ਕਿਤੇ ਕਹਿੰਦੀ ਹੈ ਬੱਚਿਆਂ ਵਾਲੇ ਆ ਕਿ ਯਾਰ ਰਿਸਕ ਨਾ ਲਓ। ਖਾਲੜਾ ਸਾਹਿਬ ਦੀ ਉਦਾਹਰਨ ਤੁਹਾਡੇ ਕੋਲ ਹੈ, ਪਰ ਫਿਰ ਵੀ ਇੱਕ ਡੇਅਰ ਕਰਨਾ। ਦੇਖੋ ਵਕੀਲ ਤਾਂ ਸਾਡੇ ਬੜੇ ਜੌਬ ਕਰਦੇ ਨੇ, ਮੈਂ ਇਹ ਨਹੀਂ ਕਹਿੰਦਾ ਵੀ ਕੋਈ ਘੱਟ ਕਰਦਾ, ਪਰ ਇੱਕ ਡੇਅਰ ਕਰਨਾ ਇਹੋ ਜਿਹੇ ਕੇਸ 'ਚ ਆਉਣਾ। ਤੇ ਕੀ ਪ੍ਰੈਸ਼ਰਾਈਜ਼ ਹੋ ਰਹੇ ਸੀ ਤੁਸੀਂ ਜਾਂ ਕੋਈ ਸਟੇਟ ਵੱਲੋਂ ਪ੍ਰੈਸ਼ਰ ਆ ਰਿਹਾ ਸੀਗਾ ਕਿ ਪੁਲਿਸ ਦੇ ਖਿਲਾਫ ਨਾ ਜਾਓ? ਨਹੀਂ, ਮੈਂ ਤੁਹਾਨੂੰ ਦੱਸਦਾ ਜੀ, ਇਹਦੇ ਸਭ ਤੋਂ ਪਹਿਲਾਂ ਜਿਹੜਾ ਪ੍ਰੈਸ਼ਰ ਆਉਂਦਾ ਉਹ ਫੈਮਿਲੀ ਦਾ ਆਉਂਦਾ ਹੈ। ਉਹ ਕੀ ਹੁੰਦਾ ਹੈ ਕਿ ਯਾਰ ਐਡੇ ਵੱਡੇ ਕੇਸਿਸ ਦੇ ਵਿੱਚ ਤੁਸੀਂ ਦੇਖ ਕੇ ਚੱਲੋ, ਕੱਲ ਨੂੰ ਪੁਲਿਸ ਹੈ ਦੂਜੇ ਪਾਸੇ, ਤੁਹਾਨੂੰ ਕੱਲ ਨੂੰ ਅਨਨੈਸੈਸਰੀ ਹਰਾਸ ਨਾ ਕਰਨ ਜਾਂ ਕੁਛ ਹੋਰ ਨਾ ਕਰਨ। ਚਲੋ ਮੱਕੜ ਸਾਹਿਬ ਅੱਗੇ ਇੱਕ ਸਟੈਪ ਅੱਗੇ ਆਉਂਦੇ ਹਾਂ। ਅਸੀਂ ਸਿੱਟ ਦੀ ਰਿਪੋਰਟ ਜਿਹੜੀ ਸੀ ਉਹ ਇਹਨਾਂ ਨੇ ਦਿੱਤੀ ਨਹੀਂ। ਅਲਟੀਮੇਟਲੀ ਅਸੀਂ ਚੱਕਰ DGP ਸਾਹਿਬ ਨੂੰ ਪਰਸਨਲ ਮਿਲ ਲਏ, ਸਭ ਕੁਝ ਕਰ ਲਿਆ। ਫਿਰ ਅਸੀਂ ਕਿੰਨਾ ਟਾਈਮ ਲੱਗਿਆ ਸਿੱਟ ਦੀ ਰਿਪੋਰਟ ਆਉਣ ਤੇ? ਇਹ ਸਰ ਇਹਨੂੰ 4-5 ਮਹੀਨੇ ਇਹਨਾਂ ਨੇ, 2 ਮਹੀਨੇ ਤਾਂ ਉਹ ਚੱਲੀ ਸਿੱਟ, ਜਿਹਦੇ 'ਚ ਇਹਨਾਂ ਨੇ ਕੋਆਪਰੇਟ ਕੀਤਾ ਔਰ ਸਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਵੀ ਅਸੀਂ ਕਾਰਵਾਈ ਕਰਾਂਗੇ ਹੀ ਕਰਾਂਗੇ। ਉਹਦੇ 'ਚ ਮੈਂ ਤੁਹਾਡੇ ਵੱਲ ਆ ਰਿਹਾ, ਮੇਨ ਕਿਹੜੇ ਬੰਦੇ ਸੀ ਸਿੱਟ 'ਚ ਜਿਹੜੇ ਤੁਸੀਂ ਸਿੱਟ ਨੂੰ ਦੱਸੇ ਕਿ ਜਿਹੜੇ ਪੁਲਿਸ ਅਫਸਰਾਂ ਨੇ ਤੁਹਾਡੇ ਨਾਲ ਧੱਕਾ ਕੀਤਾ? ਮੈਂ ਜੀ ਇੱਕ ਮੇਨ ਤਾਂ ਜਿਹੜਾ ਅਕਿਊਜ਼ਡ ਹੈ ਜੀ ਉਹ DSP ਰਮਨਦੀਪ ਦਾ ਹੀ ਮੈਂ ਨਾਮ ਲਿਆ ਸੀ ਕਿ ਇਹਨੇ ਆਪ ਕੁੱਟਿਆ। ਠੀਕ ਹੈ। ਤੇ ਉਹਦੇ 2 ਗਨਮੈਨ, ਸਤਿੰਦਰ ਤੇ ਸਰਤਾਜ, ਕੀ ਨਾਮ ਭਾਈ? ਸਾਹਿਲ। ਇਹ ਇੱਕ ਉਹ ਰਾਜੀਵ ਕੁਮਾਰ ਮਟੌਰ ਥਾਣੇ ਤੋਂ ਕੋਈ ਆਇਆ ਸੀ ਬਾਅਦ ਚੋਂ ਲਾਸਟ 'ਚ, ਉਹਨੇ ਬਹੁਤ ਕੁੱਟਿਆ ਆ ਕੇ ਮੈਨੂੰ। ਇੱਕ ਸੀਗਾ ਇਹ ਅੱਡ ਥਾਣਿਆਂ ਤੋਂ ਬੁਲਾਏ ਉੱਥੇ, ਫਿਰ ਉਹ ਵੀਰੇ ਆਈ ਜਾਂਦੇ ਸੀ ਉੱਥੇ। ਤੁਹਾਨੂੰ ਦੱਸੀ ਜਾਂਦਾ, ਮੈਂ ਐਂ ਥੱਲੇ ਬੈਠਾ ਐਂ ਟੇਬਲ ਦੇ ਆਲੇ ਦੁਆਲੇ। ਐਕਚੁਅਲੀ ਸਵਪਨ ਸ਼ਰਮਾ ਨੇ ਮੈਨੂੰ ਪੂਰਾ ਸੈਟਅਪ ਲਵਾਇਆ ਸੀ ਉਹਨਾਂ ਨੇ ਮੇਰੇ ਤੋਂ, ਉਹ ਆਪਦੇ ਆਫਿਸ ਦੇ ਵਿੱਚ, ਉਹਨਾਂ ਨੇ ਰੋਪੜ ਆਫਿਸ ਦੇ ਵਿੱਚ, ਕਿ ਸਮਝ ਲਾ ਆਹ ਟੇਬਲ ਆ, ਇੱਥੇ ਕੌਣ ਬੈਠਾ ਸੀ, ਇੱਥੇ ਕੌਣ ਬੈਠਾ ਸੀ। ਹੁਣ ਮੈਨੂੰ ਨਾਮ ਤਾਂ ਯਾਦ ਨਹੀਂ ਸੀਗੇ, ਜਿਵੇਂ ਹੁਣ ਮੈਂ ਉਹਨਾਂ ਦੇ ਹੁਲੀਏ ਦੱਸੀ ਜਾਂਦਾ ਸੀਗਾ ਕਿ ਯਾਰ ਇੱਦਾਂ ਦਾ ਆਫਿਸਰ ਸੀਗਾ, ਇੱਦਾਂ ਦਾ ਆਫਿਸਰ ਸੀ। ਇੱਕ ਦਾ ਮੈਨੂੰ ਨਾਮ ਪਤਾ ਸੀਗਾ ਕਿ ਘੁੰਮਣ ਸੀਗਾ, ਇੱਕ ਇੱਦਾਂ ਕਰਕੇ ਸੀਗਾ। ਉਹ ਸਾਰਾ ਉਹਨਾਂ ਨੇ ਮੇਰੇ ਤੋਂ ਸੈਟਅਪ ਲਵਾਇਆ। ਉਹਨਾਂ ਨੇ ਮੈਨੂੰ ਕੱਲੀ ਚੀਜ਼ ਪੁੱਛੀ ਕਿ ਕਿਹਦੇ ਹੱਥ 'ਚ ਕਿਹੜਾ ਫੋਨ ਸੀ, ਕਿਹਦੇ ਹੱਥ 'ਚ ਕਿਹੜਾ ਫੋਨ ਸੀ, ਜਦੋਂ ਮੇਰੀਆਂ ਵੀਡੀਓ ਬਣਾਉਂਦੇ ਸੀ। ਮੈਂ ਸਾਰਾ ਦੱਸਤਾ ਕਿ ਇਹਨਾਂ ਦੇ ਹੱਥ 'ਚ ਆਹ ਫੋਨ ਸੀ। ਜਿੰਨਾ ਕੁ ਹੁਣ ਮੈਨੂੰ ਜਿੰਨਾ ਕੁ ਉੱਥੇ ਤੁਹਾਨੂੰ ਕੁੱਟਦਿਆਂ ਦੀਆਂ ਵੀ ਵੀਡੀਓਜ਼ ਬਣਾਈਆਂ, ਹਾਂ ਪੂਰਾ ਨੰਗਾ ਕਰਕੇ ਮੈਨੂੰ ਵੀਡੀਓ ਬਣਾਈਆਂ ਉਹਨਾਂ ਨੇ। ਇੱਥੇ ਘੁੰਮਣ ਸਾਹਿਬ ਇਹ ਦੱਸਿਓ, ਜਿਹੜਾ ਇੱਕ SHO ਬਲਜਿੰਦਰ ਵਾਲਾ ਕੇਸ ਹੋਇਆ ਸੀ, ਜਿਵੇਂ ਕੁੱਟਦੇ ਦੀ ਵੀਡੀਓ ਬਣਾਈਆਂ ਸੀ, ਉਹ ਉਸ ਤਰ੍ਹਾਂ ਦਾ ਵੀ ਇਹ ਅਫੈਂਸ ਇੱਧਰ ਹੋਇਆ ਫਿਰ ਇਸ ਮਾਮਲੇ ਦੇ ਵਿੱਚ? ਮੈਂ ਤੁਹਾਨੂੰ ਦੱਸਣੇ ਲੱਗਾ ਜੀ ਵੀ ਅਫੈਂਸ ਤਕਰੀਬਨ ਉਹੀ ਹੈ, ਔਰ ਉਹਦੇ 'ਚ ਸਪੈਸੀਫਿਕਲੀ ਜੇਕਰ ਤੁਸੀਂ ਕਿਸੇ ਦੀ ਪੋਰਨੋਗ੍ਰਾਫੀਕਲ ਵੀਡੀਓ ਜਾਂ ਆਪਾਂ ਫੋਟੋ ਲੈਂਦੇ ਹਾਂ ਤਾਂ ਉਹਦੇ ਤੇ ਸਪੈਸੀਫਿਕਲੀ 67 ਪੰਜਾਬ ਪੁਲਿਸ ਐਕਟ ਵੀ ਲਾਗੂ ਹੋਊਗਾ, ਤੇ ਸਪੈਸੀਫਿਕਲੀ ਜਿਹੜਾ ਪੋਰਨੋਗ੍ਰਾਫੀਕਲ ਵੀਡੀਓਜ਼ ਬਣਾਉਣ ਦੀ ਸੈਕਸ਼ਨਸ ਨੇ ਉਹ ਵੀ ਉਹਦੇ ਵਿੱਚ ਇਨਕੋਰਪੋਰੇਟ 66 ਹੈ। ਉਹਦੇ 'ਚ ਜਿਹੜਾ ਉਹ ਤੁਸੀਂ IT ਐਕਟ ਦੇ ਮੁਤਾਬਕ ਆਪਾਂ ਬਣਾਉਂਦੇ ਹਾਂ 66E ਹੈ ਨਾ। ਸੋ ਮੇਰੇ ਕਹਿਣ ਤੋਂ ਭਾਵ ਕੀ ਵੀ ਸਿੱਟ 'ਚ ਜਾ ਕੇ ਦਿਸ ਇਜ਼ ਦੀ ਐਡਮਿਟਡ ਫੈਕਟ ਕਿ ਜਿਹੜੇ ਸਿੱਟ ਦੇ ਮੈਂਬਰ ਸੀਗੇ ਉਹਨਾਂ ਨੇ ਸਾਨੂੰ ਬਕਾਇਦਾ ਸਾਡੀ ਰਿਸਪੈਕਟ ਵੀ ਰੱਖੀ, ਔਰ ਉਹਨਾਂ ਨੇ ਪੁਆਇੰਟ ਟੂ ਪੁਆਇੰਟ ਉਹਨਾਂ ਨੇ ਇਨਵੈਸਟੀਗੇਟ ਕੀਤਾ। ਹੁਣ ਸਵਾਲ ਇੱਕ ਮੱਕੜ ਸਾਹਿਬ ਇੱਕ ਖੜਾ ਹੁੰਦਾ ਹੈ
ਕਿ ਸਿੱਟ ਨੇ ਮੈਨੂੰ ਲੱਗਦਾ ਹੈ ਵੀ ਸਤੰਬਰ ਦੀ ਬਣੀ, ਅਕਤੂਬਰ ਨਵੰਬਰ ਤੱਕ ਉਹਨਾਂ ਨੇ ਆਪਣੀ ਰਿਪੋਰਟ ਵਾਈਂਡ ਅਪ ਕਰ ਦਿੱਤੀ ਸੀ। ਮੈਂ ਇਹ ਗੱਲ ਦੱਸਣੀ ਚਾਹੁੰਦਾ, ਅਸੀਂ ਸਵਪਨ ਸ਼ਰਮਾ ਸਰ ਨੂੰ ਪੁੱਛਦਾ ਰਿਹਾ ਮੈਂ ਪਰਸਨਲ ਤੌਰ ਤੇ ਫੋਨ ਕਰਕੇ ਕਿ ਯਾਰ ਭਾਜੀ ਰਿਪੋਰਟ ਦੇ ਦਿਓ ਯਾਰ, ਕਿ ਮੈਂ ਵਾਪਸ ਵੀ ਜਾਣਾ, ਮੇਰੇ ਕੰਮ ਖੜੇ ਆ, ਕਿ ਮੇਰਾ ਉਧਰ ਬਿਜ਼ਨਸ ਚੱਲਦਾ ਆ, ਮੈਂ ਉਹਦੀ ਟੇਕ ਕੇਅਰ ਕਰਨੀ ਆ, ਮੇਰੇ ਪੇਰੈਂਟਸ ਨਹੀਂ ਕਰ ਸਕਦੇ ਇੰਨਾ, ਅਸੀਂ ਬਥੇਰਾ ਉਹਨਾਂ ਨੂੰ ਉਹ ਕਹਦੇ ਕਰਨ ਅਸੀਂ ਦੇਤੀ ਆ। ਔਰ ਉਹ ਸਭ ਮੈਂ ਡੀਜੀਪੀ ਨੂੰ ਕਰਾਉਣੀ ਸੀ ਜਾਂ ਕੋਰਟ ਨੂੰ ਕਰਾਉਣੀ ਸੀ? ਮੈਂ ਦੱਸਦਾ ਮੱਕੜ ਸਾਹਿਬ, ਮੈਂ ਕਲੀਅਰ ਕਰਦਾ ਹੁੰਦਾ ਕੀ ਹੈ। ਸਤੰਬਰ ਅਕਤੂਬਰ 22 ਜਿਹੜੀ ਬੈਠੇ ਨੇ ਇੱਥੇ, ਦੇਖੋ ਮੈਂ ਸਮਝਦਾ ਵੀ ਬੜਾ ਇਮੋਸ਼ਨਲ ਮੈਟਰ ਹੈ ਜਿਹੜਾ ਆਪਾਂ ਸੈਂਸਿਟਿਵ ਤੇ ਇਮੋਸ਼ਨਲ, ਉਹਨਾਂ ਨੇ ਰਿਪੋਰਟ ਬਣਾ ਕੇ ਤੁਸੀਂ ਕਹ ਲਓ ਵੀ ਇੱਕ ਤਰੀਕੇ ਨਾਲ ਮੱਕੜ ਸਾਹਿਬ ਅੰਡਰ ਦੀ ਕਾਰਪੇਟ ਕਰਤੀ, ਕਿਉਂਕਿ ਡਾਇਰੈਕਸ਼ਨਸ ਜਿਹੜੀਆਂ ਸੀਗੀਆਂ ਉੱਪਰੋਂ ਆਉਣੀਆਂ ਸੀ, ਭਾਵੇਂ ਡਿਪਾਰਟਮੈਂਟ ਆਫ ਹੋਮ ਸੀ, ਉਹਦੇ 'ਚ ਮੈਂ ਕਿਸੇ ਨੂੰ ਨਹੀਂ ਕਹਿਣਾ ਚਾਹੁੰਦਾ ਵੀ ਪੋਲੀਟੀਕਲ ਦਬਾਅ ਸੀ, ਕੀ ਸੀ, ਸਾਡੀ ਸਮਝ ਤੋਂ ਗੱਲਬਾਤ ਸੀ। ਅਸੀਂ ਕੀ ਕਰਦੇ ਹਾਂ, ਮੈਂ ਤੇ ਬ੍ਰਦਰ, ਸਾਨੂੰ ਕਈ ਲਾਇਰਸ ਕੋਈ ਸਾਡੇ ਨਾਲ ਟੀਮ ਚੱਲਦੀ ਹੈ ਲਾਇਰਸ ਜੀ, ਕੋਈ ਕਹਿਣ ਜੀ ਵੀ ਆਪਾਂ ਇਮੀਡੀਏਟਲੀ ਹਾਈ ਕੋਰਟ 'ਚ ਪਾ ਦਿੰਦੇ ਹਾਂ, ਪਰ ਮੈਨੂੰ ਇਹ ਲੱਗਦਾ ਸੀ ਵੀ ਐਟਲੀਸਟ ਇੱਕ ਵਾਰੀ ਜਿੰਨਾ ਟਾਈਮ ਤੱਕ ਸਿੱਟ ਦੀ ਰਿਪੋਰਟ ਨਹੀਂ ਹੱਥ ਹੁੰਦੀ ਤਾਂ ਸਾਨੂੰ ਕਿਸੇ ਵੀ ਨੈਕਸਟ ਕੰਪੀਟੈਂਟ ਕੋਰਟ ਆਫ ਲਾਅ 'ਚ ਨਹੀਂ ਜਾਣਾ ਚਾਹੀਦਾ। ਅਸੀਂ ਕੀ ਕਰਦੇ ਹਾਂ ਵੀ ਹਾਰ ਕੇ ਤੁਸੀਂ ਕਹਿ ਲਓ ਵੀ ਅਸੀਂ ਮਾਰਚ 2020 ਜਦੋਂ 5-4 ਮਹੀਨੇ ਸਾਨੂੰ ਪੰਜਾਬੀ ਜਿਹਨੂੰ ਕਹਿੰਦੇ ਉਹ ਘਸਾ ਲੈਂਦੇ ਨੇ ਹੈ ਨਾ, ਅਸੀਂ ਕੀ ਕਰਦੇ ਹਾਂ, ਜਾ ਕੇ ਇੱਕ NRI ਕਮਿਸ਼ਨ ਜਾ ਕੇ ਅਸੀਂ ਕੇਸ ਪਾ ਦਿੰਦੇ ਹਾਂ ਕਿ ਇਹ NRI ਨੇ, ਕੈਨੇਡਾ ਤੋਂ ਆਏ ਨੇ, ਆਹ ਸਾਰਾ ਮਸਲਾ ਹੈ। ਸਿਰਫ ਇੱਕ ਲਿਮਿਟਡ ਪ੍ਰੇਅਰ ਕਰਦੇ ਹਾਂ ਵੀ ਜਿਹੜੀ ਇੱਕ ਸਿੱਟ ਨੇ ਫਾਈਂਡਿੰਗਸ ਦਿੱਤੀਆਂ ਨੇ ਆਪਣੀਆਂ, ਮੈਂ ਕਾਈਂਡਲੀ ਸਾਨੂੰ ਸਿਰਫ ਉਹ ਸਟੇਟਸ ਰਿਪੋਰਟ ਜਿਹੜੀ ਹੈ ਉਹ ਸਾਨੂੰ ਤੁਸੀਂ ਪਲੀਜ਼ ਲੈ ਕੇ ਦੇ ਦਿਓ। ਉੱਥੇ ਫਿਰ ਤੁਸੀਂ ਦੇਖੋ ਵੀ ਮਾਰਚ ਤੋਂ ਲੈ ਕੇ ਅਗਸਤ 7-8 ਮਹੀਨੇ ਬਾਰ-ਬਾਰ ਇੱਕ ਇਹਨਾਂ ਦੇ ਨਵੀਨ ਸੈਣੀ IPS ਸੀਗੇ, ਉਹ ਆਪਣੀ ਪਰਸਨਲ ਸ਼ੋਰਟੀ ਦੇ ਉੱਪਰ ਕਹਿੰਦੇ ਰਹੇ ਜੀ ਅਸੀਂ ਤੁਹਾਨੂੰ ਲਿਆ ਕੇ ਦੇਵਾਂਗੇ। 20 ਅਗਸਤ 2020 ਨੂੰ ਲਿਆ ਕੇ ਮੱਕੜ ਸਾਹਿਬ ਇਹ ਰਿਪੋਰਟ ਜਿਹੜੀ ਹੈ ਸਾਨੂੰ NRI ਕਮਿਸ਼ਨ ਤੋਂ ਸਾਡੇ ਉੱਥੋਂ ਮਿਲੀ। ਔਰ ਇਹ ਸਬਮਿਟ ਕਦੋਂ ਹੋ ਗਈ ਸੀ ਰਿਪੋਰਟ? ਬਹੁਤ ਟਾਈਮ ਪਹਿਲਾਂ ਹੋਈ ਸੀ। ਉਹ ਕਹਿ ਦਿੰਦੇ ਸੀ ਅਸੀਂ ਦੇਤੀ ਆ, ਅਸੀਂ DGP ਆਫਿਸ ਜਾਂਦੇ ਸੀ, ਉਹ ਕਹਿੰਦੇ ਸਾਡੇ ਕੋਲ ਤਾਂ ਆਈ ਨਹੀਂ। ਤੁਹਾਡੇ ਤੋਂ ਕੋਈ ਪੈਸਿਆਂ ਦੀ ਵੀ ਮੰਗ ਕੀਤੀ ਸੀ ਇਹਨਾਂ ਨੇ? ਹਾਂ, ਕਰੋੜ ਰੁਪਈਆ ਮੰਗਦਾ ਜੀ, ਕਰੋੜ ਰੁਪਈਆ ਦੇ, ਕਹਿੰਦਾ ਬੈਗ ਭਰ ਲਿਆ DSP ਰਮਨਦੀਪ ਅੰਦਰ ਉਦੋਂ ਉਸੇ ਰਾਤ। ਹਾਂ, ਉਸੇ ਰਾਤ। ਫਿਰ ਪੈਸੇ ਲਏ ਵੀ ਤੁਹਾਡੇ ਤੋਂ? ਹਾਂ, ਫਿਰ ਉਹ ਸੀਗਾ ਕੀ ਸੀ ਉਹਦਾ ਨਾਂ, ਜਸਦੀਪ, ਉਹ ਕਹਿੰਦਾ 7000 ਰੁਪਈਆ ਤੇਰੇ ਕੋਲ ਕਿੰਨੇ ਪੈਸੇ ਆ? ਮੈਂ ਕਿਹਾ ਯਾਰ ਰਾਈਟ ਨਾ ਉਹਦਾ ਬੈਗ ਦੇ ਵਿੱਚ ਜਿਹੜੇ ਉਹ ਤੋਂ ਡਾਲਰ ਹੋਣਗੇ ਮਾੜੇ ਮੋਟੇ, ਕਿੰਨੇ ਹੋਣੇ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਗਿਣੇ ਨਹੀਂ। ਫਿਰ ਮੈਂ ਆਪਦੇ ਕਜ਼ਨ ਨੂੰ ਫੋਨ ਮਾਰਿਆ, ਉਹ ਤੁਸੀਂ ਇਹ ਦੇਖੋ ਉਹ ਸਾਡੇ ਕੋਲ ਸਾਰੀ ਡਿਟੇਲ ਪਈ ਸੀ, ਜਿਹੜਾ ਮੈਂ ਕਜ਼ਨ ਨੂੰ ਫੋਨ ਕੀਤਾ ਆਪਦੇ ਨੂੰ, ਉਹ ਪੈਸੇ ਲੈ ਕੇ ਆਇਆ, ਉਹਦੇ ਕੋਲ ਹਾਲੇ ਵੀ ਉਹੀ ਨੰਬਰ ਚੱਲਦਾ ਸੀ। ਉਹ ਸਵਪਨ ਸਾਹਿਬ ਨੇ ਸਾਰੀਆਂ ਕੱਢੀਆਂ ਉਹਦੀਆਂ, ਉਹ ਕੀ ਕਹਿੰਦੇ ਹੁੰਦੇ ਆ, ਕਿੱਧਰ ਡਰੂਕਸ਼ਨਾਂ ਆਨਲਾਈਨ ਸਾਰਾ ਕੁਝ ਕੱਢਿਆ ਕਿ ਹਾਂ ਉਹ ਬੰਦਾ ਉੱਥੋਂ ਆਇਆ, ਇੱਥੋਂ ਮੁੜਿਆ, ਇੱਥੋਂ ਗਿਆ। ਉਹ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਇਹ 'ਚ ਕਿੰਨੇ ਪੈਸੇ ਪਏ? ਉਹ ਕਹਿੰਦਾ 7-8 ਹਜ਼ਾਰ ਡਾਲਰ ਹੈਗਾ। ਮੈਂ ਕਿਹਾ ਲਿਆ ਕੇ ਦੇ ਇਹਨੂੰ। ਅੱਛਾ, ਉਹ ਉਸੇ ਰਾਤ ਫਿਰ ਉਹ ਡਾਲਰ ਲਿਆ ਕੇ ਦੇ ਥਾਣੇ ਦੇ ਅੰਦਰ ਹੀ? ਹਾਂ, ਉਹ ਦਿੱਤੇ ਕਾਹਦੇ ਲਈ ਸੀ? CCTV ਨਹੀਂ ਜੀ ਥਾਣੇ ਦੀਆਂ ਹੁੰਦੀਆਂ ਜਾਂ ਕੋਈ ਉਹ ਸਭ ਕੁਛ ਹੈਗਾ। ਕਹਿੰਦੇ ਜੀ ਚੱਲਦਾ ਨਹੀਂ, ਇਹ ਤਾਂ ਖਰਾਬ ਹੋ ਗਿਆ, ਇਹਦਾ DVD ਖਰਾਬ ਹੋ ਗਿਆ। ਉਹਨਾਂ ਨੇ ਕੀ ਕਰਿਆ, ਪਹਿਲਾਂ ਡਿਲੀਟ ਕਰਤੀਆਂ DVD DVR ਚੋਂ ਡਿਲੀਟ ਕਰਤਾ। ਉੱਤੋਂ ਜੇ ਉਹ ਇੱਕ ਵਾਰੀ ਡਿਲੀਟ ਕਰੇ ਤੇ ਦੁਬਾਰਾ ਰੀਬਾਈਂਡ ਅਪ ਹੋ ਜਾਂਦੀਆਂ ਨੇ, ਦੁਬਾਰੇ ਨਿਕਲੇ ਆਉਂਦੀਆਂ ਨੇ। ਉਹਨਾਂ ਨੇ ਡਬਲ ਡਿਲੀਟ ਕਰਤੀਆਂ 2 ਵਾਰੀ। ਉਹ ਮੰਗਾਇਆ ਸੀ SSP ਸਾਹਿਬ ਨੇ, ਉਹਨਾਂ ਨੇ ਖਨੀ ਦਿੱਲੀ ਵੀ ਭੇਜਿਆ ਹੀ ਨਾ ਭਾਜੀ, ਕਿੱਥੇ ਭੇਜਿਆ ਸੀ, ਹੈਦਰਾਬਾਦ ਪਤਾ ਨਹੀਂ ਕਿੱਥੇ ਭੇਜਿਆ ਸੀ। ਉਹ ਕਹਿੰਦੇ ਜੀ ਇਹਦੇ 'ਚੋਂ ਤਾਂ ਸਾਰਾ ਕੁਛ ਡਿਲੀਟ ਹੋਇਆ ਵਾ ਕਿ ਨਿਕਲਣਾ ਨਹੀਂ। ਫਿਰ ਜੋ ਡਿਲੀਟ ਹੋਇਆ ਜੀ ਤਾਂ ਕਹਿੰਦੇ ਕੈਮਰੇ ਖਰਾਬ ਨੇ। ਮੈਂ ਇੱਥੇ ਇੱਕ ਥੋੜਾ ਮੱਕੜ ਸਾਹਿਬ ਮੈਂ ਐਡ ਆਨ ਕਰਨਾ ਚਾਹੁੰਦਾ, ਕਿਉਂਕਿ ਕਈ ਲੀਗਲ ਐਸਪੈਕਟ ਵੀ ਨੇ ਵਿੱਚ, ਹੈ ਨਾ। ਇਹ ਜਿਹੜਾ ਮਾਮਲਾ ਹੈ ਵੀ ਕੀ ਉਸ ਟਾਈਮ CCTV ਫੁਟੇਜ ਸੀ ਨਹੀਂ ਸੀ, ਹੁਣ ਉਹਨਾਂ ਦੇ ਜਿਹੜੇ ਉੱਚ ਅਧਿਕਾਰੀ ADGP ਇਨਵੈਸਟੀਗੇਸ਼ਨ ਨੇ ਜਿਹੜੀ ਸਿੱਟ ਦੀ ਰਿਪੋਰਟ ਦਿੱਤੀ ਹੈ, ਉਹਦੇ 'ਚ ਗੱਲ ਕਲੀਅਰ ਕੱਟ ਆ ਗਈ ਕਿ 7000 ਆਸਟ੍ਰੇਲੀਅਨ ਡਾਲਰ ਸਾਡੇ ਪੁਲਿਸ ਆਫੀਸ਼ੀਅਲਸ ਨੇ ਅਸੈਪਟ ਕੀਤਾ ਹੈ, ਐਡਮਿਟ ਕੀਤਾ ਹੈ ਸਿੱਟ ਨੇ। ਰਿਪੋਰਟ ਕਹਿ ਰਹੀ ਹੈ, ਮੈਂ ਨਹੀਂ ਕਹਿ ਰਿਹਾ। ਫਸਟ 7000 ਆਸਟ੍ਰੇਲੀਅਨ ਡਾਲਰ ਤੇ ਸੈਕਿੰਡ ਉਹਨਾਂ ਨੇ ਅਸੈਪਟ ਕਰ ਲਿਆ ਵੀ ਮੈਨ ਹੈਂਡਲਿੰਗ ਵਰਡ ਯੂਜ਼ ਕੀਤਾ ਹੈ, ਇੱਕ ਛੋਟਾ ਜਿਵੇਂ ਥੋੜਾ ਜਿਹਾ ਉਹਨੂੰ ਛੋਟਾ ਬਣਾਉਣ ਲਈ ਮਾਮਲੇ ਨੂੰ, ਬਰੂਟੈਲਿਟੀ ਨਹੀਂ, ਮੈਨ ਹੈਂਡਲਿੰਗ ਸ਼ਬਦ ਇੱਕੋ ਹੀ ਨੇ, ਕੁੱਟਮਾਰ ਹੀ ਹੈ ਦੋਵੇਂ ਪਾਸਿਓਂ। ਸੋ ਮੇਰਾ ਇਹ ਕਹਿਣ ਤੋਂ ਭਾਵ ਹੈ ਕਿ ਜਦੋਂ ਤੁਸੀਂ 7000 ਆਸਟ੍ਰੇਲੀਅਨ ਡਾਲਰ ਬਰੂਟੈਲਿਟੀ ਮੰਨ ਲਈ ਤਾਂ ਫਿਰ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਕਿੱਥੇ ਖਲੋਤਾ ਹੈ? ਬਿਲਕੁਲ। ਤੁਹਾਡਾ ਪੰਜਾਬ ਪੁਲਿਸ ਜਿਹੜੀ ਦੇਖੋ, ਪੰਜਾਬ ਪੁਲਿਸ ਨੂੰ ਵੀ ਭਾਵੇਂ ਇੱਕ ਕਨਸਟੇਬਲ ਰੈਂਕ ਕੇ ਉਹਨਾਂ ਨੂੰ ਕਾਨੂੰਨ ਪੜ੍ਹਾਇਆ ਜਾਂਦਾ ਹੈ, ਤਾਂ ਉਹਦੇ 'ਚ ਇੱਕ ਨਵਾਂ ਕਾਨੂੰਨ ਪੰਜਾਬ ਪੁਲਿਸ ਐਕਟ 2007 ਸੈਕਸ਼ਨ 67, ਉਹ ਕੀ ਹੈ ਕਿ ਜੇਕਰ ਤੁਸੀਂ ਕਾਨੂੰਨ ਨੂੰ ਛਿੱਕੇ ਢੰਗਦੇ ਹੋ ਤਾਂ ਸੈਕਸ਼ਨ 67 ਤੁਹਾਡੇ ਉੱਪਰ ਲਾਗੂ। ਜਿਹੜੀ SIT ਦੀ ਫਾਈਂਡਿੰਗਸ ਪੂਰੀ ਮੈਂ ਚਾਹੁੰਦਾ ਕਿ ਉਹਦਾ ਇੱਕ ਜਿਸਟ ਦੱਸੋ। ਤੁਸੀਂ ਕਹਿ ਰਹੇ ਹੋ ਕਿ ਇੱਕ ਤਾਂ ਇਹ ਮੰਨ ਲਿਆ ਕਿ ਬ੍ਰਾਈਬ ਲਈ 7000 ਡਾਲਰ ਲਏ ਔਰ ਉਸ ਤੋਂ ਬਾਅਦ ਮੈਨ ਹੈਂਡਲਿੰਗ ਹੋਈ। DSP ਰਮਨਦੀਪ ਦੇ ਖਿਲਾਫ ਕੀ ਕਿਹਾ ਉਹਦੇ ਵਿੱਚ? ਮੈਂ ਮੱਕੜ ਸਾਹਿਬ ਤੁਹਾਨੂੰ ਦੱਸਦਾ, ਅਸੀਂ ਬਾਈ ਮਾਗੜ ਸਾਹਿਬ ਬੈਠੇ ਨੇ, ਮੈਨੂੰ ਲੱਗਦਾ ਸ਼ਾਇਦ 40 ਪੈਸੇ ਰਿਲੀਫ ਮਿਲਿਆ ਉਹਦੇ 'ਚੋਂ।
ਜਿਹੜਾ ਮੁੱਖ ਜਿਹੜੇ ਦੋਸ਼ੀ ਸੀ ਉਹਦੇ 'ਚ ਜਿਵੇਂ ਤੁਸੀਂ ਗੱਲ ਡੀਐਸਪੀ ਰਮਨਦੀਪ ਦੀ ਕੀਤੀ ਹੈ, ਦੇਖੋ ਮੈਨੂੰ ਇਹ ਲੱਗਦਾ ਵੀ ਜਿਹੜੀ ਇੱਕ ਗਾਜ ਡਿੱਗਦੀ ਹੈ ਨਾ, ਉਹ ਹਮੇਸ਼ਾ ਇੱਕ ਛੋਟੇ ਇੰਪਲੋਈਜ਼ ਦੇ ਉੱਪਰ ਡਿੱਗਦੀ ਹੈ। ਕਿੱਥੇ ਇਹ ਪੋਸੀਬਲ ਸੀ ਵੀ ਜਿਹੜੇ ਉਹਦੇ ਗਨਮੈਨ ਸੀਗੇ ਸਾਹਿਲ ਤੇ ਸਤਿੰਦਰ, ਜਿਹੜੇ ਹੁਣ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਮਾਰਕੁੱਟ ਕੀਤੀ ਹੈ, ਕੀ ਉਹ ਗਨਮੈਨ ਡੀਐਸਪੀ ਦੀ ਡਾਇਰੈਕਸ਼ਨ ਤੋਂ ਬਿਨਾਂ ਹੀ ਇਹਨੂੰ ਕੁੱਟ ਗਏ ਸੀ? ਕੀ ਉਹਨਾਂ ਦੀ ਇਹਦੇ ਨਾਲ ਕੋਈ ਪਰਸਨਲ ਐਨੀਮਿਟੀ ਸੀ? ਔਰ ਸਭ ਤੋਂ ਵੱਡਾ ਸਵਾਲ ਇਹ ਕਿ ਡੀਐਸਪੀ ਜਿਹੜੇ ਨੇ, ਡੀਐਸਪੀ ਥਾਣੇ ਦੇ ਵਿੱਚ ਆ ਕੇ ਤੁਸੀਂ ਕਹਿ ਲਓ ਆਪਣੇ ਗਨਮੈਨ ਤੇ ਸਮੇਤ ਆਪ ਉਹ ਕੁੱਟੇ ਜਾਂਦੇ ਨੇ। ਔਰ ਮੈਂ ਗੱਲ ਕਹਿੰਦਾ ਕਿ ਗਾਜ ਜਿਹੜੀ ਉਹ ਕਿਉਂ ਛੋਟੇ ਵਿਚਾਰੇ ਇੰਪਲਾਈਜ਼ ਦੇ ਉੱਪਰ ਡਿੱਗਦੀ ਹੈ। ਔਰ ਉਹਦੇ 'ਚ ਸਿੱਟ 'ਚ ਉਹਨਾਂ ਨੇ ਕੀ ਕਿਹਾ, ਡੀਐਸਪੀ ਨੂੰ ਉਹਦੇ 'ਚ ਬਰੀ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਡੀਐਸਪੀ ਨੂੰ ਅਸੀਂ ਸ਼ਬਦ ਯੂਜ਼ ਕੀਤਾ ਵਾਰਨਿੰਗ। ਹੁਣ ਇੱਥੇ ਇੱਕ ਗੱਲ ਮੱਕੜ ਸਾਹਿਬ ਤੁਹਾਨੂੰ ਬ੍ਰਦਰ ਇਹਦੇ ਤੇ ਐਕਸਪਲੇਨ ਕਰਨਗੇ। ਅਸੀਂ ਇਹ ਸਾਰੇ ਜਿੰਨੇ ਨੇ ਨਾ ਸਮੇਤ ਡੀਐਸਪੀ ਤੋਂ ਲੈ ਕੇ 9 ਬੰਦੇ ਅਸੀਂ ਹਾਈ ਕੋਰਟ ਦੇ ਵਿੱਚ ਇਸੇ ਕਰਕੇ ਗਏ ਸੀ ਕਿ ਜਿਹੜੀਆਂ ਸਿੱਟ ਦੀਆਂ ਫਾਈਂਡਿੰਗਸ ਨੇ ਤੁਸੀਂ ਤਾਂ ਉਹਦੇ ਤੇ ਵੀ ਕੁਝ ਨਹੀਂ ਨਾ ਕੀਤਾ, ਅਸੀਂ ਸਾਰਾ ਮਾਮਲਾ ਹੀ ਹਾਈ ਕੋਰਟ ਦੇ ਵਿੱਚ ਤਾਂ ਕੀ ਸਿੱਟ ਪਰਚਾ ਦਰਜ ਕਰਨ ਦੀ ਹਮਾਇਤ ਸਿੱਟ ਨੇ ਕੀਤੀ ਹੈ? ਬ੍ਰਦਰ ਤੁਹਾਨੂੰ ਇਹਦੇ ਤੇ ਦੇਖੋ, ਉਹਦੇ 'ਚ ਸਿੱਟ ਦੀ ਰਿਪੋਰਟ 'ਚ ਜਿਹੜੀ 20/8/2020 ਨੂੰ ਆਈ ਹੈ, ਉਹਦੇ 'ਚ ਸਰ ਰეკਮੈਂਡੇਸ਼ਨ ਕੀਤੀ ਸੀ ਐਸਐਚਓ ਰਜੇਸ਼ ਹਸੀਰ, ਜਿਹੜੇ ਉਸ ਟਾਈਮ ਐਸਐਚਓ ਸੁਹਾਣੇ ਸੀ, ਉਹਨਾਂ ਦਾ ਪੀਐਸਓ ਗਨਮੈਨ ਕਹਿ ਲਓ ਜਸਦੀਪ ਜੱਸੀ, ਜਿਹਦੇ ਤੇ ਕਲੀਅਰ ਕੱਟ ਐਲੀਗੇਸ਼ਨ ਨੇ ਕਿ ਔਨ ਬਿਹਾਫ ਆਫ ਐਸਐਚਓ $7,000 ਇਹਨੇ ਉਹਨਾਂ ਤੋਂ ਲਏ ਨੇ। ਇਹ ਸਿੱਟ ਦੀ ਰਿਪੋਰਟ ਹੈ। ਸਾਹਿਲ ਤੇ ਸਤਿੰਦਰ ਬਾਰੇ ਹੈ ਡੀਐਸਪੀ ਦੇ ਗਨਮੈਨ ਜਿਨ੍ਹਾਂ ਨੇ ਬਾਕੀ ਇਹਦੇ ਨਾਲ ਮੈਨ ਹੈਂਡਲਿੰਗ ਕੀਤੀ ਹੈ। ਇਹਨਾਂ ਤੋਂ ਇਲਾਵਾ ਇਹ ਜਿਹੜੇ 4-5 ਵਿਅਕਤੀ ਨੇ, ਇਹਨਾਂ ਤੋਂ ਇਲਾਵਾ ਡੀਐਸਪੀ ਜਿਹੜਾ ਰਾਜੀਵ ਕੁਮਾਰ ਜਿਹੜਾ ਐਸਐਚਓ ਮਟੌਰ ਸੀ, ਉਹਨਾਂ ਬਾਰੇ ਵੀ ਉਹਨਾਂ ਨੇ ਕਿਹਾ ਵੀ ਮੈਨ ਹੈਂਡਲਿੰਗ ਇਹਨੇ ਵੀ ਕੀਤੀ। ਸੋ ਮੈਂ ਇਹ ਕਹਿੰਦਾ ਕਿ ਜਦੋਂ ਤੁਸੀਂ ਸਾਰਾ ਕੁਝ ਮੰਨ ਲਿਆ ਸਰ 20/8/2020 ਤੋਂ ਬਾਅਦ ਇੱਦਾਂ ਇਹ ਤੁਸੀਂ ਇਹ ਕਹਿ ਲਓ ਵੀ ਇੰਨਾ ਸਾਡੇ ਲਈ ਲੜਾਈ ਨਹੀਂ ਸੌਖੀ ਨਹੀਂ ਸੀ ਵੀ ਹੁਣ ਸਿੱਟ ਦੀ ਰਿਪੋਰਟ ਆ ਗਈ। ਅਸੀਂ ਜਾ ਕੇ ਐਸਐਸਪੀ ਸਾਹਿਬ ਨੂੰ ਮਿਲੇ, ਐਸਐਸਪੀ ਸਾਹਿਬ ਨੂੰ ਦੱਸਿਆ ਕਿ ਸਰ ਸਿੱਟ ਦੀ ਤਾਂ ਰਿਪੋਰਟ ਆ ਚੁੱਕੀ, ਹੁਣ ਐਟਲੀਸਟ ਐਫਆਈਆਰ ਤਾਂ ਕਰੋ ਨਾ। ਸਰ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਜੀ, ਸਟੇਟਮੈਂਟ ਕਰਦੇ ਆ, ਇੱਦਾਂ ਕਰਦੇ ਆ। ਸੋ ਸਾਨੂੰ ਅੱਧਾ ਪੌਣਾ ਘੰਟਾ ਬਿਠਾਇਆ, ਉਦੋਂ ਬਾਅਦ ਅਸੀਂ ਚਲੇ ਗਏ ਜੀ। 2 ਵਾਰੀ ਗਏ। ਅਲਟੀਮੇਟਲੀ ਕੀ ਹੁੰਦਾ ਮੱਕੜ ਸਾਹਿਬ, ਇੱਕ ਵੱਡੀ ਚੀਜ਼ ਆਉਂਦੀ ਹੈ 19 ਫਰਵਰੀ ਨੂੰ ਮੈਂ ਤੇ ਬ੍ਰਦਰ ਤੈਅ ਕਰ ਲੈਂਦੇ ਆ ਕਿ ਯਾਰ 1.5 ਸਾਲ ਕੱਢਤਾ ਵੀ ਹੁਣ ਆਪਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਣਾ। ਸਾਨੂੰ ਲੋਕਾਂ ਨੇ, ਇਹਦੇ ਭਰਾਵਾਂ ਨੇ, ਫੈਨਸ ਨੇ ਇਸ ਗੱਲ ਲਈ ਮਜਬੂਰ ਕਰਤਾ ਕਿ ਵਕੀਲ ਸਾਹਿਬ ਲੜਾਈ ਜਿਹੜੀ ਹੈ ਉਹ ਵਿੱਚ ਵਿਚਾਲੇ ਹੈ, ਕੁਝ ਬਣ ਨਹੀਂ ਰਿਹਾ। ਤਾਂ ਅਲਟੀਮੇਟਲੀ ਸਾਨੂੰ ਵੀ ਲੱਗਿਆ ਯਾਰ ਵੀ ਬਹੁਤ ਵੇਟ ਕਰ ਲਈ, ਇਨਫ ਇਜ਼ ਇਨਫ, ਹੁਣ ਆਪਾਂ ਨੂੰ ਹਾਈ ਕੋਰਟ ਜਾਣਾ ਚਾਹੀਦਾ ਹੈ। ਸਰ ਅਸੀਂ 19/2 ਨੂੰ ਮਾਣਯੋਗ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਪਾਉਂਦੇ ਹਾਂ, ਜਿਹਦੇ ਵਿੱਚ ਅਸੀਂ ਕਲੀਅਰਲੀ ਸਾਰਾ ਕੁਝ ਚੈਲੰਜ ਕਰ ਲੈਂਦੇ ਹਾਂ ਵਿੱਚ ਹੀ ਸਿੱਟ ਦੀ ਰਿਪੋਰਟ ਐਵਰੀਥਿੰਗ। ਅੱਛਾ, ਉਹਨੂੰ ਚੈਲੰਜ ਕੀਤਾ ਤੁਸੀਂ? ਚੈਲੰਜ ਕੀਤਾ ਤੁਹਾਡੇ ਅਕੋਰਡਿੰਗਲੀ ਉਹਦੇ ਵਿੱਚ ਜਿੰਨਾ ਤੁਸੀਂ ਜੋ ਚਾਹੁੰਦੇ ਸੀ ਉਹ ਸੱਚ ਨਹੀਂ ਸੀਗਾ। ਮੰਗੇ ਰੱਖੀ ਵੀ ਇਹ 5 ਤੋਂ 9 ਨਹੀਂ 5 ਤੋਂ 14 5 ਤੋਂ 12 9 ਬੰਦਿਆਂ ਦੇ ਖਿਲਾਫ ਰਜਿਸਟ੍ਰੇਸ਼ਨ ਆਫ ਐਫਆਈਆਰ ਦੀ ਮੰਗ, ਇਨਕਲੂਡਿੰਗ ਡੀਐਸਪੀ ਰਮਨ। ਡੀਐਸਪੀ ਰਮਨ ਇਜ਼ ਇੰਪਲੀਟਡ ਐਜ਼ ਅ ਰਿਸਪੋਂਡੈਂਟ ਨੰਬਰ 5 ਬਾਈ ਨੇਮ। ਸਰ ਅਸੀਂ ਬਾਈ ਨੇਮ ਕੀਤੇ। ਉਸ ਤੋਂ ਬਾਅਦ ਸਰ ਅਸੀਂ ਕੀ ਕੀਤਾ, ਉਹ ਜਦੋਂ ਅਸੀਂ ਕਰ ਦਿੱਤੇ 12 ਤੱਕ, ਉਸ ਤੋਂ ਬਾਅਦ ਸਰ ਸਿੱਟ ਦੀ ਰਿਪੋਰਟ ਤੇ ਅਸੀਂ ਫਸਟ ਹੀਅਰਿੰਗ ਜਸਟਿਸ ਵਰਮਾ ਦੇ ਲੱਗੀ। ਅਸੀਂ ਉਹਨਾਂ ਨੂੰ ਮਾਮਲੇ ਪ੍ਰਤੀ ਅਪਰਾਈਜ਼ ਕਰਾਇਆ। ਸਰ ਉਹਨਾਂ ਨੇ ਫਸਟ ਹੀਅਰਿੰਗ ਤੇ ਨੋਟਿਸ ਆਫ ਮੋਸ਼ਨ ਕੀਤਾ ਔਰ ਸਟੇਟ ਨੂੰ ਕਿਹਾ ਕਿ ਤੁਸੀਂ ਸਟੇਟਸ ਰਿਪੋਰਟ ਫਾਈਲ ਕਰੋ 19/2/2021 ਨੂੰ। ਸਰ ਉਸ ਆਰਡਰ ਤੋਂ ਬਾਅਦ 7 ਮਹੀਨੇ ਬੀਤ ਜਾਂਦੇ ਨੇ। ਪਰਸੋਂ ਮਾਮਲਾ ਦੁਬਾਰਾ ਲਿਸਟ ਹੁੰਦਾ ਔਰ ਹਾਈ ਕੋਰਟ ਦੇ ਵਿੱਚ ਅਸੀਂ ਹਜੇ ਆਰਗੂਮੈਂਟ ਸ਼ੁਰੂ ਕਰਨ ਲੱਗੇ ਹਾਂ ਤਾਂ ਹਾਈ ਕੋਰਟ ਦੇ ਜੱਜ ਸਾਹਿਬ ਨੇ ਸਟਾਰਟਿੰਗ 'ਚ ਹੀ ਕਹਿਤਾ ਕਿ ਘੁੰਮਣ ਸਾਹਿਬ ਮੈਂ ਪੜ੍ਹਿਆ ਹੋਇਆ ਹੈ। ਓਕੇ। ਔਰ ਪੈਂਦੇ ਸੱਟੇ ਉਹਨਾਂ ਨੇ ਸਟੇਟ ਨੂੰ ਕਿਹਾ ਜੀ ਹਾਂਜੀ, ਇਹ ਕਹਿੰਦੇ ਜੀ ਕਿ ਸਾਨੂੰ ਟਾਈਮ ਦਿਓ ਜੀ, ਹਾਇਰ ਆਫੀਸਰਸ ਦੇ ਕੋਲ ਪੈਂਡਿੰਗ ਹੈ। ਸੋ ਹਾਈ ਕੋਰਟ ਦੇ ਜੱਜ ਸਾਹਿਬ ਜਿਹੜੇ ਸਾਡੇ ਮਾਣਯੋਗ ਜੱਜ ਨੇ, ਉਹਨਾਂ ਨੇ ਵੈਰੀ ਕਲੀਅਰ ਕਰਤਾ ਵੀ ਕੋਈ ਜਸਟੀਫਿਕੇਸ਼ਨ ਨਹੀਂ ਮੈਂ ਸੁਣਨੀ। ਅੱਜ ਸਟੇਟਸ ਰਿਪੋਰਟ ਦਾ ਮਤਲਬ ਸੀ 7 ਮਹੀਨੇ ਬੀਤ ਗਏ, ਤੁਸੀਂ ਕਰ ਕੀ ਰਹੇ ਹੋ, ਜੰਗਲ ਰਾਜ ਬਣਾਤਾ। ਉਹ ਕਹਿੰਦੇ ਕੋਈ ਜਸਟੀਫਿਕੇਸ਼ਨ ਨਹੀਂ ਵੀ ਹਾਇਰ ਸ਼ਬਦ ਵਰਤੇ ਮਾਣਯੋਗ ਕੋਰਟ ਨੇ, ਜੰਗਲ ਰਾਜ। ਉਹਨਾਂ ਨੇ ਆਪਣੇ ਮੂੰਹ ਆਪਣੇ ਸ਼ਬਦ ਜਿਹੜਾ ਸੀਗਾ ਮਾਣਯੋਗ ਜੱਜ ਸਾਹਿਬ ਨੇ ਰੱਖਿਆ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਕਾਰਵਾਈ ਤਾਂ ਨਹੀਂ ਵੀ ਪੁਲਿਸ ਹੈ, ਆਪਣੇ ਅਫਸਰਾਂ ਤੇ ਨਹੀਂ। ਸੋ ਹੁਣ ਉਸ ਤੋਂ ਬਾਅਦ ਹਾਈ ਕੋਰਟ ਦੇ ਜੱਜ ਸਾਹਿਬ ਨੇ ਸਾਡਿਆਂ ਨੇ ਜਿਹੜੇ ਸਰਕਾਰੀ ਵਕੀਲ ਪੇਸ਼ ਹੋਏ, ਉਹਨਾਂ ਨੂੰ ਕਲੀਅਰ ਕੱਟ ਸ਼ਬਦਾਂ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਮੈਂ ਹੁਣ ਇਹ ਕੋਈ ਜਸਟੀਫਿਕੇਸ਼ਨ ਨਹੀਂ ਮੰਨਣੀ। 20,000 ਰੁਪਈਆ ਸਟੇਟ ਨੂੰ ਫਟਕਾਰ ਕਹੂੰਗਾ ਮੈਂ। ਉਹਨਾਂ ਨੇ ਪੈਨਲਟੀ ਲਾਈ ਕਿ ਤੁਸੀਂ ਪੀਜੀਆਈ ਦਾ ਜਿਹੜਾ ਪੂਅਰ ਪੇਸ਼ੈਂਟਸ ਫੰਡ ਹੈ ਉੱਥੇ ਜਮ੍ਹਾਂ ਕਰਾਓ। ਔਰ ਅਗਲੀ ਪੇਸ਼ੀ ਜਿਹੜੀ ਹੈ ਉਹ 7-10 ਰੱਖੀ ਔਰ ਉਹਦੇ 'ਚ ਆਰਡਰਸ ਦੇ ਵਿੱਚ ਆ ਦੇਖੋ ਮੇਰੇ ਹੱਥ 'ਚ ਹੀ ਆਰਡਰਸ ਨੇ, ਉਹਦੇ 'ਚ ਉਹਨਾਂ ਨੇ ਇਹ ਵੀ ਕਰ ਦਿੱਤਾ ਹੈ ਕਿ ਮੋਰ ਦੈਨ 6 months ਹੈਵ ਲੈਪਸਡ ਐਂਡ ਦੇयर ਇਜ਼ ਨੋ ਜਸਟੀਫਿਕੇਸ਼ਨ ਫॉर ਨॉन ਫਾਈਲਿੰਗ ਆਫ ਦੀ ਸਟੇਟਸ। ਸੋ ਐਜ਼ ਪਰ ਦੀ ਆਰਡਰ
ਹੁਣ 7-10 ਲਈ ਸਰ ਅਗਲਾ ਜਿਹੜਾ ਕੇਸ ਸੀਗਾ ਉਹ ਸਾਡਾ ਪੈਂਡਿੰਗ ਹੈ। ਹੁਣ ਮੈਂ ਇੱਥੇ ਆ ਕੇ ਮੱਕੜ ਸਾਹਿਬ ਇੱਕ ਚੀਜ਼ ਤੁਹਾਡੇ ਨਾਲ ਹੋਰ ਕਰੂੰ, ਤਾਂ ਕੀ ਇਹ FIR ਦਰਜ ਹੋਊਗੀ ਕਿ ਨਹੀਂ ਹੋਊਗੀ? ਇਹ ਬਹੁਤ ਸਿੱਧਾ ਸਵਾਲ ਹੈ। ਦੇਖੋ ਹੁਣ ਇਸ ਆਰਡਰ ਤੋਂ ਉੱਪਰ ਹਾਈ ਕੋਰਟ ਨੇ ਹੁਣ ਲਾਸਟ ਆਰਡਰ ਇਹੀ ਹੈ ਕਿ 7 ਤਰੀਕ ਤੇ ਸਾਡੀ ਟੇਕ ਹੈ। ਇੱਕ ਮੈਨੂੰ ਇਹ ਲੱਗਦਾ ਵੀ ਹਾਈ ਕੋਰਟ ਦਾ ਸਖਤ ਰਵੱਈਆ ਸਟੇਟ ਲਈ ਇੱਕ ਤਰੀਕੇ ਨਾਲ ਤੁਸੀਂ ਕਹੋ ਵੀ ਬੜੀ ਸ਼ੇਮਫੁਲ ਸਟੇਟ ਲਈ ਮੈਂ ਇਹ ਕਹੂੰਗਾ ਪੋਜੀਸ਼ਨ ਬਣ ਗਈ ਉਸ ਦਿਨ, ਕਿਉਂਕਿ ਸਟੇਟ ਨੂੰ ਜੁਰਮਾਨਾ ਹੋਣਾ ਇਸ ਗੱਲ ਤੇ ਵੀ ਤੁਸੀਂ ਐਲੀ ਮੰਗਣ ਦੇ ਕੇਸ 'ਚ ਉਹਨਾਂ ਐਰਿੰਗ ਪੁਲਿਸ ਆਫੀਸਰਸ ਤੇ ਕਾਰਵਾਈ ਕਿਉਂ ਨਹੀਂ ਕੀਤੀ। ਸੋ ਇਸ ਕਰਕੇ 20,000 ਰੁਪਏ ਦੀ ਫਟਕਾਰ ਲੱਗੀ ਹੈ। ਔਰ ਸਾਨੂੰ ਜਿੱਦਾਂ ਜੱਜ ਸਾਹਿਬ ਸਾਡੇ ਕੇਸ ਨੂੰ ਸਾਰਾ ਸਮਝ ਚੁੱਕੇ ਨੇ ਵੀ ਇਹ ਕੀ ਕੇਸ ਹੈ। ਔਰ ਦੇਖੋ ਮੈਂ ਇੱਕ ਚੀਜ਼ ਹੋਰ ਕਹੂੰਗਾ, ਐਲੀ ਆ ਗਿਆ ਬਾਹਰ, ਪਤਾ ਨਹੀਂ ਕਿੰਨੇ ਮਾਮਲੇ ਸਾਡੇ ਸਟੇਟ ਦੇ ਵਿੱਚ ਇੱਦਾਂ ਦੇ ਨੇ ਜਿਨ੍ਹਾਂ ਨੂੰ ਅਸੀਂ ਸਮਟਾਈਮ ਸਾਨੂੰ ਫੋਨ ਆ ਜਾਂਦਾ ਵੀ ਸਰ ਸਾਨੂੰ ਮਾਰਿਆ ਕੁੱਟਿਆ ਹੈ, ਸਾਡਾ ਬੁਰਾ ਹਾਲ ਕਰਤਾ, ਸਾਡੇ ਕੋਲ ਤੁਰਿਆ ਨਹੀਂ ਜਾਂਦਾ। ਪਰ ਉਹਨਾਂ ਨੂੰ ਕਹੀਦਾ ਵੀ ਅੱਗੇ ਆਓ, ਉਹ ਕਹਿਣਗੇ ਸਰ ਨਹੀਂ ਸਾਨੂੰ ਪੁਲਿਸ ਤੋਂ ਡਰ ਲੱਗਦਾ ਜੀ, ਹੋਰ ਕੁੱਟਣਗੇ। ਸੋ ਅਸੀਂ 7 ਤਰੀਕ ਤੱਕ ਸਾਨੂੰ ਜਿਹੜਾ ਤੁਹਾਡਾ ਇੱਕ ਸਵਾਲ ਬੜਾ ਵਧੀਆ ਸੀ ਵੀ FIR ਹੁੰਦੀ ਹੈ ਕਿ ਨਹੀਂ ਹੁੰਦੀ। ਵੀਰੇ FIR ਜੇ ਤਾਂ ਆਪਾਂ ਸਿੱਟ ਦੀ ਰਿਪੋਰਟ ਦੀ ਗੱਲ ਕਰ ਦਈਏ ਜਾਂ ਹਾਈ ਕੋਰਟ ਦੇ ਵਿੱਚ ਜੋ ਸਾਡਾ ਕੇਸ ਹੈ ਉਹਦੀ ਗੱਲ ਕਰ ਲਈਏ ਤਾਂ 7-10 ਤੋਂ ਪਹਿਲਾਂ ਕਾਨੂੰਨ ਮੁਤਾਬਕ ਤੇ ਬਣਦਾ ਹੈ ਵੀ ਹੁਣੇ ਸਟੇਟਸ ਰਿਪੋਰਟ ਜਾ ਕੇ ਇਹ ਦੇਣ ਵੀ ਅਸੀਂ ਆਹ ਪਰਚਾ ਦਰਜ ਕਰਤਾ। ਪਰ ਹੁਣ ਗਾਂ DGP ਸਾਹਿਬ ਨੇ ਉਹਨਾਂ ਤੇ ਦੇਖੋ ਮੈਂ ਇੱਕ ਜਾਂਚ ਹੋਰ ਮੰਗੂਗਾ। ਜਿੱਦਾਂ ਹਾਈ ਕੋਰਟ ਨੇ ਇਹ ਕਹਿਤਾ ਵੀ 6 ਮਹੀਨੇ ਕੋਈ ਜਸਟੀਫਿਕੇਸ਼ਨ ਨਹੀਂ, ਤੁਸੀਂ ਕਿਉਂ ਲਮਕਾਇਆ। ਅਸੀਂ ਇੱਕ ਇਹ ਵੀ ਜਾਂਚ ਕਰਾਉਣੀ ਹੈ ਵੀ ਕੀ ਇਹਦੇ 'ਚ ਕੋਈ ਵੱਡਾ ਪੋਲੀਟੀਕਲ ਬੰਦਾ ਇਨਵੋਲਵ ਹੈ ਜਾਂ ਪੁਲਿਸ ਨੇ ਕਿਉਂ ਡਿਲੇ ਕੀਤੀ, ਇਹ ਵੀ ਇੱਕ ਜਾਂਚ ਦਾ ਵਿਸ਼ਾ ਰਹੂਗਾ। ਸੋ ਪਰਚਾ ਜਿਹੜਾ ਹੈ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ, ਪੰਜਾਬ ਪੁਲਿਸ ਰੂਲਸ ਐਕਟ ਔਰ IPC ਦੀਆਂ ਧਾਰਾਵਾਂ ਥੱਲੇ ਦਰਜ ਹੋਣਾ ਚਾਹੀਦਾ। ਮੈਂ ਇਹਦੇ 'ਚ ਮੈਨੂੰ ਇਹ ਦੱਸੋ ਐਲੀ ਕਿ ਤੁਹਾਡੇ ਤੇ ਵੀ ਕੋਈ ਪ੍ਰੈਸ਼ਰ ਆਇਆ? ਜਿਵੇਂ ਘੁੰਮਣ ਸਾਹਿਬ ਕਹਿ ਰਹੇ ਕਿ ਸਾਨੂੰ ਬਹੁਤ ਤਰ੍ਹਾਂ ਦੇ ਪ੍ਰੈਸ਼ਰ ਨੇ, ਕੋਈ DSP ਨੇ ਜਾਂ ਪੰਜਾਬ ਪੁਲਿਸ ਨੇ ਜਾਂ ਕੋਈ ਪੋਲੀਟੀਸ਼ੀਅਨ ਨੇ ਤੁਹਾਨੂੰ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਤਾਂ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੂੰ, ਬਟ ਹਾਂ ਬਹੁਤ ਜਣਿਆਂ ਨੂੰ ਭੇਜਿਆ ਸਾਡੇ ਕੋਲੇ। ਸਾਡੇ ਸੀਨੀਅਰ ਵੀਰੇ ਹੋਣੀ ਨੇ, ਜਿਵੇਂ ਵਧੀਆ ਉਹਨਾਂ ਦਾ ਪੋਲੀਟਿਕਸ 'ਚ ਵਧੀਆ ਨਾਮ ਆ, ਉਹਨਾਂ ਕੋਲੇ ਭੇਜੇ ਬੰਦੇ। ਸਾਡੇ ਪਿੰਡ ਦੇ ਸਰਪੰਚ ਕੋਲੇ ਬਹੁਤ ਬੰਦੇ ਭੇਜੇ ਵੀ ਨਵੇੜ ਲਓ, ਖਤਮ ਕਰੋ ਇਹਨੂੰ। ਵਿੱਚ ਦੀ ਪ੍ਰੈਸ਼ਰ ਉਦੋਂ ਸੀਗਾ ਜਦੋਂ ਆ ਕੇਸ ਕੂਸ ਜੇ ਹੋਰ 2-3 ਪਵਾਤੇ। ਉਹ ਬੰਦਿਆਂ ਨੇ ਆਪ ਹੀ ਦੱਸਿਆ ਕਿ DSP ਦਾ ਫੋਨ ਆਈ ਰਮਨਦੀਪ ਦਾ। ਕਾਹਦੇ ਕੇਸ ਪਵਾਤੇ? ਆ ਸਾਹਨੇ ਵਾਲਾ ਇੱਕ ਪੈ ਗਿਆ ਸੀਗਾ, ਇੱਕ ਸਾਡੇ ਮੋਗੇ ਦਰਖਾਸਤ ਦਵਾਤੀ ਬਿਨਾਂ ਹੀ ਗੱਲ ਤੋਂ, ਕੋਈ ਲੈਣ ਨਹੀਂ ਉਹਦੇ 'ਚ, ਕੋਈ ਦੇਣ ਨਹੀਂ, ਸਾਡਾ ਨਾਮ ਨਹੀਂ। ਉਹ ਜਿਹੜੀ ਗੋਲੀ ਚਲਾਈ ਇੱਕ ਪਾਰਟੀ ਤੇ ਤੁਸੀਂ ਗੋਲੀ ਚਲਾ ਰਹੇ, ਉਹ ਕਾਹਨੂੰ ਗੋਲੀ ਵੀ ਕਾਹਨੂੰ ਚਲਾਈ ਸੀ? ਉਹ ਦੱਸਿਆ ਹੀ ਸੀਗਾ ਕਿ ਭਾਈ ਅਸੀਂ ਸ਼ੂਟ ਕਰਦੇ ਸੀਗੇ। ਉਹ ਐਵੇਂ ਹੀ ਜਿਹੜੇ ਮਿੱਤਰ ਨੇ ਵੀਡੀਓ ਪਾਤੀ, ਉਹਨਾਂ ਨੇ ਚੱਕ ਲਈ। ਉਹ ਇੱਕ ਮੀਡੀਆ ਵਾਲੇ ਦਾ ਪਤਾ ਨਹੀਂ ਕਿਹਨੇ ਫੋਨ ਮਿਲਾ ਕੇ ਉਹਨੂੰ ਆਪ ਹੀ ਕਹਿਤਾ ਕਿ ਹਾਂਜੀ ਐਲੀ ਬੋਲਦਾ ਜੀ, ਐਲੀ ਨੇ ਗੱਲ ਕਰੀ, ਐਲੀ ਕਹਿੰਦਾ ਹਾਂਜੀ ਅਸੀਂ ਗੋਲੀਆਂ ਚਲਾਈਆਂ ਨੇ। ਉਹ ਬਸ ਆਹੀ ਵੀਡੀਓ ਜੀ ਚੱਕ ਕੇ ਉੱਪਰ ਇਹੋ ਜਿਹਾ ਕੁਛ ਬਹੁਤ ਹੋਇਆ। ਬਾਈ ਨੂੰ ਵੀ ਆਖਿਆ ਬੱਬੂ ਮਾਨ ਨੂੰ ਵੀ ਕਿ ਇਹਨੂੰ ਕਹਿ ਤੂੰ ਮਨਾ ਇਹਨੂੰ। ਮੈਂ ਕਿਹਾ ਨਹੀਂ ਬਾਈ ਹੁਣ ਨਹੀਂ, ਪਿੱਛੇ ਨਹੀਂ ਹਟਣਾ। ਉਹ ਗਾਲਾਂ ਨਾਲ ਇਸ ਬਾਰੇ ਗੱਲ ਹੋਈ, ਉਹਨਾਂ ਨੇ ਕਿਹਾ ਤੁਹਾਨੂੰ? ਹਾਂ, ਬਾਈ ਦਾ ਉਹਦਾ ਰਮਨਦੀਪ ਦਾ ਰਿਸ਼ਤੇਦਾਰ ਆ ਆਪਣੇ, ਮੇਰੇ ਨਾਲ ਵਧੀਆ ਉਹ ਬੰਦੇ ਦੀ ਅੱਜ ਦੀ ਡੇਟ 'ਚ। ਮੈਂ ਇਹ ਨਹੀਂ ਕਹਿੰਦਾ ਮੇਰੀ ਉਹ ਬੰਦੇ ਨਾਲ ਵਧੀਆ ਨਹੀਂ, ਜਿਹੜਾ ਉਹ ਰਮਨਦੀਪ ਦਾ ਰਿਸ਼ਤੇਦਾਰ ਆ ਉਹ ਆਪਣਾ ਅੱਜ ਦੀ ਡੇਟ 'ਚ ਗੁੱਡ ਫਰੈਂਡ ਆ ਬੰਦਾ। ਉਹ ਅਸੀਂ ਵਧੀਆ ਮਿਲਦੇ ਹਾਂ। ਬਾਈ ਉਹਨੂੰ ਆਖਿਆ ਕਿ ਤੂੰ ਬਾਈ ਨੂੰ ਕਹਿ, ਬਾਈ ਦਾ ਗੁੱਡ ਫਰੈਂਡ ਆ ਹੋਗਾ। ਫਿਰ ਉਹ ਨਾਲ ਵੀ ਆਇਆ ਸੀ। ਫਿਰ ਬਾਈ ਕਹਿੰਦਾ ਨਹੀਂ, ਆਪਦੇ ਰਿਸ਼ਤੇਦਾਰ ਨੂੰ ਤੂੰ ਆਖਦੇ ਕਿ ਅਸੀਂ ਨਹੀਂ ਕਰਨਾ ਫੈਸਲਾ, ਕਿ ਗਲਤ ਗੱਲ ਕਰੀ ਤੇਰੇ ਰਿਸ਼ਤੇਦਾਰ। ਉੱਥੇ ਬਾਹਰ ਤੁਸੀਂ ਜਾਣਾ ਹੈ, ਵਪਾਰ ਨੇ, ਪਰਿਵਾਰ ਵੀ ਆਈ ਐਮ ਸ਼ੋਰ ਬਹੁਤ ਅਫੈਕਟ ਹੁੰਦਾ। ਤੁਸੀਂ ਆਪ ਵੀ ਸਾਰਾ ਕੁਝ ਛੱਡ ਕੇ ਇੱਥੇ ਲੱਗੇ ਹੋ। ਕਦੇ ਜ਼ਹਿਨ 'ਚ ਆਇਆ ਵੀ ਛੱਡ ਦਈਏ ਗੱਲ ਨੂੰ ਹੁਣ? ਨਹੀਂ ਹੈ। ਮੈਂ ਜਿਹੜੀ ਚੀਜ਼ ਦੇ ਮਗਰ ਪੈ ਜਾਵਾਂ ਮੈਂ ਛੱਡਦਾ ਨਹੀਂ ਉਹਨੂੰ। ਫਿਰ ਚਾਹੇ ਕਿ ਉਹ ਸਿੱਧੀ ਉਂਗਲੀ ਨਾਲ ਨਿਕਲੇ ਚਾਹੇ ਟੇਢੀ ਨਾਲ ਨਿਕਲੇ, ਫਿਰ ਉਹ ਮੈਂ ਕੱਢ ਕੇ ਛੱਡਦਾ ਹੁੰਦਾ। ਐਂ ਨਹੀਂ, ਮੈਂ ਕਦੇ ਪਿੱਛੇ ਨਹੀਂ ਹਟਿਆ। ਤਾਂ ਮੇਨਲੀ ਜਿਹੜੇ ਬਾਕੀਆਂ ਦਾ ਤਾਂ ਤੁਸੀਂ ਕਿਹਾ, ਪਰ ਤੁਸੀਂ ਚਾਹੁੰਦੇ ਹੋ ਵੀ DSP ਰਮਨ ਦੇ ਉੱਤੇ ਕਾਰਵਾਈ ਹੋਵੇ? ਬਿਲਕੁਲ ਹੋਊਗੀ ਜੀ, ਬਿਲਕੁਲ ਹੋਊਗੀ। ਅੱਜ ਹੈਗਾ ਤੁਹਾਨੂੰ? ਮੈਨੂੰ ਆਪਣੇ ਆਪ ਤੇ ਵੀ, ਮੇਰੇ ਪਰਮਾਤਮਾ ਤੇ ਮੈਨੂੰ ਬੜਾ ਭਰੋਸਾ ਜੀ। ਮੈਂ ਰੱਬ ਨੂੰ ਮੰਨਣ ਵਾਲਾ ਬੰਦਾ। ਜੇ ਮੇਰੀ ਗਲਤੀ ਹੁੰਦੀ ਤਾਂ ਪਰਮਾਤਮਾ ਨੇ ਦੱਸ ਦੇਣਾ ਮੈਨੂੰ ਕਿ ਮਿੱਤਰ ਤੇਰੀ ਗਲਤੀ ਆ, ਕਿ ਜੋ ਹੋ ਗਿਆ ਬਸ ਇੱਥੇ ਨਿਬੇੜ ਦੇ, ਇਹਨੂੰ ਖਤਮ ਕਰ ਦੇ। ਪਰ ਉਹਨੇ ਜੇ ਬਾਂਹ ਫੜੀ ਆ ਤਾਂ ਕੁਛ ਹੋਊਗਾ, ਵਿੱਚ ਹੋਊਗੀ। ਘੁੰਮਣ ਸਾਹਿਬ ਕਦੇ ਐਸਾ ਸਮਾਂ, ਕਿਉਂਕਿ ਤੁਸੀਂ ਹੁਣ ਬਹੁਤ ਕਲੋਜ਼ ਰਹਿੰਦੇ ਹੋ, ਇੱਕ ਕਲਾਇੰਟ ਵਾਲਾ ਤਾਂ ਰਿਸ਼ਤਾ ਮੈਂ ਦੇਖਿਆ ਤੁਹਾਡਾ ਨਹੀਂ ਹੈ, ਭਰਾਵਾਂ ਵਾਲਾ ਰਿਸ਼ਤਾ ਹੈ, ਕਦੇ ਹੋਇਆ ਕਿ ਐਲੀ ਡੋਲਿਆ ਹੋਵੇ ਜਾਂ ਤੁਸੀਂ ਕਦੇ ਜਜ਼ਬਾਤੀ ਦੇਖਿਆ ਹੋਵੇ ਇਹਨਾਂ ਨੂੰ? ਦੇਖੋ ਮੈਂ ਮੱਕੜ ਸਾਹਿਬ ਇਹ ਸਮਝਦਾ ਕਿ ਜਿੱਥੇ ਅੱਜ ਅਸੀਂ ਆ ਕੇ ਅੱਜ ਖੜੇ ਹਾਂ, ਆਪਾਂ ਉਸ ਪੋਜੀਸ਼ਨ ਜਿਹੜੀ ਸਤੰਬਰ 2019 'ਚ ਬਾਈ ਨਾਲ ਹੋਈ ਸੀ, ਅੱਜ ਇੱਕ ਬੈਟਰ ਪੋਜੀਸ਼ਨ 'ਤੇ ਅਸੀਂ ਪਹੁੰਚੇ ਹਾਂ। ਮਾਣਯੋਗ ਕੋਰਟ ਨੇ ਸਾਨੂੰ ਇਸ ਪੋਜੀਸ਼ਨ 'ਚ ਪਹੁੰਚਾਇਆ ਹੈ। ਪਰ 2 ਸਾਲ ਦਾ ਬੜਾ ਸਹੀ ਸਵਾਲ ਹੈ ਤੁਹਾਡਾ ਮੱਕੜ ਸਾਹਿਬ। ਮਤਲਬ ਸਮਾਂ ਇਹੋ ਜਿਹਾ ਵੀ ਜਿੱਥੇ ਕਿਤੇ ਬਾਈ ਨੂੰ ਵੀ ਲੱਗਿਆ ਵੀ ਭਾਜੀ ਕਿਵੇਂ ਹੋਏਗਾ,
ਕਿਉਂਕਿ ਵੇਖੋ ਜਿਹੜਾ ਮੱਥਾ ਲਾਇਆ ਜੀ, ਮੱਥਾ ਸਿੱਧਾ ਪੁਲਿਸ ਦੇ ਨਾਲ ਮੱਥਾ ਲਾਇਆ। ਔਰ ਇਸ ਚੀਜ਼ 'ਚ ਮੱਕੜ ਸਾਹਿਬ ਅਸੀਂ 22 ਵਾਰੀ ਇਕੱਠੇ ਹੀ ਜਦੋਂ ਅਸੀਂ ਸਿੱਟ ਕੌਂਸਟੀਟਿਊਟ ਕਰਵਾਈ ਨਾ, ਵਿੱਚ ਉਹ ਪਾਰਟ ਇੱਕ ਛੋਟਾ ਜਿਹਾ ਮੈਂ ਦੱਸਣਾ ਚਾਹੁੰਦਾ। ਅਸੀਂ ਇੰਟਰਵਿਊ ਕਰ ਰਹੇ ਹਾਂ ਔਰ ਮੇਰੇ ਤੇ ਬ੍ਰਦਰ ਦੇ ਕੋਲ 2016 ਜਾਂ 15 ਤੋਂ ਸਾਡੇ ਕੋਲ DGP ਪੰਜਾਬ ਨੇ ਸਾਨੂੰ ਸਿਕਿਉਰਿਟੀ ਕਵਰ ਨੋਟ ਪ੍ਰੋਵਾਈਡ ਕੀਤਾ ਸੀ, ਕਿਉਂਕਿ ਕੁਝ ਕ੍ਰਿਮੀਨਲ ਕੇਸਿਸ ਡੀਲ ਕਰਦੇ ਸੀ ਜੀ। ਅਸੀਂ DGP ਆਫਿਸ ਦੀ ਪ੍ਰਮਿਸਿਸ ਦੇ ਬਾਹਰ ਖੜ ਕੇ ਅਸੀਂ ਇੱਕ ਪ੍ਰੈਸ ਕਾਨਫਰੰਸ ਜਿਵੇਂ ਆਪਾਂ ਹੁਣ ਕਰੀ ਜਾਂਦੇ ਹਾਂ ਜੀ, ਤਾਂ ਤੁਸੀਂ ਇਹ ਗੱਲ ਕਹਿ ਲਓ ਮੱਕੜ ਸਾਹਿਬ ਵੀ ਸਾਨੂੰ ਇੱਕ ਪੰਜਾਬੀ 'ਚ ਸਬਕ ਸਿਖਾਉਣ ਦੀ, ਜਾਂ ਤੁਸੀਂ ਕਹਿ ਲਓ ਇੱਕ ਲੈਸਨ, ਸਾਨੂੰ ਦੋਵਾਂ ਭਰਾਵਾਂ ਨੂੰ ਸਾਡੇ ਨਾਲ ਜਿਹੜੀ ਸਿਕਿਉਰਿਟੀ ਕਵਰ ਨੋਟ ਸੀ, ਘੰਟੇ ਇੱਕ ਦੇ ਵਿੱਚ ਅਸੀਂ ਕਿਤੇ ਮੋਹਾਲੀ ਬੈਠੇ ਹਾਂ 22 ਵਾਰੀ ਆਏ, ਤਾਂ ਉੱਥੇ ਫੋਨ ਆਉਂਦਾ ਜੀ ਵੀ ਜਿੱਥੇ ਵੀ ਮੁਲਾਜ਼ਮਾਂ ਨੂੰ, ਜਿੰਨੇ ਵੀ ਮੁਲਾਜ਼ਮ ਸੁਣੋ ਤੁਹਾਨੂੰ ਆਉਂਦਾ ਹੈ, ਉਹਨਾਂ ਨੂੰ ਸਿੱਧਾ ASI ਸਾਡਾ ਇੰਚਾਰਜ ਸੀ, ਗਨਮੈਨ ਜਿਹੜੇ ਤੁਹਾਨੂੰ ਦਿੱਤੇ ਹੋਏ ਸੀ, ਜਿਹੜੇ ਸਾਡੇ ਨਾਲ 5-6 ਮੁੰਡੇ ਚੱਲਦੇ ਸੀ, ਉਹਨਾਂ ਨੂੰ ਫੋਨ ਆਉਂਦਾ ਵੀ ਜਿੱਥੇ ਵੀ ਕਿਤੇ ਬੈਠੇ ਨੇ, ਸਾਡੇ SSP ਫਤਿਹਗੜ੍ਹ ਸਾਹਿਬ ਤੋਂ ਫੋਨ ਕਰਾਇਆ ਜਾਂਦਾ ਹੈ, ਕਿਉਂਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ, ਕਿ ਜਿੱਥੇ ਵੀ ਕਿਤੇ 6 ਇਹ ਬੈਠੇ ਨੇ, ਇਹਨਾਂ ਨੂੰ ਇੱਥੇ ਹੀ ਛੱਡ ਕੇ ਤੁਸੀਂ ਵਾਪਸ ਆ ਜਾਓ। ਤਾਂ ਉਹ ਸਮੇਂ ਬਾਈ ਵੀ ਸੀਗੇ, ਇਹ ਵੀ ਡੋਲਿਆ, ਇਹਨੇ ਸਾਨੂੰ ਇਹ ਗੱਲ ਕਹੀ ਵੀ ਬਾਈ ਯਾਰ ਮੇਰੇ ਕਰਕੇ ਤੁਹਾਡਾ, ਤੁਸੀਂ ਹੋਰ ਵੀ ਕੇਸ ਲੜਦੇ ਹੋ, ਕੱਲਾ ਮੇਰਾ ਕੇਸ ਤਾਂ ਚਲੋ ਹੈ, ਹੋਰ ਵੀ ਕੇਸ ਲੜਦੇ ਹੋ। ਤਾਂ ਉੱਥੇ ਆ ਕੇ ਮੈਂ ਦਿਲ ਦੀ ਗੱਲ ਬਾਈ ਤੁਹਾਨੂੰ ਦੱਸਦਾ, ਕਿਉਂਕਿ ਉਸ ਸਮੇਂ ਐ ਸੀ ਵੀ ਅਸੀਂ ਨਾ ਤਾਂ ਸਾਨੂੰ ਦੋਵਾਂ ਭਰਾਵਾਂ ਨੂੰ ਝਟਕਾ ਹਲਕਾ ਜਿਹਾ ਜ਼ਰੂਰ ਲੱਗਾ, ਕਿਉਂਕਿ ਐ ਸੀਗਾ ਵੀ ਕਈ ਸੈਂਸਿਟਿਵ ਫਾਈਲਾਂ ਨੇ, ਮੈਂ ਦੱਸ ਨਹੀਂ ਸਕਦਾ ਜੀ। ਸੋ ਉਹ ਸਮੇਂ ਲੱਗਿਆ ਵੀ ਜੇ ਇਸ ਚੀਜ਼ ਨੂੰ ਹੁਣ ਅਸੀਂ ਐਕਸਪੋਜ਼ ਕਰਦੇ ਹਾਂ ਤੁਹਾਡੇ ਮੀਡੀਆ ਦੇ ਰਾਹੀਂ, ਤਾਂ ਫਿਰ ਸਿੱਧਾ ਸਾਨੂੰ ਫਿਰ ਟਾਰਗੇਟ ਹੋਣ ਦਾ ਡਰ ਸੀ। ਸੋ 1.5 ਮਹੀਨਾ ਬਾਈ ਨੇ ਸਾਥ ਦਿੱਤਾ ਵੀ ਭਾਜੀ ਆਪਾਂ ਤੁਹਾਡੇ ਨਾਲ ਆ, ਕੋਈ ਗੱਲ ਨਹੀਂ, ਜਿੱਥੇ ਤੁਹਾਡੇ ਭਰਾ ਖੜੇ ਨੇ ਉੱਥੇ ਬਾਈ ਤੁਸੀਂ ਡੋਲਿਓ ਨਾ। ਇਹ ਵੀ ਹੋਇਆ ਕਿ ਤੁਹਾਡਾ ਵੀ ਪਰਿਵਾਰਕ ਜਿਹਾ ਰਿਲੇਸ਼ਨ ਹੋ ਗਿਆ ਜੀ। ਮੈਂ ਦੱਸਿਆ ਪਹਿਲਾਂ ਵਕੀਲ ਸੀ, ਹੁਣ ਤਾਂ ਭਰਾ ਸਾਡੇ ਬੜੇ, ਹੁਣ ਤਾਂ ਕੋਈ ਵਕੀਲਾਂ ਵਾਲੀ ਕੋਈ ਉਹ ਨਾ, ਅਸੀਂ ਕਦੇ ਐਜ਼ ਅ ਵਕੀਲ ਇਹਨਾਂ ਨੂੰ ਦੇਖਿਆ ਸਾਡੇ ਨਾਲ ਡੀਲ ਕਰਦੇ। ਤੇ ਸਾਨੂੰ ਜਦੋਂ ਵੀ ਫੋਨ ਕਰਦੇ ਨੇ ਇੱਕ ਸਾਲੀ ਖੁਸ਼ੀ ਜਿਹੀ ਹੋ ਜਾਂਦੀ ਹੈ ਕਿ ਯਾਰ ਵਕੀਲਾਂ ਦਾ ਫੋਨ ਆਇਆ। ਉਹ ਮੈਨੂੰ ਤਾਂ ਘੱਟ ਵੱਧ ਹੀ ਹੁੰਦਾ, ਉਹ ਮੇਰੇ ਨਾਲ ਦੇ ਨੂੰ ਵੱਧ ਹੁੰਦਾ ਕਿ ਮੈਂ ਫੋਨ ਮੈਨੂੰ ਵੱਜਦੇ ਰਹਿੰਦੇ, ਯਾਰ ਚੇਤਨ ਵੀਰ ਐਂ ਹੋ ਗਿਆ, ਆਪਾਂ ਐਂ ਕਰ ਦੇਣਾ। ਅਸੀਂ ਆਪਸ 'ਚ ਗੱਲਾਂ ਕਰ ਦਿੰਦੇ ਹਾਂ, ਯਾਰ ਸਹੀ ਨੇ ਬੰਦੇ, ਯਾਰ ਠੀਕ ਆ, ਕਿ ਉਹ ਹੈ ਨਹੀਂ ਕੋਈ ਫੀਲਿੰਗ ਜਿਵੇਂ ਪਹਿਲਾਂ ਲੱਗਦਾ ਹੁੰਦਾ ਸੀਗਾ ਯਾਰ ਵਕੀਲਾਂ ਕੋਲ ਜਾਣਾ। ਹੁਣ ਤਾਂ ਹੀ ਕਹਿੰਦੇ ਹੁੰਦੇ ਆ ਕਿ ਬਾਈ ਉਹਨਾਂ ਕੋਲ ਬੈਠੀ ਫਿਰ ਚੱਲ ਕੇ, ਅਸੀਂ ਉੱਦਾਂ ਵੀ ਬੈਠੇ ਰਹਿੰਦੇ ਆ ਕੇ ਇੱਥੇ, ਕੋਈ ਚਾਹੇ ਕੰਮ ਹੋਵੇ ਨਾ ਹੋਵੇ, ਅਸੀਂ ਲੰਘਦੇ ਵੜਦੇ ਗੇੜਾ ਮਾਰ ਜਾਂਦੇ ਹਾਂ। ਜਿਹੜੀ ਉਹ ਹੈ ਨਹੀਂ ਕੋਈ ਫੀਲਿੰਗ ਹੁਣ ਵਕੀਲਾਂ ਵਾਲੀ ਤਾਂ ਕੋਈ ਨਹੀਂ। ਪਰਿਵਾਰ ਵੱਲੋਂ ਕੀ ਹੁੰਦਾ, ਖਾਸ ਤੌਰ ਤੇ ਪਰਿਵਾਰ ਬਹੁਤ ਇਹਨਾਂ ਗੱਲਾਂ ਨੂੰ ਲੈ ਕੇ ਕਹਿੰਦਾ ਹੁੰਦਾ ਕਿ ਯਾਰ ਹੁਣ ਕਿਸੇ ਹੋਰ ਕੰਮ ਲੱਗੋ, ਜਾਂ ਫਿਰ ਉਹ ਨਾਲ ਸਪੋਰਟ ਕਰਦੇ ਆ ਤੁਹਾਡੀ? ਮਾਤਾ ਮਾੜਾ ਜਿਹਾ ਕਰਦੀ ਹੁੰਦੀ ਹੈ ਇਹਨਾਂ ਕੋਲੇ ਭਾਜੀ ਉਹਨਾਂ ਨੂੰ ਫੋਨ ਕਰਕੇ ਕਿ ਤੁਸੀਂ ਨਿਬੇੜੋ ਤੇ ਕਰ ਲਓ ਇਹਦਾ ਜੋ ਹੁੰਦਾ। ਫਾਦਰ ਸਾਹਿਬ ਮੇਰੇ ਥੋੜੇ ਜਿਹੇ ਹੈਡ ਬੈੜੇ ਜਿਹੇ ਆ, ਜਿਵੇਂ ਮੇਰੇ ਫਾਦਰ ਸਾਹਿਬ ਨੇ ਹੁਣ ਕਿੱਦਾਂ ਦੇ ਹੋਣਗੇ, ਮੈਂ ਕਿੱਦਾਂ ਦਾ, ਉੱਦਾਂ ਦੇ ਮੇਰੇ ਫਾਦਰ ਸਾਹਿਬ ਨੇ। ਉਹ ਕਹਿੰਦੇ ਨਹੀਂ ਛੱਡਣਾ, ਨਹੀਂ ਉਹ ਕਹਿੰਦੇ ਆ ਕਿ ਚੱਕ ਦੇ ਫੋਟੇ ਪੁੱਤ ਤੇਰੇ ਨਾਲ ਆ, ਜਿਵੇਂ ਕਹੇਗਾ ਉਵੇਂ ਕਰਾਂਗੇ। ਕਦੇ ਰਿਗਰੈਟ ਹੁੰਦਾ ਵੀ ਸ਼ਾਇਦ ਉਸ ਦਿਨ ਉਹ ਇੱਕ ਹਰਕਤ ਨਾ ਬਚਕਾਨੀ ਹੁੰਦੀ, ਜਾਂ ਇਹ ਸੋਸ਼ਲ ਤੇ ਚੱਲਿਆ ਹੋਇਆ ਕਿ ਨਹੀਂ ਇਹੋ ਜਿਹੀ ਹੋ? ਹੁਣ ਇਹ ਇੱਕ ਉਹ ਹੋ ਜਾਣਾ, ਡਾਇਲੋਗ ਡਿਲੀਵਰੀ ਵਾਲੀ ਗੱਲ ਹੋ ਜਾਣੀ ਆ। ਰਿਗਰੈਟ ਤਾਂ ਕਦੇ ਅੱਜ ਤੱਕ ਲਾਈਫ 'ਚ ਸਾਲਾ ਕਰਿਆ ਹੀ ਨਹੀਂ ਕਿਸੇ ਚੀਜ਼ ਦਾ। ਜੋ ਕਰਤਾ ਉਹ ਐਂ ਆ ਕਿ ਬਸ ਕਰਤਾ ਯਾਰ, ਹੋ ਗਿਆ। ਉਹ ਕਦੇ ਸੋਚਿਆ ਨਹੀਂ ਯਾਰ ਉਹਦੇ ਬਾਰੇ ਮੁੜ ਕੇ ਕਿ ਗਲਤੀ ਹੋ ਗਈ ਜਾਂ ਉਹ ਹੋ ਗਿਆ, ਕਦੇ ਕਰਿਆ ਹੀ ਨਹੀਂ ਰਿਗਰੈਟ ਤਾਂ ਲਾਈਫ 'ਚ, ਕਦੇ ਕੀਤਾ ਹੀ ਨਹੀਂ। ਕੈਰੀਅਰ ਦੀ ਪਰਵਾਹ ਨਹੀਂ ਕਦੇ ਬੰਦਾ ਸੋਚਦਾ ਯਾਰ ਐਂ ਹੋ ਜੂ, ਬੰਦਾ ਬਹੁਤ ਸਿਲੈਕਟਡ ਜਿਹਾ ਹੋ ਕੇ ਚੱਲਦਾ ਜ਼ਿੰਦਗੀ। ਦੇਖੋ ਜੀ, ਰੋਟੀ ਪਹਿਲਾਂ ਵੀ ਵਧੀਆ ਖਾਂਦੇ ਸੀ, ਹੁਣ ਵੀ ਵਧੀਆ ਖਾਂਦੇ ਆ। ਪਹਿਲਾਂ ਵੀ ਗੱਡੀ 'ਚ ਫਿਰਦੇ ਸੀ, ਹੁਣ ਵੀ ਗੱਡੀ 'ਚ ਫਿਰਦੇ। ਤਾਂ ਪਰਮਾਤਮਾ ਦੀ ਦੇਣਾ ਚਾਹੂਗਾ ਫਿਰ ਮਿਲ ਜੂ, ਕਰੀਅਰ ਫਿਰ ਬਣਾ ਲਾਂਗੇ, ਸਾਰੀ ਉਮਰ ਪਈ ਆ। ਖਬਰ ਆ ਇਹਨਾਂ ਨੂੰ ਜਿੱਦਣ ਸਜ਼ਾ ਆਉਣੀ ਆ, ਰੱਬ ਨੇ ਕਿਹੜਾ ਕਰੀਅਰ ਲਿਖ ਦੇਣਾ ਉਦਣ। ਹੋ ਸਕਦਾ ਜੇ ਕਿਸੇ ਹੋਰ ਨਾਲ ਧੱਕਾ ਹੋਇਆ ਤੁਹਾਡੇ ਬਹਾਨੇ ਹੀ ਇਸ ਤਰ੍ਹਾਂ। ਘੁੰਮਣ ਸਾਹਿਬ, ਬੜੇ ਵਾਰੀ ਹੋ ਜਾਂਦਾ ਹੈ ਕਿ ਅਖੀਰ ਕੋਈ ਤਾਂ ਮੂਹਰੇ ਆਉਂਦਾ ਹੈ ਨਾ, ਇੰਨੇ ਪੁਲਿਸ ਅਫਸਰਾਂ ਨੇ ਧੱਕੇ ਕੀਤੇ ਹੈ, ਕੋਈ ਇੱਕ ਫਾਈਨਲੀ ਜਾ ਕੇ ਬੰਦਾ ਅੜੀ ਜਾਂਦਾ। ਮੱਕੜ ਸਾਹਿਬ, ਮੈਂ ਸਮਝਦਾ ਇਹ ਹਾਂ ਕਿ ਇੱਕ ਵਰਡ ਹੈ ਸੁਧਾਰ। ਮੈਨੂੰ ਲੱਗਦਾ ਵੀ ਸਾਡੀ ਪੰਜਾਬ ਪੁਲਿਸ ਨੂੰ ਬਹੁਤ ਸੁਧਾਰ ਦੀ ਲੋੜ ਹਜੇ ਹੈਗੀ। ਦੇਖੋ ਬਾਈ, ਮੈਂ ਸਮਝਦਾ ਵੀ ਜਿਵੇਂ ਬਾਈ ਨੇ ਇੱਕ ਐਗਜ਼ਾਮਪਲ ਸੈੱਟ ਕਰਤੀ, ਔਰ ਮੈਂ ਤੇ ਬ੍ਰਦਰ ਨੇ ਵੀ ਇੱਕ ਅਸੀਂ ਤਾਣਿਆ ਹੋਇਆ ਪੰਜਾਬੀ 'ਚ ਮੱਕੜ ਸਾਹਿਬ, ਵੀ ਬਾਈ ਵਾਲੇ ਕੇਸ ਦੇ ਵਿੱਚ ਜੇਕਰ ਅਸੀਂ ਰਜਿਸਟ੍ਰੇਸ਼ਨ ਆਫ FIR ਕਰਵਾ ਦਿੰਦੇ ਹਾਂ ਉਸ ਐਰਿੰਗ ਅਫੀਸ਼ੀਅਲਸ ਦੇ ਖਿਲਾਫ, ਤਾਂ ਕੱਲ੍ਹ ਨੂੰ ਲੋਕ ਐਗਜ਼ਾਮਪਲ ਦੇਣ ਕਰਨਗੇ ਵੀ ਬਾਈ ਐਲੀ ਮਾਂਗੜ ਦੀ ਐਗਜ਼ਾਮਪਲ ਸੈੱਟ ਕਰ ਗਿਆ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਦੇਖੋ ਪ੍ਰੋਵੀਜ਼ਨਸ ਬੜੇ ਪਏ ਨੇ। ਜੇ ਤੁਸੀਂ ਮੈਨੂੰ ਲਾਅ 'ਚ ਪ੍ਰੋਵੀਜ਼ਨਸ ਪੁੱਛ ਲਓ, ਸੈਕਸ਼ਨ 54 CRPC ਅਮੈਂਡਮੈਂਟ 2009 ਉਹ ਕਹਿੰਦਾ ਕਲੀਅਰ ਕੱਟ ਕਿ ਕਿਸੇ ਬੰਦੇ ਦੇ ਨਾਲ ਮੈਡੀਕਲ ਕਰਾਓ, 6 ਘੰਟਿਆਂ ਦੇ ਮੈਡੀਕਲ ਕਰਾਓ। ਮੈਂ ਕਹਿੰਦਾ ਕਿ ਕਿਉਂ ਅਸੀਂ ਹਾਈ ਕੋਰਟ, ਮਾਣਯੋਗ ਹਾਈ ਕੋਰਟ, ਸੁਪਰੀਮ ਕੋਰਟ ਥੱਲਿਓਂ ਅਸੀਂ ਜ਼ਮਾਨਤਾਂ ਕਰਾਉਂਦੇ ਹਾਂ,
ਮੱਕੜ ਸਾਹਿਬ ਮੈਨੂੰ ਰੂਟੀਨ 'ਚ ਫੋਨ ਆਉਂਦੇ ਨੇ, ਆਈਓ ਕਹਿੰਦਾ ਜੀ ਇਨਵੈਸਟੀਗੇਸ਼ਨ ਜੁਆਇਨ ਕਰਾਣੀ ਹੈ, ਦੇ 50,000, ਆਈਓ ਕਹਿੰਦਾ ਜੀ ਦੇ 20,000। ਸੋ ਮੈਂ ਕਹਿਣਾ ਇਹ ਚਾਹੁੰਦਾ, ਕਈ ਵਾਰੀ ਬੜੇ ਲੋਕ ਸਾਡੇ ਕੋਲ ਆ ਜਾਂਦੇ ਨੇ, ਬਾਈ ਜੀ ਮੈਟਰ ਪੁੱਟ ਅਪ ਕਰ ਦਿਓ, ਤਾਂ ਮੈਨੂੰ ਇਹ ਲੱਗਦਾ ਵੀ ਵੀਰੇ ਫਿਰ ਉਸ ਆਪਣੀ ਮੱਕੜ ਸਾਹਿਬ ਗੱਲ ਵੀ ਹਜੇ ਬੱਚੇ ਨਿਆਣੇ ਛੋਟੇ ਕਿੱਥੇ ਕਿੱਥੇ ਮੱਥੇ ਲਾਉਂਦੇ ਫਿਰੀਏ। ਸੋ ਗੱਲ ਮੱਥੇ ਲਾਉਣ ਤੋਂ ਵੀ ਕਦੀ ਝੁਕੇ ਨਹੀਂ ਮੱਕੜ ਸਾਹਿਬ। ਜ਼ਿੰਦਗੀ 'ਚ ਇਹ ਸੋਚ ਕੇ ਚੱਲੇ ਆ ਵੀ ਭਾਵੇਂ ਕੇਸ 5 ਹੀ ਕਰਨੇ ਨੇ, 2 ਹੀ ਕਰਨੇ ਨੇ, ਪਰ ਜਿੱਥੇ ਸਟੈਂਡ ਲੈ ਲਿਆ ਉੱਥੇ ਫਿਰ ਪਿੱਠ ਨਹੀਂ ਦਿਖਾਣੀ। ਬਹੁਤ ਇੰਪੋਰਟੈਂਟ ਹੈ, ਬਹੁਤ ਜ਼ਰੂਰੀ ਹੈ। ਇੱਕ ਹਾਦਸੇ ਦਾ ਵਾਕਿਆ ਆ, ਪਹਿਲਾਂ ਵੀ ਜਿਹੜੀ ਇੰਟਰਵਿਊ ਕਰੀ ਉਹ 'ਚ ਵੀ ਦੱਸਿਆ, ਬਾਈ ਉਹਨਾਂ ਦਾ ਫੋਨ ਆਇਆ ਮੈਨੂੰ, ਕਹਿੰਦੇ ਅਸੀਂ ਤੇਰਾ ਕੇਸ ਤਾਂ ਲੜਾਂਗੇ ਜੇ ਤੂੰ ਭੱਜੇਗਾ ਨਹੀਂ। ਜਿਵੇਂ ਹੁਣ ਬਾਈ ਨੇ ਕਿਹਾ ਕਿ 2 ਕੇਸ ਹੀ ਲੜਨੇ ਆ, ਪਰ ਭੱਜਣਾ ਨਹੀਂ, ਲੜਨੇ ਆ। ਉਹ ਉਦਣ ਮੈਂ ਕਰੀ ਗੱਲ, ਮੈਂ ਕਿਹਾ ਯਾਰ ਇਹਨਾਂ ਨਾਲ ਮਿੱਤਰਾਂ ਨਾਲ, ਮੈਂ ਕਿਹਾ ਯਾਰ ਐਂ ਕਰਕੇ ਵਕੀਲ ਨੇ, ਉਹ ਕਹਿੰਦੇ ਅਸੀਂ ਲੜਾਂਗੇ ਤਾਂ ਜੇ ਤੁਸੀਂ ਭੱਜੋਗੇ ਨਹੀਂ। ਮੈਂ ਕਿਹਾ ਯਾਰ ਭੱਜਦੇ ਤਾਂ ਆਪਾਂ ਹੈ ਨਹੀਂ, ਕਿ ਕੱਲ੍ਹ ਨੂੰ ਇਹ ਨਾ ਭੱਜਣ ਕਿ ਮੁੜ ਕੇ ਮੇਰਾ ਉਹ ਮੈਂ ਰਹਿ ਜਾਵਾਂ ਇਕੱਲਾ ਮੁੜ ਕੇ। ਹੁਣ ਪਤਾ ਲੱਗ ਗਿਆ ਯਾਰ ਬੰਦੇ ਨੂੰ, ਹੁਣ ਆਪਾਂ ਜਦ ਮਿਲਦੇ ਹਾਂ ਉਦੋਂ ਪਤਾ ਲੱਗ ਜਾਂਦਾ ਕਿ ਯਾਰ ਇਹ ਬੰਦੇ ਖੜੇ ਆ। ਹੁਣ ਉੱਦਾਂ ਹੀ ਬਸ ਇਹ ਵੀ ਅੜੇ ਹੋਏ ਆ, ਆਪਾਂ ਵੀ ਅੜੇ ਆ, ਇਹ ਮੈਨੂੰ ਹੱਲਾਸ਼ੇਰੀ ਦਿੰਦੇ ਆ, ਆਪਣਾ ਹੌਸਲਾ ਉਹਨਾਂ ਕੀ ਵੱਧ ਜਾਂਦਾ। ਫਿਰ ਹੋਰ ਬੰਦੇ ਵੀ ਮਿਲਦੇ, ਕਈ ਉਹ ਕਹਿੰਦੇ ਆ ਕਿ ਹਾਂਜੀ ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ, ਸਾਡੇ ਨਾਲ ਵੀ ਆਏ ਹੋਏ ਸੀ, ਸਾਡੀ ਨਹੀਂ ਰਲੀ ਉੱਥੇ, ਨਹੀਂ ਪਹੁੰਚ ਹੋਇਆ ਉਹ ਤੱਕ ਤੁਸੀਂ ਜਾ ਰਹੇ ਹੋ। ਇਹੀ ਚੀਜ਼ਾਂ ਖਿੱਚ ਕੇ ਗਾਂ ਲੈ ਗਈਆਂ। ਫਿਰ ਤਾਂ ਐਂ ਹੋ ਗਿਆ ਸੀਗਾ ਪੱਕਾ ਹੀ ਕਿ ਯਾਰ ਕੁਛ ਹੋ ਜਾਵੇ, ਹੁਣ ਤਾਂ ਸਾਲ 2 ਲੱਗ ਜਾਣ, 4 ਲੱਗ ਜਾਣ, 5 ਲੱਗ ਜਾਣ, ਕੋਈ ਗੱਲ ਨਹੀਂ। ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਇਹ ਵੀ ਕਿਹਾ ਜਾਂਦਾ। ਮੈਂ ਆਖਰ ਦੇ ਵਿੱਚ ਘੁੰਮਣ ਸਾਹਿਬ ਇਹਦਾ ਸਟੇਟਸ ਕੀ ਹੈ ਹੁਣ ਰਾਈਟ ਨਾਓ, ਤੇ ਅਖੀਰ ਕਦੋਂ ਤੱਕ ਤੁਹਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਸਟਿਸ ਮਿਲੂਗਾ ਜੀ? ਦੇਖੋ 7/10 ਜਿਹੜੀ ਹਾਈ ਕੋਰਟ ਵੱਲੋਂ ਫਿਕਸ ਡੇਟ ਹੈ ਜੀ। ਉਸ ਤੋਂ ਪਹਿਲਾਂ ਹਾਈ ਕੋਰਟ ਨੇ ਜਿਹੜਾ ਜੁਰਮਾਨਾ ਲਾਇਆ ਹੈ ਉਹ PGI ਦਾ ਮੈਂ ਤੁਹਾਨੂੰ ਦੱਸਦਾ ਗਰੀਬਾਂ ਦੇ ਸੈਕਸ਼ਨ 'ਚ ਲਾਇਆ ਹੈ, ਔਰ ਹਾਈ ਕੋਰਟ ਨੇ ਇਹ ਵੀ ਕਿਹਾ ਵੀ ਰਸੀਦ ਲੈ ਕੇ ਆਉਣੀ ਹੈ। ਸੋ ਮੈਂ ਦੇਖੋ ਹੋਪ ਜਿਹੜੀ ਹੈ ਪੋਜ਼ੀਟਿਵਲੀ ਅਸੀਂ ਚੱਲਦੇ ਹਾਂ ਮੱਕੜ ਸਾਹਿਬ। ਸਾਨੂੰ ਉਮੀਦ ਹੈ ਕਿ ਪੰਜਾਬ ਪੁਲਿਸ ਜਿਹੜੀ ਹੈ 7/10 ਤੋਂ ਪਹਿਲਾਂ ਥਾਣਾ ਵੀ ਉਹੀ ਹੋਏਗਾ ਸੁਹਾਣਾ, ਮਹੀਨਾ ਵੀ ਉਹੀ ਹੈ ਤੇ ਟਾਈਮ ਵੀ ਉਹੀ ਹੋਏਗਾ। ਸੋ ਅਸੀਂ ਇਸ ਵਾਰੀ ਤੁਸੀਂ ਇਹ ਕਹਿ ਲਓ ਕਿ ਅਸੀਂ ਅਕਿਊਜ਼ਡ ਵੱਲੋਂ ਨਹੀਂ, ਅਸੀਂ ਕੰਪਲੇਨਟ ਵਾਲੇ ਪਾਸੇ ਹੋਵਾਂਗੇ, ਔਰ ਮੈਨੂੰ ਲੱਗਦਾ ਸ਼ਾਇਦ ਵਕੀਲ ਵੀ ਅਸੀਂ ਹੋਵਾਂਗੇ। ਸੋ ਇੱਕ ਚੀਜ਼ ਤੇ ਇਹ ਸੀ, ਔਰ ਇੱਕ ਜਾਂਦਾ ਮੈਂ ਤੁਹਾਨੂੰ ਇੱਕ ਚੀਜ਼ ਆਪਣਾ ਇੱਕ ਨਿੱਜੀ ਤਜਰਬਾ ਦੱਸੂੰਗਾ। ਸਮਟਾਈਮ ਡਿਸਅਪੁਆਇੰਟ ਬੰਦਾ ਕਿਵੇਂ ਹੁੰਦਾ ਹੈ। ਅਸੀਂ ਜਿਵੇਂ ਕਈ ਵਾਰੀ ਮੱਕੜ ਸਾਹਿਬ ਜਿੱਦਾਂ ਸੋਸ਼ਲ ਮੀਡੀਆ 'ਤੇ ਜਿੱਦਾਂ ਅੱਜ ਹੀ ਬੜੇ ਲੋਕੀ ਟਰੋਲ ਕਰਨਗੇ ਕਿ ਯਾਰ ਪਹਿਲਾਂ ਤਾਂ ਤੁਸੀਂ ਐਲੀ ਨੂੰ ਕਟਾਤਾ ਹੈ ਨਾ, ਹੁਣ ਤੁਸੀਂ ਯਾਰ ਆਹ ਨਾ ਕਰ ਦਿਓ। ਉਹ ਯਾਰ ਅਸੀਂ ਇੱਕ ਵਕੀਲ ਹਾਂ, ਵਕੀਲ ਦਾ ਇੱਕ ਫਰਜ਼ ਜਿਹੜਾ ਹੈ ਉਹ ਸਿਰਫ ਇਹ ਹੈ ਵੀ ਕੇਸ ਨੂੰ ਚੰਗੇ ਤਰੀਕੇ ਨਾਲ ਓਨੈਸਟੀ ਰੱਖੇ ਔਰ ਚੰਗੇ ਤਰੀਕੇ ਨਾਲ ਪ੍ਰੈਸ ਕਰੇ। ਦੇਖੋ ਉੱਥੇ ਆ ਕੇ ਮੈਂ ਤੇ ਬ੍ਰਦਰ ਕਈ ਵਾਰੀ ਡਿਸਅਪੁਆਇੰਟ ਵੀ ਹੋ ਜਾਂਦੇ ਆ ਯਾਰ, ਵੀ ਆਪਾਂ ਚੱਲੇ ਤਾਂ ਕਿੱਧਰ ਸੀ ਹੈ ਨਾ, ਹੁਣ ਇਹਦੇ 'ਚ ਗਲਤੀ ਪੁਲਿਸ ਦੀ ਕਹਿ ਲਓ, ਸਿਸਟਮ ਦੀ ਕਹਿ ਲਓ, ਤੇ ਆਪਾਂ ਆ ਕਿੱਧਰ ਨੂੰ ਚੱਲੇ ਹਾਂ। ਪਰ ਨਹੀਂ, ਫਿਰ ਵੀ ਆਪਣੇ ਆਪ ਨੂੰ ਮੋਟੀਵੇਟ ਕਰਦੇ ਹਾਂ ਵੀ ਨਹੀਂ ਯਾਰ ਅੱਗੇ ਚੱਲਾਂਗੇ। ਸੋ ਇੱਕ ਵਾਅਦਾ ਤੁਹਾਡੇ ਇੱਥੇ ਬੈਠਿਆਂ ਇਸ ਚੈਨਲ ਰਾਹੀਂ ਕਰੂੰਗਾ ਕਿ ਇਨਸਾਫ ਤਾਂ ਅਸੀਂ ਭਾਵੇਂ ਸੁਪਰੀਮ ਕੋਰਟ ਤੱਕ ਜਾਈਏ, ਅਸੀਂ ਵਕੀਲ ਨਹੀਂ ਕਰਨਾ, ਟ੍ਰਾਇਲ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਅਸੀਂ ਹਾਂ। ਵਿਸ਼ਵਾਸ ਹੈ ਸਾਨੂੰ ਵੀ ਇਹਨੂੰ ਇਨਸਾਫ ਤਾਂ ਦਵਾਵਾਂਗੇ। ਬਹੁਤ ਧੰਨਵਾਦ। ਤੁਹਾਨੂੰ ਵੀ ਭਰੋਸਾ ਹੈ ਜੀ? ਭਰੋਸਾ ਇਹਨਾਂ ਦੇ ਵੱਧਦਾ ਪਰਮਾਤਮਾ ਤੇ ਉਦੋਂ ਵੱਧ ਅਸੀਂ ਜਿਹੜੇ ਦਿਲ ਦੇ ਅਮੀਰ ਹੁੰਦੇ ਆ ਨਾ ਬੰਦੇ, ਜਿਵੇਂ ਮੈਂ ਆ, ਮੈਂ ਕਹਿੰਦਾ ਮੈਂ ਬੜਾ ਹੀ ਸਿੰਪਲ ਜਿਹਾ ਬੰਦਾ, ਮੈਂ ਕੋਈ ਫੁਕਰੀ ਕਰਦੀ ਨਹੀਂ, ਕੁਛ ਨਹੀਂ, ਕੋਈ ਐਂ ਨਹੀਂ ਦਿਖਾਉਂਦਾ ਮੈਂ ਬਾਹਰੋਂ ਆਇਆ, ਮੈਂ ਐਂ ਨਹੀਂ, ਮੈਂ ਕਿਤੇ ਵੀ ਬਹਿ ਜਾਂਦਾ, ਕਿਤੇ ਵੀ ਖਾ ਪੀ ਲਈਦਾ, ਕਿਸੇ ਵੀ ਰੇਹੜੀ ਰੂੜੀ 'ਤੇ ਖੜ ਜਾਈਦਾ। ਮੈਂ ਉਹ ਨਹੀਂ, ਜਿਹੜੇ ਦਿਲ ਦੇ ਅਮੀਰ ਹੁੰਦੇ ਆ ਨਾ ਉਹ ਕਦੇ ਹਾਰਦੇ ਹੀ ਨਹੀਂ ਹੈਗੇ। ਰਹਿੰਦੇ ਐਂ ਹੋ ਜਿੰਨੇ ਵਾਰੀ ਮੈਂ ਤੁਹਾਨੂੰ ਮਿਲਿਆ, ਨਿੱਕਰ 'ਚ ਟੀ-ਸ਼ਰਟ 'ਚ, ਸਿੰਪਲ ਜਿਹਾ ਬੰਦਾ ਜੀ। ਮੈਂ ਸੂਟ ਸਾਟ ਪਾ ਕੇ ਤੁਹਾਨੂੰ ਦੇਖਿਆ ਨਹੀਂ ਮੈਂ ਕਿਤੇ। ਫਿਰ ਉਹ ਤਾਂ ਜੀ ਐਂ ਆ, ਕਹਿੰਦੇ ਜਿਵੇਂ ਸਿਆਣੇ ਕਹਿੰਦੇ ਜੱਗ ਭਾਉਂਦਾ ਪਾਓ, ਮਨ ਭਾਉਂਦਾ ਖਾਓ। ਅਸੀਂ ਖਾਈ ਦਾ ਵੀ ਮਨ ਭਾਉਂਦਾ, ਪਹਿਨੀ ਦਾ ਵੀ ਮਨ ਭਾਉਂਦਾ ਹੀ ਆ ਕਿ ਸਾਨੂੰ ਜੋ ਵਧੀਆ ਲੱਗਦਾ ਅਸੀਂ ਉਹ ਹੀ ਪਾਵਾਂਗੇ। ਇਹ ਚੰਗੀ ਗੱਲ ਹੈ, ਬੰਦੇ ਨੂੰ ਪੋਜ਼ਿਟਿਵ ਰਹਿਣਾ ਚਾਹੀਦਾ ਹੈ, ਪੋਜ਼ਿਟਿਵ ਸੋਚ ਹੈ। ਪਰ ਵੱਡੀ ਗੱਲ ਹੈ ਕਿ ਜਿੱਥੋਂ ਅਸੀਂ ਤੁਰੇ ਸੀ ਸ਼ੁਰੂਆਤ ਦੇ ਵਿੱਚ ਕਿ ਹਿਊਮਨ ਰਾਈਟਸ ਦੀ ਉਲੰਘਣਾ ਇਹਨੂੰ ਸੀਰੀਅਸ ਮੈਟਰ ਹੈ। ਹੋ ਸਕਦਾ ਤੁਸੀਂ ਬਹੁਤ ਵਾਰੀ ਟਰੋਲ ਕਰਦੇ ਹੋਵੋਗੇ, ਬੜੇ ਪੇਜਸ 'ਤੇ ਸੋਸ਼ਲ 'ਤੇ ਬਹੁਤ 100 ਚੀਜ਼ਾਂ ਚੱਲਦੀਆਂ ਨੇ ਐਲੀ ਨੂੰ ਲੈ ਕੇ। ਘੁੰਮਣ ਸਾਹਿਬ ਨੇ ਵੀ ਜਿਵੇਂ ਕਿਹਾ ਕਿ ਲੋਕ ਕਹਿ ਦਿੰਦੇ ਐਲੀ ਕੁਟਾਤਾ, ਕਰਤਾ। ਹੋ ਸਕਦਾ ਤੁਹਾਡੇ ਵਾਸਤੇ ਮਜ਼ਾਕ ਦਾ ਪਾਤਰ ਹੋਵੇ, ਪਰ 5 ਮਿੰਟ ਵਾਸਤੇ ਬੈਠ ਕੇ ਸੋਚਿਓ ਕਿ ਬਹੁਤ ਸੀਰੀਅਸ ਗੱਲ ਹੈ। ਜਦੋਂ ਪੁਲਿਸ ਬਰੂਟੈਲਿਟੀ ਹੁੰਦੀ ਹੈ, ਜਦੋਂ ਪੁਲਿਸ ਟਾਰਚਰ ਕਰਦੀ ਹੈ, ਅੱਜ ਐਲੀ ਨਾਲ ਹੈ, ਕੱਲ੍ਹ ਨੂੰ ਤੁਹਾਡੇ ਨਾਲ ਵੀ ਹੋ ਸਕਦੀ ਹੈ। ਇਸ ਦੇ ਖਿਲਾਫ ਆਵਾਜ਼ ਹਰੇਕ ਨੂੰ ਚੁੱਕਣੀ ਚਾਹੀਦੀ ਹੈ। ਅਦਾਲਤਾਂ 'ਤੇ ਭਰੋਸਾ ਹੈ, ਅਖੀਰ ਇਨਸਾਫ ਜ਼ਰੂਰ ਹੁੰਦਾ ਹੈ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ ਏਅਰ।